ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅਸਲਾਮ ਵਾਲੇਕਮ, ਆਦਾਬ, ਅਰਜ਼। ਮੈਂ ਹਾਂ ਤੁਹਾਡੀ ਹੋਸਟ ਅਨੀਲ ਮਕੌਰ ਤੇ ਮੈਂ ਟੀਵੀ 84 ਸਾਰੇ ਦਰਸ਼ਕਾਂ ਤੇ ਸਰੋਤਿਆਂ ਨੂੰ ਜੀ ਆਇਆਂ ਕਹਿੰਦੀ ਹਾਂ ਪ੍ਰੋਗਰਾਮ ਸੱਚੋ ਸੱਚ ਵਿੱਚ, ਜਿਹੜੇ ਇਸ ਪ੍ਰੋਗਰਾਮ ਨਾਲ ਦੇਸ਼ਾਂ ਵਿਦੇਸ਼ਾਂ ਤੋਂ ਜੁੜ ਚੁੱਕੇ ਨੇ। ਖਾਲਸਾ ਅਫੇਅਰ ਸੈਂਟਰ ਦੇ ਸੰਚਾਲਕ ਡਾਕਟਰ ਅਮਰਜੀਤ ਸਿੰਘ ਦੀ ਸਟੂਡੀਓ ਮੇਰੇ ਨਾਲ ਸ਼ਾਮਲ ਨੇ। ਉਹਨਾਂ ਨਾਲ ਗੱਲਬਾਤ ਕਰਕੇ ਅੱਜ ਦੇ ਅਹਿਮ ਇਸ਼ੂਜ਼ ਉੱਪਰ ਉਹਨਾਂ ਤੋਂ ਉਹਨਾਂ ਦਾ ਤਜ਼ੀਆ ਜਾਣਦੇ ਹਾਂ। ਜੀ ਡਾਕਟਰ ਸਾਹਿਬ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। हाँ जी नीलम कौर जी, ਤੁਹਾਨੂੰ ਵੀ ਤੇ ਦੁਨੀਆ ਭਰ ਚ ਬੈਠੇ ਸਾਡੇ ਬਹੁਤ ਹੀ ਪਿਆਰੇ, ਸੋਹਣੇ, ਸਿਆਣੇ, ਸੁਨੱਖੇ ਟੀਵੀ 84 ਦੇ ਵਿਊਅਰਸ ਨੂੰ ਵੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਾਡੇ ਬਹੁਤ ਹੀ ਪਿਆਰੇ ਮੁਸਲਮਾਨ ਭੈਣਾਂ ਭਰਾਵਾਂ ਨੂੰ ਅਸਲਾਮ ਅਲੈਕਮ। ਗੰਗਾ ਜਮਨੀ ਤਹਿਜ਼ੀਬ ਦੇ ਹਿੰਦੂ ਤਵੀਆਂ ਨੂੰ ਨਮੋ ਨਮੇ ਤੇ ਬਾਕੀ ਸਭ ਵੀਰਾਂ ਭੈਣਾਂ ਨੂੰ ਆਦਾਬ। ਜੀ ਡਾਕਟਰ ਸਾਹਿਬ, ਜੀ ਨੂੰ ਪ੍ਰੋਗਰਾਮ ਸੱਚੋ ਸੱਚ ਵਿੱਚ ਬਹੁਤ ਧੰਨਵਾਦ। ਜੀ ਡਾਕਟਰ ਸਾਹਿਬ, ਅੱਜ 23 ਅਕਤੂਬਰ 2025 9 ਕੱਤਕ ਨਾਨਕਸ਼ਾਹੀ ਸੰਮਤ 557 ਦਾ ਦਿਨ ਹੈ ਤੇ ਡਾਕਟਰ ਸਾਹਿਬ ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਅਸੀਂ ਪ੍ਰਦਰਸ਼ਕਾਂ ਤੇ ਸਰੋਤਿਆਂ ਨੂੰ ਹਮੇਸ਼ਾ ਤਰ੍ਹਾਂ ਦਾ ਵਿਊਅਰਸ, ਜੇ ਤੁਸੀਂ ਹੱਕ ਸੱਚ ਇਨਸਾਫ ਤੇ ਪਹਿਰਾ ਦਿੰਦਾ ਇੱਕੋ ਇੱਕ ਚੈਨਲ ਟੀਵੀ 84 ਨੂੰ ਦੇਖਣਾ ਚਾਹੁੰਦੇ ਹੋ ਤਾਂ ਤੁਸੀਂ ਦੇਖ ਸਕਦੇ ਹੋ ਸਪੈਕਟਰਮ ਕੇਬਲ, ਆਰਸੀਐਨ ਕੇਬਲ, ਪਬਲਿਕ ਕੈਨੇਡਾ, roku, ਜਾਦੂ ਬਾਕਸ, ਸ਼ਾਵਾ, ਫੇਸਬੁੱਕ ਟੀਵੀ 84 ਦੀ ਐਪ ਰਾਹੀਂ ਆਨਲਾਈਨ ਸਟ੍ਰੀਮਿੰਗ ਐਂਡ ਆਈਪੀ ਬਾਕਸ ਤੇ ਤੁਸੀਂ ਟੀਵੀ 84 ਨੂੰ ਦੇਖ ਸਕਦੇ ਹੋ। ਵਿਊਅਰਸ, ਜੇ ਤੁਸੀਂ ਟੀਵੀ 84 ਦੇ ਪ੍ਰੋਗਰਾਮ ਸੱਚੋ ਸੱਚ ਨਾਲ ਫੇਸਬੁੱਕ ਰਾਹੀਂ ਜੁੜੇ ਹੋ ਤਾਂ ਇਸ ਨੂੰ ਵੱਧ ਤੋਂ ਵੱਧ ਲਾਈਕ ਕਰੋ ਤੇ ਸ਼ੇਅਰ ਕਰੋ ਅਤੇ ਨਾਲ ਹੀ YouTube ਤੇ ਸਬਸਕ੍ਰਾਈਬ ਵੀ ਕਰੋ। ਇਹ ਵੀ ਦੱਸ ਦਿਓ ਕਿ ਤੁਸੀਂ ਟੀਵੀ 84 ਦੀ ਐਪ ਨੂੰ ਐਂਡਰੋਇਡ ਐਂਡ ਐਪ ਸਟੋਰ ਤੇ ਡਾਊਨਲੋਡ ਕਰਕੇ ਜੋ ਟੀਵੀ 84 ਦੀ ਲਾਈਵ ਸਟ੍ਰੀਮ ਹੈ ਇਸ ਨੂੰ ਤੁਸੀਂ 24 ਆਵਰਸ ਦੇਖ ਸਕਦੇ ਹੋ। ਸੋ ਵਿਊਅਰਸ, ਪ੍ਰੋਗਰਾਮ ਦੀ ਸ਼ੁਰੂਆਤ ਕਰਨ ਜਾ ਰਹੇ ਹਾਂ ਅੱਜ ਦੀ ਸਪਾਂਸਰਸ਼ਿਪ ਦੇ ਵਾਲੇ ਨਾਲ ਕਿ ਅੱਜ ਦੇ ਪ੍ਰੋਗਰਾਮ ਸੱਚੋ ਸੱਚ ਨੂੰ ਸਪਾਂਸਰ ਕੀਤਾ ਗਿਆ ਹੈ ਡਿਟਰੋਇਟ ਮਿਸ਼ੀਗਨ ਤੋਂ ਸਰਦਾਰ ਦਲਜੀਤ ਸਿੰਘ ਜੀ ਵੱਲੋਂ। ਸੋ ਇਹਨਾਂ ਨੇ ਟੀਵੀ 84 ਦੇ ਕੰਮ ਦੀ ਸ਼ਲਾਘਾ ਕੀਤੀ ਹੈ ਔਰ ਵੱਧ ਤੋਂ ਵੱਧ ਸਪੋਰਟ ਕਰਨ ਲਈ ਕਿਹਾ ਹੈ ਔਰ ਸਿੱਖ ਕੌਮ ਦੀ ਚੜ੍ਹਦੀ ਕਲਾ ਦੀ ਅਰਦਾਸ ਕੀਤੀ ਹੈ। ਸੋ ਅੱਜ ਦੀ ਸਪਾਂਸਰਸ਼ਿਪ ਲਈ ਅਸੀਂ ਸਰਦਾਰ ਦਲਜੀਤ ਸਿੰਘ ਜੀ ਦਾ ਤਹਿ ਦਿਲ ਤੋਂ ਧੰਨਵਾਦ ਕਰਦੇ ਹਾਂ ਔਰ ਤੁਹਾਨੂੰ ਵੀ ਅਪੀਲ ਤੇ ਬੇਨਤੀ ਕਰਦੇ ਹਾਂ ਕਿ ਤੁਸੀਂ ਪ੍ਰੋਗਰਾਮ ਸੱਚੋ ਸੱਚ ਨੂੰ ਵੱਧ ਤੋਂ ਵੱਧ ਸਪਾਂਸਰ ਕਰੋ। ਸਪਾਂਸਰਸ਼ਿਪ ਲਈ ਤੁਸੀਂ ਸਾਨੂੰ ਕਾਲ ਕਰ ਸਕਦੇ ਹੋ ਸਾਡੇ ਫੋਨ ਨੰਬਰ ਤੇ 5166191984, ਸੇਮ ਨੰਬਰ ਤੇ WhatsApp ਕਰ ਸਕਦੇ ਹੋ ਤੇ ਸਾਨੂੰ ਈਮੇਲ ਵੀ ਕਰ ਸਕਦੇ ਹੋ info@tv84.tv ਤੇ। ਸੋ ਵਿਊਅਰਸ, ਪਹਿਲੇ ਸੈਗਮੈਂਟ ਦੇ ਵਿੱਚ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ ਗਜ਼ਾ ਤੇ ਇਜ਼ਰਾਈਲ ਦੇ ਹਵਾਲੇ ਨਾਲ ਕਿ ਇੱਕ ਪਾਸੇ ਇਜ਼ਰਾਈਲ ਦੀ ਪਾਰਲੀਮੈਂਟ ਵਿੱਚ ਵੈਸਟ ਬੈਂਕ ਨੂੰ ਇਜ਼ਰਾਈਲ ਦਾ ਹਿੱਸਾ ਬਣਾਉਣ ਲਈ ਮਤਾ ਪੇਸ਼ ਕੀਤਾ ਗਿਆ ਜਿਸ ਦਾ ਪ੍ਰੈਜ਼ੀਡੈਂਟ ਟਰੰਪ ਨੇ ਵਿਰੋਧ ਕੀਤਾ ਔਰ ਦੂਸਰੇ ਪਾਸੇ ਦੁਨੀਆ ਦੀਆਂ 450 ਪ੍ਰਮੁੱਖ ਯਹੂਦੀ ਸ਼ਖਸੀਅਤਾਂ ਵੱਲੋਂ ਯੂਨਾਈਟਿਡ ਨੇਸ਼ਨ ਅਤੇ ਵਰਲਡ ਲੀਡਰਸ ਤੋਂ ਮੰਗ ਕੀਤੀ ਹੈ ਕਿ ਗਜ਼ਾ ਵਿੱਚ ਇਜ਼ਰਾਈਲ ਵੱਲੋਂ ਕੀਤੇ ਜਾ ਰਹੇ ਜੈਨੋਸਾਈਡ ਲਈ ਉਸ ਨੂੰ ਜਵਾਬਦੇਹ ਬਣਾਇਆ ਜਾਵੇ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ। ਦੇਖਣ ਸੁਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ। ਜੀ ਡਾਕਟਰ ਸਾਹਿਬ, ਕੀ ਵਿਚਾਰਾਂ ਨੇ? ਸਭ ਤੋਂ ਪਹਿਲਾਂ ਤਾਂ ਅੱਜ ਦੇ ਪ੍ਰੋਗਰਾਮ ਨੂੰ ਸਪਾਂਸਰ ਕਰਨ ਲਈ ਅਸੀਂ ਵੀਰ ਦਲਜੀਤ ਸਿੰਘ ਉਹਨਾਂ ਦੇ ਸਮੁੱਚੇ ਪਰਿਵਾਰ ਦਾ ਸ਼ੁਕਰੀਆ ਅਦਾ ਕਰਦੇ ਹਾਂ। ਇਹਨਾਂ ਨਾਲ ਵੀ ਸਾਡਾ ਸੰਪਰਕ 1991-92 ਦੇ ਦੌਰ ਦਾ ਹੀ ਹੈ ਜਦੋਂ ਕਿ ਡਾਕਟਰ ਰਣਜੀਤ ਸਿੰਘ ਔਰ ਪਹਿਲੀ ਵਾਰ ਜਦੋਂ ਸਾਡਾ ਡਿਟਰੋਇਟ ਜਾਣਾ ਹੋਇਆ ਉਦੋਂ ਮੈਂਬਰ ਪੰਥਕ ਕਮੇਟੀ ਭਾਈ ਸਤਿੰਦਰਪਾਲ ਸਿੰਘ ਕੈਨੇਡਾ ਉਹ ਵੀ ਨਾਲ ਸਨ ਔਰ ਉਸ ਤੋਂ ਬਾਅਦ ਲਗਾਤਾਰਤਾ ਦੇ ਨਾਲ ਜਿਹੜਾ ਮੈਡੀਸਨ ਹਾਈਟਸ ਗੁਰਦੁਆਰਾ ਸਾਹਿਬ ਸੀ ਉਹਦੇ ਵੀ ਸੇਵਾਦਾਰਾਂ 'ਚ ਭਾਈ ਸਾਹਿਬ ਰਹੇ। ਹੁਣ ਜਿਹੜਾ ਕੈਂਟਨ ਗੁਰਦੁਆਰਾ ਸਾਹਿਬ ਹੈ ਉਸ ਦੇ ਨਾਲ ਉਸ ਦੀ ਸੇਵਾ 'ਚ ਵੀ ਨੇ ਔਰ ਲਗਾਤਾਰਤਾ ਨਾਲ ਇਹਨਾਂ ਦੀ ਕਮਿਟਮੈਂਟ ਪੰਥ ਪ੍ਰਤੀ, ਖਾਲਿਸਤਾਨ ਪ੍ਰਤੀ ਜਿਹੜੀ ਹੈ ਉਹ ਲਗਾਤਾਰਤਾ ਨਾਲ ਰਹੀ। ਬਾਕੀ ਜਦੋਂ ਤੁਸੀਂ ਸਟਰਗਲ ਕਰਦੇ ਹੋ ਪ੍ਰੋਫੈਸ਼ਨਲੀ, ਹੋਰ ਬਹੁਤ ਸਾਰੀਆਂ ਜ਼ਿੰਮੇਵਾਰੀਆਂ ਜੋ ਗੁਜ਼ਰ ਰਹੇ ਹੁੰਦੇ ਹੋ, ਪਰ ਬਹੁਤ ਥੋੜ੍ਹੇ ਨੇ ਜਿਨ੍ਹਾਂ ਨੇ ਇਸ ਸਾਰੇ ਪੀਰੀਅਡ 'ਚ ਆਪਣੇ ਦੂਸਰੇ ਫਰਜ਼ ਨਿਭਾਉਂਦਿਆਂ ਹੋਇਆਂ ਵੀ ਕਦੀ ਆਪਣੇ ਕੌਮ ਪ੍ਰਤੀ ਫਰਜ਼ਾਂ ਤੋਂ ਅਵੇਸਲਾਪਨ ਨਹੀਂ ਦਿਖਾਇਆ। ਔਰ ਹੁਣ ਜਿਹਦਾ ਅਸੀਂ ਜ਼ਿਕਰ ਕੀਤਾ ਸੀ ਕਿ ਜਿਹੜੀ ਭਾਈ ਹਰਜਿੰਦਰ ਸਿੰਘ ਜਿੰਦਾ, ਭਾਈ ਸੁਖਦੇਵ ਸਿੰਘ ਸੁੱਖਾ ਦੀ ਯਾਦ ਨੂੰ ਸਮਰਪਿਤ, ਪਰ ਜਿਸ ਦਾ ਅਸਲੀ ਮਕਸਦ ਮੌਜੂਦਾ ਦੌਰ ਦੇ ਵਿੱਚ ਕਿਵੇਂ ਅਸੀਂ ਨੌਜਵਾਨਾਂ ਨੂੰ ਮੋਟੀਵੇਟ ਕਰ ਸਕੀਏ, ਜਿਹੜੀ ਵਿਚਾਰ ਗੋਸ਼ਟੀ ਡਿਟਰੋਇਟ ਦੇ ਵਿੱਚ ਹੋਈ ਉਹਨੂੰ ਆਰਗੇਨਾਈਜ਼ ਕਰਨ 'ਚ ਭਾਈ ਦਲਜੀਤ ਸਿੰਘ, ਵੀਰ ਗੁਰਵਿੰਦਰ ਸਿੰਘ ਹੋਰਾਂ ਨੇ ਪ੍ਰਮੁੱਖ ਰੋਲ ਅਦਾ ਕੀਤਾ। ਬਹੁਤ ਸਫਲਤਾ ਸਹਿਤ ਤੇ ਨੇਪਰੇ ਚੜ੍ਹੀ ਔਰ ਟੀਵੀ 84 ਦੀ ਸਪੋਰਟ ਦੇ ਵਿੱਚ ਵੀ ਕੰਟਰੀਬਿਊਟ ਬਹੁਤ ਵੀਰਾਂ ਵੱਲੋਂ ਕੀਤਾ ਗਿਆ ਜਿਨ੍ਹਾਂ ਦਾ ਅਸੀਂ ਜ਼ਿਕਰ ਕਰਦੇ ਰਹਾਂਗੇ। ਅੱਜ ਦੀ ਸਪਾਂਸਰਸ਼ਿਪ ਅਸੀਂ ਭਾਈ ਦਲਜੀਤ ਸਿੰਘ ਹੋਰਾਂ ਦੇ ਨਾਂ 'ਤੇ ਕਰ ਰਹੇ ਔਰ ਸਤਿਗੁਰੂ ਰਹਿਮਤ ਕਰਨ ਇਵੇਂ ਹੀ ਪੰਥਕ ਪਿਆਰ, ਕੌਮੀ ਜਜ਼ਬਾ ਔਰ ਸੇਵਾ ਦਾ ਚਾਅ ਬਣਿਆ ਰਹੇ। ਹੁਣ ਅਸੀਂ ਗੱਲ ਕਰਦੇ ਹਾਂ ਕਿਉਂਕਿ ਜਦੋਂ ਅਸੀਂ ਦੁਨੀਆ ਦੇ ਵਿੱਚ ਹੋ ਰਹੀਆਂ ਤਬਦੀਲੀਆਂ ਵੱਲ ਦੇਖਦੇ ਹਾਂ ਔਰ ਭਾਵੇਂ 4 ਵੱਡੇ ਸਪਾਟ ਜਿਹੜੇ ਟਰਬਲਡ ਸਪਾਟ ਸੀ ਨੇ ਜਿਨ੍ਹਾਂ ਦੇ ਵਿੱਚ ਗਜ਼ਾ,
ਜਿਹੜੀ ਆਲਮੋਸਟ 7 ਅਕਤੂਬਰ 2023 ਨੂੰ ਹਮਾਸ ਵੱਲੋਂ ਕੀਤੀ ਗਈ ਜਿਹੜੀ ਉਸ ਕਿਸਮ ਦੀ ਨਿਖੇਧੀਯੋਗ ਕਾਰਵਾਈ ਅਸੀਂ ਕਹਿੰਦੇ ਹਾਂ, ਕਿਉਂਕਿ ਅਗਵਾ ਕਰਨਾ ਜਾਂ ਮਾਰਨਾ 1200 ਦੇ ਕਰੀਬ ਇਜ਼ਰਾਈਲੀ ਮਾਰੇ ਗਏ ਸੀ, 250 ਦੇ ਕਰੀਬ ਉਹਨਾਂ ਨੇ ਅਗਵਾ ਕੀਤੇ। ਔਰ ਫਿਰ ਇਜ਼ਰਾਈਲ ਨੇ ਜਿਸ ਕਿਸਮ ਦਾ ਰਵੱਈਆ ਰੱਖਿਆ ਵਰਲਡ ਓਪੀਨੀਅਨ ਦੀ ਪਰਵਾਹ ਕੀਤੇ ਬਿਨਾਂ, ਜੈਨੋਸਾਈਡ ਔਰ ਦੂਸਰੇ ਸਾਰੇ ਜਿਹੜੇ ਨੇ ਪ੍ਰੋਟੋਕੋਲ ਜੀਨੀਵਾ ਕਨਵੈਨਸ਼ਨ ਦੇ, UN ਦੇ ਔਰ ਇੰਟਰਨੈਸ਼ਨਲ ਕੋਰਟ ਆਫ ਜਸਟਿਸ ਦੇ, ਸਭ ਨੂੰ ਫਲਾਊਟ ਕਰਦੇ ਆ। 80,000 ਦੇ ਕਰੀਬ ਬੇਗੁਨਾਹ ਯਹੂਦੀ, ਜਿਨ੍ਹਾਂ 'ਚ 2/3 ਬੱਚੇ ਔਰ ਔਰਤਾਂ ਸ਼ਾਮਲ ਸੀ, ਉਹਨਾਂ ਨੂੰ ਮਾਰਿਆ ਬਹੁਤ ਬੁਰੀ ਤਰ੍ਹਾਂ। 2 ਲੱਖ ਤੋਂ ਜ਼ਿਆਦਾ ਜ਼ਖਮੀ ਨੇ। ਆਲਮੋਸਟ ਇੰਟਰਨਲੀ ਡਿਸਪਲੇਸਡ ਜਿਹੜੀ ਟਰਮ UN ਦੀ ਲੈਂਗੁਏਜ ਹੁੰਦੀ ਹੈ ਵੀ ਇੱਕ ਥਾਂ ਤੋਂ ਉਜੜ ਕੇ ਦੂਜੇ, 80% ਤੋਂ ਜ਼ਿਆਦਾ ਆਬਾਦੀ ਉਹਨਾਂ ਦੀ ਜਿਹੜੀ ਹੈ ਉਹ ਉਜਾੜ ਦਿੱਤੀ ਗਈ ਹੈ। ਔਰ ਤਬਾਹੀ ਦਾ ਮੰਜ਼ਰ ਇਹ ਹੈ ਕਿ ਵੀ ਤੁਹਾਨੂੰ ਮਲਬੇ ਦੇ ਢੇਰ ਤੋਂ ਬਿਨਾਂ ਔਰ ਜਿਹੜੇ ਸਰਵਾਈਵ ਵੀ ਕੀਤੇ ਨੇ ਉਹਨਾਂ ਬਾਰੇ ਜੇ ਅਸੀਂ ਦੇਖੀਏ, ਅੱਜ ਹੀ ਮੈਂ UN ਦੀ ਰਿਪੋਰਟ ਵੀ ਦੇਖ ਰਿਹਾ ਸੀ, ਉਹਨਾਂ ਦਾ ਕਹਿਣਾ ਕਿ ਗਾਜ਼ਾ ਮਾਲ ਨਿਊਟ੍ਰੀਸ਼ਨ ਟੂ ਹੈਵ ਜਨਰੇਸ਼ਨਲ ਇੰਪੈਕਟ ਔਨ ਨਿਊ ਬੋਰਨਸ। UN ਵਾਰਸ ਕਿ UN ਨੇ ਕਿਹਾ ਕਿ ਵੀ ਜਿਹੜੀਆਂ ਅਗਲੀਆਂ ਜਨਰੇਸ਼ਨਸ ਵੀ ਹੋਣਗੀਆਂ ਉਹਨਾਂ ਦੇ ਵਿੱਚ ਵੀ ਜੋ ਅੱਜ ਜਿਸ ਤਰੀਕੇ ਨਾਲ ਉਹਨਾਂ ਨੂੰ ਸਟਾਰਵ ਟੂ ਡੈਥ ਕੀਤਾ ਗਿਆ ਉਸ ਦਾ ਇੰਪੈਕਟ ਹੋਏਗਾ। ਸੋ ਇਹਦੇ ਬਾਵਜੂਦ ਕਿ ਗਜ਼ਾ 20 ਪੁਆਇੰਟ ਪੀਸ ਪ੍ਰੋਗਰਾਮ ਪ੍ਰੈਜ਼ੀਡੈਂਟ ਟਰੰਪ ਨੇ ਮੁਸਲਮਾਨ ਮੁਲਕਾਂ ਨੂੰ ਨਾਲ ਲੈ ਕੇ ਔਰ ਬੜੀ ਮਿਹਨਤ ਦੇ ਨਾਲ ਇੰਪਲੀਮੈਂਟ ਕੀਤਾ, ਪਰ ਇਹਦੇ ਬਾਵਜੂਦ ਇਜ਼ਰਾਈਲ ਪੂਰੇ ਡਿਫਾਇੰਸ 'ਚ ਹੈ। ਇਹਨਾਂ 10 ਦਿਨਾਂ 'ਚ ਹੀ ਲਗਭਗ ਜਦੋਂ ਤੋਂ ਇਹ ਲਾਗੂ ਹੋਇਆ 80 ਦੇ ਕਰੀਬ ਫਲਸਤੀਨੀ ਮਾਰੇ ਜਾ ਚੁੱਕੇ ਨੇ। ਬਹਾਨਾ ਇਹ ਹੁੰਦਾ ਜੀ ਹਮਾਸ ਨੇ ਸਾਡੇ ਉੱਥੇ 2 ਸੋਲਜਰ ਮਾਰ ਦਿੱਤੇ। ਉਹ ਤਾਂ ਕੋਈ ਵੀ ਇੰਡੀਵਿਜੂਅਲ ਕਰ ਸਕਦਾ, ਉਹਨਾਂ ਨੂੰ ਵੀ ਉਹਨਾਂ ਦੇ ਖਾਤੇ 'ਚ ਪਾ ਕੇ। ਔਰ ਇਸ ਦੇ ਨਾਲ ਹੀ ਜਿਹੜਾ ਸਭ ਤੋਂ ਅਸੀਂ ਸਮਝਦੇ ਹਾਂ ਕਿ ਵੀ ਉਸ ਇਜ਼ਰਾਈਲ ਔਰ ਨੇਤਨਯਾਹੂ ਜਿਹੜਾ ਵਾਰ ਕ੍ਰਿਮੀਨਲ ਹੈ, ਉਹ ਇਹ ਕੋਸ਼ਿਸ਼ ਕਰ ਰਿਹਾ ਕਿ ਕਿਸੇ ਨਾ ਕਿਸੇ ਬਹਾਨੇ ਦੇ ਨਾਲ ਇਹ ਸਾਰਾ ਜਿਹੜਾ ਪੀਸ ਅਕਾਰਡ ਹੈ ਸੀਜ਼ ਫਾਇਰ ਦਾ, ਜਿਹਦੇ 'ਚੋਂ ਬਹੁਤ ਸਾਰੇ ਹੋਪ ਕਰਦੇ ਨੇ ਵੀ ਪਹਿਲਾਂ ਹੁਣ ਉਹਨਾਂ ਨੇ ਹਮਾਸ ਨੇ ਜਿੰਨੇ ਫੜੇ ਸੀ ਉਹਨੇ ਛੱਡ ਦਿੱਤੇ, ਹੁਣ ਤਾਂ ਜਿਹੜੇ ਡੈੱਡ ਬਾਡੀਜ਼ ਬਹੁਤ ਸਾਰੇ ਮਲਬੇ ਥੱਲੇ ਦੱਬੀਆਂ ਉਹਨਾਂ ਨੂੰ ਦੇ ਰਹੇ ਨੇ। ਲੇਕਿਨ ਇਜ਼ਰਾਈਲ ਚਾਹੁੰਦਾ ਵੀ ਕੋਈ ਬਹਾਨਾ ਬਣਾ ਕੇ ਇਹਨੂੰ ਤੋੜ ਕੇ ਉਹ ਫਿਰ ਹਮਲੇ ਸ਼ੁਰੂ ਕਰੇ, ਕਰ ਵੀ ਰਿਹਾ ਪਰ ਜੇ ਲਿਮਿਟਡ ਲੈਵਲ ਦੇ ਉੱਤੇ, ਕਿਉਂਕਿ ਉਸ ਦਾ ਏਜੰਡਾ ਗਜ਼ਾ ਨੂੰ ਵੀ ਔਰ ਵੈਸਟ ਬੈਂਕ ਨੂੰ ਵੀ ਇਜ਼ਰਾਈਲ ਦਾ ਹਿੱਸਾ ਬਣਾਉਣਾ, ਗ੍ਰੇਟਰ ਇਜ਼ਰਾਈਲ, ਬੈਂਕਸ ਆਫ ਨਾਈਲਸ ਤੱਕ, ਨੀਲ ਦਰਿਆ ਦੇ ਕੰਢੇ ਤੱਕ ਜਾਣਾ, ਜਿਹਨੂੰ ਆਪਣੀ ਜਿਹੜੀ ਹੈ ਉਹ ਆਪਣੀਆਂ ਟੈਕਸ ਨਾਲ ਜੋੜ ਕੇ ਉਹ ਇਹਨੂੰ ਜਸਟੀਫਾਈ ਕਰਦੇ ਨੇ। ਦੂਸਰੇ ਪਾਸੇ ਜਿਹੜਾ ਹੈ ਪ੍ਰੈਜ਼ੀਡੈਂਟ ਟਰੰਪ ਦਾ, ਕਿਉਂਕਿ ਕਾਫੀ ਕੁਛ ਦਾਅ 'ਤੇ ਲੱਗਾ ਹੈ, ਉਹਨਾਂ ਦੇ ਬਹੁਤ ਮਿਹਨਤ ਕੀਤੀ ਹੈ। ਇਕੱਲਾ ਇਹ ਨਹੀਂ ਕਿ ਉਹ ਨੋਬਲ ਪੀਸ ਪ੍ਰਾਈਜ਼ ਦੇ ਇੱਛਕ ਨੇ ਕਿ ਗਜ਼ਾ ਦੇ ਵਿੱਚ ਹੋਏ, ਕਿਉਂਕਿ ਉਹਨਾਂ ਦਾ ਜਿਹੜਾ ਇੱਕ ਇਮੇਜ ਉਹਨਾਂ ਨੇ ਦਿੱਤਾ ਆਪਣੀ ਪਹਿਲੀ ਟਰਮ ਵੇਲੇ ਵੀ ਕਿ ਵਾਰਸ ਨੂੰ ਰੋਕਣਾ, ਖੂਨ ਖਰਾਬਾ ਰੋਕਿਆ ਜਾਏ। ਹਾਲਾਂਕਿ ਜੋ ਕੁਛ ਵੀ ਇਜ਼ਰਾਈਲ ਨੇ ਇਹਨਾਂ 2 ਸਾਲਾਂ 'ਚ ਕੀਤਾ, ਭਾਵੇਂ ਬਾਈਡਨ ਪੀਰੀਅਡ ਦੇ ਵਿੱਚ ਸ਼ੁਰੂਆਤ ਹੋਈ ਇਸ ਦੀ, ਲੇਕਿਨ 8-9 ਮਹੀਨੇ ਟਰੰਪ ਐਡਮਿਨਿਸਟ੍ਰੇਸ਼ਨ ਦੇ ਵੇਲੇ ਵੀ ਜੋ ਹੋਇਆ, ਅਮਰੀਕਾ ਤਾਂ ਜਿਹੜਾ ਉਹ ਕੰਧ ਬਣ ਕੇ ਨਾਲ ਖੜਾ ਹੈ। ਅਦਰਵਾਈਜ਼ ਇਜ਼ਰਾਈਲ ਦੀ ਕੀ ਜ਼ਰੂਰਤ ਹੈ ਕਿ ਉਹ ਇਹ ਕਰ ਸਕਦਾ। ਇਸੇ ਤਰ੍ਹਾਂ ਯੂਕਰੇਨ ਵਾਰ ਜਿਹੜੀ ਪ੍ਰੈਜ਼ੀਡੈਂਟ ਟਰੰਪ ਸਮਝਦੇ ਸੀ ਕਿ 24 ਘੰਟੇ ਦੇ ਵਿੱਚ ਉਹ ਨੈਗੋਸ਼ੀਏਟ ਕਰ ਸਕਦੇ ਨੇ ਪੀਸ ਡੀਲ, ਇਹ ਜਿਹੜੀ ਹੈ ਇਹਦੇ ਬਾਵਜੂਦ ਕਿ ਪੁਤਿਨ ਦੇ ਨਾਲ 1-to-1 ਮੀਟਿੰਗ ਵੀ ਅਲਾਸਕਾ ਦੇ ਵਿੱਚ ਹੋਈ। ਹੁਣ ਪਿਛਲੇ ਕੁਝ ਦਿਨ ਪਹਿਲਾਂ 2 ਘੰਟੇ ਦੀ ਗੁਫ਼ਤਗੂ ਵੀ ਹੋਈ, ਇੱਕ ਮੀਟਿੰਗ ਡਿਊ ਸੀ ਪੁਤਿਨ ਔਰ ਟਰੰਪ ਦੀ, ਲੇਕਿਨ ਟਰੰਪ ਨੇ ਇਹ ਕਿਹਾ ਕਿ ਵੇਸਟ ਆਫ ਟਾਈਮ, ਕਿਉਂਕਿ ਗੱਲ ਕਿਸੇ ਕੰਢੇ ਨਹੀਂ ਲੱਗ ਰਹੀ। ਸੋ ਉਸ ਦਾ ਨਤੀਜਾ ਹੈ ਕਿ ਬਈ ਉਹ ਵੀ ਜਿਹੜਾ ਇਹਦਾ ਡੋਲ ਡਰਮ ਹੈ, ਇਹ ਸਾਰਾ ਵੀ ਉਸ ਯੂਕਰੇਨ ਵੀ ਜਿਹੜਾ ਉਹ ਬਰਬਾਦੀ ਦੇ ਰਸਤੇ 'ਤੇ। ਔਰ ਇਸ ਦੇ ਉੱਤੇ ਹੀ ਟਰੰਪ ਨੇ ਥੋੜ੍ਹਾ ਰੂਸ ਨੂੰ, ਜਿਹਨੂੰ ਕੈਰਟ ਐਂਡ ਸਟਿਕ ਪਾਲਿਸੀ ਕਹਿੰਦੇ ਨੇ, ਇੱਕ ਪਾਸੇ ਗਾਜਰ ਦਿਖਾਉਣਾ ਹੁੰਦਾ, ਇੱਕ ਪਾਸੇ ਡੰਡਾ ਹੁੰਦਾ, ਉਹ ਜਿਹੜਾ ਰੂਸ ਦੇ ਉੱਤੇ ਐਡੀਸ਼ਨਲ ਸੈਂਕਸ਼ਨਸ, ਆਰਥਿਕ ਪਾਬੰਦੀਆਂ ਲਾਈਆਂ ਨੇ, ਉਹ ਭਾਰਤ ਨੂੰ ਵੀ ਪ੍ਰਭਾਵਿਤ ਕਰਨਗੀਆਂ। ਆਲਰੇਡੀ ਕਿਵੇਂ ਹੋਏਗਾ ਉਹ ਅਸੀਂ ਦੇਖਾਂਗੇ। ਇਸੇ ਤਰ੍ਹਾਂ ਭਾਰਤ ਪਾਕਿਸਤਾਨ ਟਕਰਾਅ ਦਾ ਜਿਹੜਾ ਪਾਰਟ, ਜਿਹੜਾ ਟਰੰਪ ਆਲਮੋਸਟ 55 ਵਾਰ ਇਸ ਦਾ ਜ਼ਿਕਰ ਕਰ ਚੁੱਕੇ ਨੇ ਕਿ ਵੀ ਉਹਨਾਂ ਨੇ ਉਸ ਨੂੰ ਰੁਕਵਾਇਆ, ਸੀਜ਼ ਫਾਇਰ ਕਰਵਾਇਆ, ਤਬਾਹੀ ਕਰਵਾਈ, ਪਰ ਜੋ ਇਸ ਅੰਦਾਜ਼ ਦੇ ਵਿੱਚ ਭਾਰਤ ਨੇ ਦਹਿਸ਼ਤਗਰਦ ਤਾਲਿਬਾਨ ਰਜੀਮ ਅਫਗਾਨਿਸਤਾਨ ਦੇ ਨਾਲ ਲੁੱਡੀਆਂ ਪਾਈਆਂ ਨੇ। ਔਰ ਇਹ ਵੀ ਆਪਣੇ ਆਪ ਦੇ ਵਿੱਚ ਜਿਹੜਾ ਇਹ ਗੱਲ ਦੱਸਦਾ ਹੈ ਕਿ ਵੀ
ਕੋਈ ਕਿਸੇ ਵੇਲੇ ਵੀ ਇਹ ਭਾਰਤ ਦੇ ਜੰਗਬਾਜ਼ ਔਰ ਦਿਲਵਦੀ ਔਰ ਹਿੰਦੂਤਵਾਦ ਦੇ ਥੱਲੇ ਅਖੰਡ ਭਾਰਤ ਦਾ ਸੁਪਨਾ ਦੇਖਣ ਵਾਲੇ ਕੋਈ ਵੀ ਇਸ ਕਿਸਮ ਦੀ ਕਰਤੂਤ ਕਰ ਸਕਦੇ ਨੇ। ਇਸ ਤੋਂ ਇਲਾਵਾ ਜਿਹੜੀ ਹੈ ਚਾਈਨਾ ਦੇ ਨਾਲ ਜਿਹੜੀ ਔਰ ਕੁੱਲ ਮਿਲਾ ਕੇ ਵੀ ਜਿਹੜੀ ਟੈਰਿਫ ਵਾਰਫੇਅਰ ਹੈ ਜਿਹੜੀ ਸ਼ੁਰੂਆਤ ਕੀਤੀ ਟਰੰਪ ਨੇ, ਉਹ ਬੇਸ਼ੱਕ ਕੁਝ ਡੀਲ ਸਾਈਨ ਹੋਈਆਂ ਨੇ, ਲੇਕਿਨ ਇੱਕ ਗੱਲ ਅਸੀਂ ਦੇਖ ਸਕਦੇ ਹਾਂ ਕਿ ਇਹਨਾਂ ਤਿੰਨਾਂ ਚਾਰੋਂ ਨੁਕਤਿਆਂ ਦੇ ਉੱਤੇ ਪ੍ਰੈਜ਼ੀਡੈਂਟ ਟਰੰਪ ਦੀ ਜਿਹੜੀ ਬਾਡੀ ਲੈਂਗੁਏਜ ਹੈ ਉਹ ਦੱਸਦੀ ਹੈ ਕਿ ਫਰਸਟ੍ਰੇਸ਼ਨ ਦੇ ਵਿੱਚ ਵਾਧਾ ਹੋ ਰਿਹਾ। ਔਰ ਇਸ ਦੇ ਚਲਦਿਆਂ ਹੀ ਅੱਜ ਜਦੋਂ ਇਜ਼ਰਾਈਲੀ ਪਾਰਲੀਮੈਂਟ ਜਿਹਨੂੰ ਕਨੈਸਟ ਕਿਹਾ ਜਾਂਦਾ, ਉਸ ਦੇ ਵਿੱਚ ਜਿਹੜੇ ਉਹਨਾਂ ਦੇ ਹਾਰਡਲਾਈਨਰ ਨੇ ਉਹਨਾਂ ਨੇ ਇੱਕ ਮਤਾ ਲਿਆਂਦਾ ਜਿਹਦੇ 'ਚ ਇੱਕ ਮੈਂਬਰ ਜਿਹੜਾ ਲਿਕੁਇਡ ਪਾਰਟੀ ਨੈਤਨਯਾਹੂ ਦੀ, ਉਹਨੇ ਵੀ ਉਹਨਾਂ ਨੂੰ ਜੁਆਇਨ ਕੀਤਾ ਕਿ ਵੈਸਟ ਬੈਂਕ ਨੂੰ ਪੱਕੇ ਤੌਰ ਤੇ ਇਜ਼ਰਾਈਲ ਦਾ ਹਿੱਸਾ ਬਣਾਇਆ ਜਾਏ। ਕਿਉਂਕਿ ਨੈਤਨਯਾਹੂ ਨੂੰ ਵੀ ਪਤਾ ਹੈ ਵੀ ਇਹਦਾ ਅੰਜਾਮ ਕੀ ਹੋਏਗਾ, ਪਰ ਇਹਨੂੰ ਤੁਸੀਂ ਜਿਵੇਂ ਉਹ ਦੁਆਬੇ ਦੇ ਵਿੱਚ ਝੇਡਾਂ ਕਹਿੰਦੇ ਨੇ, ਸ਼ਰਾਰਤਾਂ ਕਹਿੰਦੇ ਨੇ, ਇਸ ਨੂੰ ਕਿਸੇ ਨੂੰ ਨੀਵਾਂ ਦਿਖਾਣਾ ਕਹਿੰਦੇ ਨੇ, ਜਾਂ ਇਹ ਦੱਸਣਾ ਕਿ ਬਈ ਅਸੀਂ ਜਿਹੜਾ ਦੁੱਧ 'ਚ ਮਿੰਗਣਾ ਭਾਗ ਪਾਉਣੀਆਂ ਹੀ ਪਾਉਣੀਆਂ ਨੇ ਕਿਉਂਕਿ ਸਾਡੀ ਨਸਲ ਦੇ ਹਿੱਸੇ ਆਇਆ ਕਿ ਵੀ ਅਸੀਂ ਉਹ ਮਿੰਗਣਾ ਪਾਉਣੀ ਹੈ। ਜੋ ਕੁਛ ਇਹਨੂੰ ਕਿਸੇ ਵੀ ਕੈਟਾਗਰੀ 'ਚ ਰੱਖਿਆ ਜਾ ਸਕਦਾ, ਪਰ ਇਸ ਦੇ ਉੱਤੇ ਜਦੋਂ ਇਹ ਮਤਾ ਇਹਨੇ ਕੋਈ ਪਾਸ ਨਹੀਂ ਹੋਣਾ, ਲੇਕਿਨ ਇਹ ਆਪਣੇ ਆਪ ਦੇ ਵਿੱਚ ਜਦੋਂ ਕਿ ਇੱਕ ਐਸਾ ਮਾਹੌਲ ਸਿਰਜਿਆ ਜਾ ਰਿਹਾ ਹੈ ਜਿਹਦੇ 'ਚ ਕਿ ਗਜ਼ਾ ਪੀਸ ਅਕੋਰਡ ਜਿਹੜਾ ਇਹ ਸਸਟੇਨ ਕਰੇ, ਉਹਦੇ ਲਈ ਵਾਈਸ ਪ੍ਰੈਜ਼ੀਡੈਂਟ ਮਿਸਟਰ ਵੈਂਸ ਉੱਥੇ ਬੈਠੇ ਹੋਏ ਨੇ, ਸੈਕਟਰੀ ਆਫ ਸਟੇਟ ਮਾਰਕੋ ਰੂਬੀਓ ਹੈ, ਮਿਸਟਰ ਕੁਸ਼ਨਰ ਜਿਹੜੇ ਇਹਨਾਂ ਦਾ ਸਨ ਇਨ ਲਾਅ ਵੀ ਹੈ ਪ੍ਰੈਜ਼ੀਡੈਂਟ ਟਰੰਪ ਦਾ, ਉਹ ਉੱਥੇ ਬੈਠਾ ਹੋਇਆ ਹੈ, ਉਹਨਾਂ ਦਾ ਸਪੈਸ਼ਲ ਐਨਵਾਏ ਮਿਡਲ ਈਸਟ ਦਾ ਉੱਥੇ ਹੈ। ਸੋ ਇਸ ਦੇ ਚਲਦੇ ਆ ਜਿਹੜਾ ਇਸ ਮਤੇ ਦੇ ਆਉਣ ਤੋਂ ਬਾਅਦ ਇੱਕ ਇੰਟਰਵਿਊ ਜਿਹੜਾ ਪ੍ਰੈਜ਼ੀਡੈਂਟ ਟਰੰਪ ਦਾ ਟਾਈਮ ਦੇ ਨਾਲ ਆਇਆ, ਉਹਦੀ ਹੈਡਲਾਈਨ ਹੀ ਇਹ ਦਿੱਤੀ ਹੋਈ ਹੈ ਰਾਇਟਰਸ ਨਿਊਜ਼ ਏਜੰਸੀ ਨੇ, ਟਰੰਪ ਟੂ ਪੁੱਲ US ਸਪੋਰਟ ਇਫ ਇਜ਼ਰਾਈਲ ਐਨੈਕਸਿਸ ਵੈਸਟ ਬੈਂਕ। ਉਹਨਾਂ ਨੇ ਟਾਈਮ ਮੈਗਜ਼ੀਨ ਨੂੰ ਕਿਹਾ ਕਿ ਵੀ ਜੇ ਇਜ਼ਰਾਈਲ ਨੇ ਇਹ ਉਹਨੂੰ ਐਨੈਕਸ ਕੀਤਾ ਵੈਸਟ ਬੈਂਕ ਤੇ ਅਸੀਂ ਆਪਣੀ ਜਿਹੜੀ ਹਮਾਇਤ ਹੈ ਉਹ ਇਜ਼ਰਾਈਲ ਤੋਂ ਵਾਪਸ ਲੈ ਲਾਂਗੇ। ਫਿਰ ਈਵਨ ਵਾਈਸ ਪ੍ਰੈਜ਼ੀਡੈਂਟ ਵੈਂਸ ਨੇ ਇਸ ਦੇ ਉੱਤੇ ਸਖਤ ਲਾਈਨ ਲਈ ਹੈ। ਵੈਂਸ ਕ੍ਰਿਟਿਸਾਈਜ਼ਸ ਇਜ਼ਰਾਈਲਸ ਪਾਰਲੀਮੈਂਟ ਵੋਟ ਔਨ ਵੈਸਟ ਬੈਂਕ ਐਨੈਕਸੇਸ਼ਨ, ਸੇਜ਼ ਮੂਵ ਵਾਜ਼ ਇਨਸਲਟ, ਕਿ ਵੀ ਇਹ ਇਸ ਕਿਸਮ ਦਾ ਈਵਨ ਮਤਾ ਲਿਆਣਾ ਵੀ ਇਜ਼ਰਾਈਲੀ ਕਨੈਸਟ ਦੇ ਵਿੱਚ ਜਿਹੜਾ ਹੈ ਉਹ ਸਾਡੀ ਇਨਸਲਟ ਹੈ, ਕਿਉਂਕਿ ਅਸੀਂ ਪੀਸ ਅਕੋਰਡ ਨੂੰ ਜਿਹੜਾ ਹੈ ਉਹ ਇੰਪਲੀਮੈਂਟ ਹੁੰਦਾ ਦੇਖਣਾ ਚਾਹੁੰਦੇ। ਇਹੀ ਗੱਲ ਸੈਕਟਰੀ ਆਫ ਸਟੇਟ ਰੂਬੀਓ ਨੇ ਕਹੀ ਔਰ ਰਾਇਟਰਸ ਦੀ ਹੀ ਇਹ ਖਬਰ ਹੈ। ਸੈਕਟਰੀ ਆਫ ਸਟੇਟ ਰੂਬੀਓ ਵਾਰਨਸ ਵੈਸਟ ਬੈਂਕ ਐਨੈਕਸੇਸ਼ਨ ਕੁਡ ਐਂਡੇਂਜਰ ਟਰੰਪਸ ਗਾਜ਼ਾ ਪਲਾਨ, ਕਿ ਵੀ ਜੇ ਇਸ ਦੇ ਉੱਤੇ ਕੋਈ ਅੱਗੇ ਫਰਦਰ ਕੋਈ ਕਾਰਵਾਈ ਹੋਈ ਤੇ ਇਹ ਜਿਹੜਾ ਇਹ ਸਾਰੇ ਨੂੰ ਫਰਦਰ ਨੁਕਸਾਨ ਕਰ ਸਕਦਾ। ਸੋ ਇੱਕ ਪਾਸੇ ਤਾਂ ਇਹ ਮਨਮਾਨੀਆਂ ਚੱਲ ਰਹੀਆਂ ਨੇ, ਨਾਲ ਹੀ ਕਿਉਂਕਿ ਇਹਦਾ ਜਿਹੜਾ ਸੈਕੰਡ ਫੇਜ਼ ਹੋਣਾ ਹੈ ਇਸ ਪੀਸ ਅਕੋਰਡ ਦਾ, ਜਦੋਂ ਸਭ ਵਾਪਸ ਹੋ ਜਾਂਦਾ ਹੈ, ਹੁਣ ਤਾਂ ਡੈਡ ਬਾਡੀਜ਼ ਦੇਣ ਦਾ ਹੀ ਹੈ, ਇੱਕ ਅੱਧਾ ਬੜਾ ਜਿਹਨੂੰ ਖੂੰਖਾਰ, ਭਾਵੇਂ ਉਹਦਾ ਸੰਬੰਧ ਹਮਾਸ ਨਾਲ ਨਹੀਂ ਹੈ, PLO ਨਾਲ ਹੈ, ਉਹਦੇ ਪ੍ਰਿਜ਼ਨਰ ਨੂੰ ਵੀ ਛੱਡਣਾ ਹੈ ਇਜ਼ਰਾਈਲ ਨੇ। ਉਸ ਤੋਂ ਬਾਅਦ ਜਿਹੜਾ ਇੱਕ ਸਭ ਤੋਂ ਕ੍ਰੂਸ਼ਲ ਸਟੈਪ ਉਹ ਉੱਥੇ ਮੈਨੇਜਮੈਂਟ ਕੀ ਹੋਏਗੀ, ਉਹਦੇ 'ਚ ਜ਼ਾਹਰ ਹੈ ਕਿ ਪ੍ਰੈਜ਼ੀਡੈਂਟ ਟਰੰਪ ਕਾਊਂਟ ਕਰਦੇ ਨੇ ਮੁਸਲਮਾਨ ਦੇਸ਼ਾਂ ਦੀ ਫੌਜ ਦੇ ਉੱਤੇ, ਜਿਨ੍ਹਾਂ ਦੇ ਵਿੱਚ ਸਾਊਦੀ ਅਰੇਬੀਆ, ਇੰਡੋਨੇਸ਼ੀਆ, ਕਤਰ, ਤੁਰਕੀ, ਪਾਕਿਸਤਾਨ, ਇਹਨਾਂ ਸਾਰਿਆਂ ਦੇ ਨਾਂ, ਕਿਉਂਕਿ ਇਹ ਜਿਨ੍ਹਾਂ ਦੇ ਨਾਲ 9 ਹੈਡ ਆਫ ਸਟੇਟ, ਪ੍ਰਾਈਮ ਮਿਨਿਸਟਰਸ ਔਰ ਦੂਜਿਆਂ ਨਾਲ ਟਰੰਪ ਨੇ ਗਜ਼ਾ ਪੀਸ ਪਲਾਨ ਡਿਸਕਸ ਕੀਤੀ ਸੀ, ਉਦੋਂ ਇਹ ਸੀ ਕਿ ਵੀ ਬਜਾਏ ਕਿ ਉੱਥੇ 200 ਦੇ ਕਰੀਬ ਅਮਰੀਕਨ ਸੋਲਜਰ ਓਵਰਸੀ ਕਰਨਗੇ ਉਸ ਨੂੰ, ਲੇਕਿਨ ਜਿਹੜੀ ਫੌਜ ਹੈ ਉਹ ਇਸਲਾਮਿਕ ਮੁਲਕਾਂ ਦੀ ਹੋਏਗੀ ਔਰ ਹਮਾਸ ਨੂੰ ਡਿਸਆਰਮ ਕਰਨਾ, ਉਹਨਾਂ ਤੋਂ ਹਥਿਆਰ ਲੈਣ, ਜਿਹੜਾ ਸਭ ਤੋਂ ਔਖਾ ਕੰਮ ਹੋਏਗਾ। ਜੇ ਤੱਕ ਹਮਾਸ ਨੇ ਆਪਣੇ ਜਿਹਨੂੰ ਕਹਿੰਦੇ ਨੇ ਕਾਰਡ ਖੋਲੇ ਨਹੀਂ ਹੈ ਵੀ ਉਹ ਡਿਸਆਰਮ ਹੋਣਗੇ ਜਾਂ ਨਹੀਂ ਹੋਣਗੇ, ਲੇਕਿਨ ਇਸ ਤੋਂ ਪਹਿਲਾਂ ਹੀ ਨੈਤਨਯਾਹੂ ਕਿਉਂਕਿ ਸਾਬੋਤਾਜ ਕਰਨਾ ਚਾਹੁੰਦਾ ਹੈ ਸਾਰਿਆਂ ਨੂੰ, ਉਹਨੇ ਕਿਹਾ ਜੀ ਮੈਂ ਤੁਰਕੀ ਦੇ ਜਿਹੜੀ ਫੌਜ ਹੈ ਉਹਨੂੰ ਇੱਥੇ ਨਹੀਂ ਦੇਖ ਸਕਦਾ। ਉਹ ਹਿਸਟੋਰੀਕਲ ਰੀਜ਼ਨ ਨੇ, ਹਾਲਾਂਕਿ ਤੁਰਕੀ ਸਭ ਤੋਂ ਪਹਿਲਾਂ ਮੁਸਲਿਮ ਮੁਲਕ 1948 'ਚ ਸੀ ਜਿਹਨੇ ਇਜ਼ਰਾਈਲ ਨੂੰ ਰੈਕਗਨਾਈਜ਼ ਕੀਤਾ ਸੀ, ਔਰ ਇਹ ਹੁਣ ਤੱਕ ਅਰਦੋਗਾਨ ਦੇ ਪੀਰੀਅਡ ਦੇ ਦੂਜੇ ਫੇਜ਼ 'ਚ ਹਾਲਾਤ ਖਰਾਬ ਹੋਏ ਨੇ। ਸੋ ਇੱਕ ਪਾਸੇ ਇਹ ਪਾਰਟ ਚੱਲ ਰਿਹਾ ਹੈ, ਔਰ ਜਿਵੇਂ ਅਸੀਂ ਦੇਖਦੇ ਹਾਂ ਕਿ ਜਿਹੜੀਆਂ ਕੌਮਾਂ ਜਿਉਂਦੀਆਂ ਹੁੰਦੀਆਂ ਨੇ, ਔਰ ਮੈਂ ਇਸ ਲਈ ਕਹਿ ਰਿਹਾ ਕਿ ਇੱਕ ਪਾਸੇ ਨੈਤਨਯਾਹੂ ਜੋ ਕਰ ਰਿਹਾ ਹੈ ਯਹੂਦੀਆਂ ਨੂੰ
ਸਿਰਫ ਨੇਤਨਯਾਹੂ ਦੇ ਲੈਂਸ ਦੇ ਨਾਲ ਨਹੀਂ ਦੇਖਣਾ ਚਾਹੀਦਾ। ਜਿਸ ਹੱਦ ਤੱਕ ਜਾ ਕੇ ਅਮਰੀਕਾ ਦੇ ਵਿੱਚ 60% ਇਹ ਜਿਹੜੀ ਕ੍ਰੈਡੀਬਲ ਪੋਲ ਹੈ ਅਮਰੀਕਾ ਦੇ 60% ਅਮਰੀਕਾ ਦੇ ਯਹੂਦੀ ਕਹਿੰਦੇ ਨੇ ਕਿ ਨੇਤਨਯਾਹੂ ਜੈਨੋਸਾਈਡ ਕਰ ਰਿਹਾ, ਵਾਰ ਕ੍ਰਿਮੀਨਲ ਹੈ, ਸਾਡਾ ਕੋਈ ਲਾਗਾ ਦੇਗਾ ਨਹੀਂ। ਹੁਣ ਅਸੀਂ ਨਿਊਯਾਰਕ ਦੇ ਮੇਅਰ ਦੀ ਇਲੈਕਸ਼ਨ ਹੋਣ ਜਾ ਰਹੀ ਹੈ ਔਰ ਮਮਦਾਨੀ ਦਾ ਅਸੀਂ ਜ਼ੋਰਾਨ ਮਮਦਾਨੀ ਦਾ ਜ਼ਿਕਰ ਕੀਤਾ ਸੀ ਕੱਲ, ਬੜੀ ਲਾਈਵਲੀ ਡਿਬੇਟ ਹੋਈ ਤਿੰਨਾਂ ਦੇ ਵਿੱਚ ਹੀ, ਕਿਊਮੋ ਔਰ ਮਮਦਾਨੀ ਔਰ ਥਰਡ ਜਿਹੜਾ ਰਿਪਬਲਿਕਨ ਕੈਂਡੀਡੇਟ ਹੈ ਇੱਥੇ ਬੜਾ ਪਪੂਲਰ ਰੇਡੀਓ ਟਾਕ ਸ਼ੋਅ ਦੇ ਉੱਤੇ ਲਾਲ ਟੋਪੀ ਹੁੰਦੀ, ਉਹਦੀ ਐਕਸਟ੍ਰੀਮ ਰਿਪਬਲਿਕਨ ਲਾਈਨ ਹੁੰਦੀ ਹੈ। ਹਾਲਾਂ ਉਹਨੂੰ ਵਿਦਡਰਾ ਕਰਵਾਉਣਾ ਚਾਹੁੰਦੇ ਨੇ ਲੇਕਿਨ ਉਹ ਕਹਿੰਦਾ ਵੀ ਨਹੀਂ ਮੈਂ ਵਿੱਚ ਅੜਿਆ। ਹੁਣ ਮਮਦਾਨੀ ਨੇ ਇਹ ਇਸ ਤੋਂ ਪਹਿਲਾਂ ਜਿਹੜੀ ਇੱਕ ਮੀਡੀਆ ਐਕਸਪੋਜ਼ਰ ਹੋਇਆ ਉਹਦੇ 'ਚ ਕਲੀਅਰਲੀ ਕਿਹਾ ਸੀ ਵੀ ਜੇ ਨੇਤਨਯਾਹੂ ਤੇ ਮੋਦੀ ਇਹ ਨਿਊਯਾਰਕ ਆਏ ਤਾਂ ਮੈਂ ਇਹਨਾਂ ਨੂੰ ਗ੍ਰਿਫਤਾਰ ਕਰਾਂਗਾ, ਇਹ ਵਾਰ ਕ੍ਰਿਮੀਨਲ ਨੇ। ਹੁਣ ਨਿਊਯਾਰਕ ਦੇ ਵਿੱਚ ਬਹੁਤ ਵੱਡੀ ਪਾਪੂਲੇਸ਼ਨ ਯਹੂਦੀਆਂ ਦੀ ਹੈ, ਬਰੁਕਲਿਨ ਭਰਿਆ ਹੋਇਆ ਉਹਨਾਂ ਦੇ ਨਾਲ। ਲੇਕਿਨ ਜਦੋਂ ਮੈਂ ਇਹ ਕਹਿੰਦਾ ਵੀ ਜਿਹੜੀਆਂ ਕੌਮਾਂ ਦੇ ਵਿੱਚ ਆਪਣੇ ਕਿਸੇ ਗਲਤ ਬੰਦੇ ਨੂੰ ਚੈਲੰਜ ਕਰਨ ਦੀ ਹਿੰਮਤ ਹੁੰਦੀ ਹੈ ਉਹ ਫਿਰ ਸਰਵਾਈਵ ਵੀ ਕਰਦੀਆਂ ਨੇ। ਔਰ ਨਿਊਯਾਰਕ ਬਰੁਕਲਿਨ ਦੇ ਯਹੂਦੀਆਂ ਤੋਂ ਲੈ ਕੇ ਓਵਰਆਲ ਮੈਕਸਿਮਮ ਜਿਹੜੀ ਸਪੋਰਟ ਹੈ ਮਮਦਾਨੀ ਨੂੰ ਉਹ ਇਸ ਸੈਗਮੈਂਟ 'ਚੋਂ ਹੈ, ਕਿਉਂਕਿ ਉਹ ਸਮਝਦੇ ਨੇ, ਹਾਲਾਂ ਉਹ ਬਹੁਤ ਪ੍ਰੈਕਟਿਸਿੰਗ ਆਰਥੋਡਾਕਸ ਯਹੂਦੀ ਨੇ, ਉਹਨਾਂ ਦਾ ਪਹਿਰਾਵਾ ਵੀ, ਉਹ ਮੋਬਾਈਲ ਫੋਨ ਵੀ ਨਹੀਂ ਕੈਰੀ ਕਰਦੇ, ਉਹ ਵਨ ਟਾਈਪ ਹੀ ਹੁੰਦਾ ਜਿਹੜਾ ਤੁਹਾਨੂੰ ਸਿਰਫ ਕਾਲ ਆਉਂਦੀ ਹੈ, ਔਰ ਉਹਨਾਂ ਪਾਰਟ ਔਰ ਹੋਰ ਵੀ ਬਹੁਤ ਸਾਰੇ ਉਹਨਾਂ ਦੇ ਜਿਹੜੇ। ਲੇਕਿਨ ਇਸ ਮੁੱਦੇ ਦੇ ਉੱਤੇ ਉਹ ਬਿਲਕੁਲ ਕਲੀਅਰ ਨੇ ਕਿ ਨੇਤਨਯਾਹੂ ਜਿਹੜਾ ਉਹ ਜੈਨੋਸਾਈਡ ਕਰ ਰਿਹਾ। ਇਹ ਬਹੁਤ ਵੱਡੀ ਗੱਲ ਹੁੰਦੀ ਹੈ ਕਿ ਵੀ ਜਦੋਂ ਵਿਦਿਨ ਔਰ ਜਦੋਂ ਅਸੀਂ ਜੂਨ 84 ਦੇ ਘੱਲੂਘਾਰੇ ਜਾਂ ਨਵੰਬਰ 84 ਦੀ ਸਿੱਖ ਨਸਲਕੁਸ਼ੀ ਜਾਂ ਉਸ ਤੋਂ ਬਾਅਦ ਦੇ ਪੀਰੀਅਡ ਬਾਰੇ ਦੇਖਦੇ ਹਾਂ, ਹਕੂਮਤ ਕੀ ਕਰਦੀ ਹੈ, ਇੰਦਰਾ ਗਾਂਧੀ ਨੇ ਕੀ ਕੀਤਾ, ਉਹਨੇ ਵੋਟਾਂ ਲੈਣੀਆਂ ਸੀ, ਉਹਨੇ ਸਿੱਖਾਂ ਨੂੰ ਸਬਕ ਸਿਖਾਉਣਾ ਸੀ, ਉਹ ਗੰਗੂ ਬਾਹਮਣ ਦੀ ਖਾਨਦਾਨੀ 'ਚੋਂ ਸਿੱਖਾਂ ਤੋਂ ਬਦਲਾ ਲੈਣਾ ਸੀ। ਇਹ ਇੱਕ ਵੱਖਰੀ ਡਿਬੇਟ ਹੈ। ਗੱਲ ਦੇਖਣ ਵਾਲੀ ਇਹ ਹੈ ਕਿ ਬਾਕੀ ਸਾਰੇ ਮੁਲਕ 'ਚੋਂ 1 ਬਿਲੀਅਨ 400 ਮਿਲੀਅਨ ਅੱਜ ਉਹਨਾਂ ਦੀ ਆਬਾਦੀ ਹੈ, ਕਿੰਨਿਆਂ ਨੇ ਇੰਦਰਾ ਗਾਂਧੀ ਦੇ ਉਸ ਜੂਨ 84 ਦੇ ਹਮਲੇ ਦਾ ਵਿਰੋਧ, ਤੁਸੀਂ ਉਂਗਲਾਂ ਤਾਂ ਵੀ ਨਹੀਂ ਗਿਣ ਸਕਦੇ। ਨਵੰਬਰ 84 ਦੀ ਨਸਲਕੁਸ਼ੀ, ਉਸ ਦੇ ਉੱਤੇ ਉਹਨਾਂ ਦਾ ਹੀ ਚਮਚਾ ਖੁਸ਼ਵੰਤ ਸਿੰਘ ਜਿਹਨੂੰ ਰਾਜ ਸਭਾ ਮੈਂਬਰ ਇੰਦਰਾ ਗਾਂਧੀ ਨੇ ਬਣਾਇਆ ਸੀ, ਉਹ ਖੁਦ ਲਿਖਦਾ ਹੈ ਵੀ ਨਵੰਬਰ 84 ਵਾਪਰਿਆ, ਉਹਨੇ ਭੱਜ ਕੇ ਜਾ ਕੇ ਨਾਰਵੇ ਦੀ ਐਮਬੈਸੀ ਕੇ ਕਿਤੇ ਸ਼ਰਨ ਲਈ ਸੀ। ਔਰ ਜਦੋਂ ਕਿਉਂਕਿ ਮੈਂਬਰ ਸੀ ਰਾਜ ਸਭਾ, ਹਾਲਾਤ ਉਹਦਾ ਜਿਹੜਾ ਰਾਜੀਵ ਗਾਂਧੀ ਦੇ ਵੇਲੇ, ਉਹਨੇ ਕਿਹਾ ਕਿ ਵੀ ਮੈਂ ਕੋਸ਼ਿਸ਼ ਕੀਤੀ ਕਿ ਇੱਕ ਮਤਾ ਲਿਆਂਦਾ ਜਾਏ ਜਿਹਦੇ 'ਚ ਕੰਡੈਮ ਕੀਤਾ ਜਾਏ ਜਿਹੜੀ ਨਸਲਕੁਸ਼ੀ ਸਿੱਖਾਂ ਦੀ ਹੋਈ ਹੈ। ਮੈਨੂੰ ਇੱਕ ਵੀ ਹੋਰ ਰਾਜ ਸਭਾ ਮੈਂਬਰ ਨਹੀਂ ਮਿਲਿਆ। ਹੁਣ ਉਹੀ ਸਿੱਖ ਕੌਮ ਜਿਹੜੀ ਜਦੋਂ ਇੰਦਰਾ ਗਾਂਧੀ ਐਮਰਜੈਂਸੀ ਲਾਉਂਦੀ ਹੈ ਪੰਜਾਬ 'ਚ, ਹਾਲਾਂ ਉਹਦੇ 'ਚ ਢਿੱਲ ਸੀਗੀ, ਸਭ ਤੋਂ ਮੂਹਰੇ ਹੋ ਕੇ ਜਿਹੜੇ ਆ ਉਹ ਉਹਨਾਂ ਨੇ ਗ੍ਰਿਫਤਾਰੀਆਂ ਦਿੱਤੀਆਂ, ਮੋਰਚਾ ਲਾਇਆ, 40,000 ਤੋਂ ਜ਼ਿਆਦਾ ਜੇਲ੍ਹਾਂ ਦੇ ਵਿੱਚ ਗਏ। ਲੇਕਿਨ ਜਦੋਂ ਸਿੱਖ ਕੌਮ ਦੇ ਉੱਤੇ ਮੁਸੀਬਤਾਂ ਦਾ ਪਹਾੜ, ਟੋਟਲ ਵਾਰ ਉਹਨਾਂ ਦੇ ਉੱਤੇ ਸੁੱਟੀ ਗਈ, 1-2 ਸ਼ਖਸੀਅਤਾਂ ਜਿਨ੍ਹਾਂ ਦੇ ਆਪਣੇ ਰੀਜ਼ਨ ਸੀ, ਉਹਨਾਂ ਤੋਂ ਬਿਨਾਂ ਨਾ ਕੋਈ ਜੂਨ 84 ਨਾ ਨਵੰਬਰ 84। ਫਿਰ ਗੱਲ ਜੇ ਇਹ ਵੀ ਹੋਏ ਜੀ ਉਹ ਤਾਂ ਕਾਂਗਰਸ ਨੇ ਕੀਤਾ, ਉਹਨਾਂ ਨੇ ਕੀਤਾ। ਹੁਣ ਨਵੰਬਰ 84 ਤੋਂ ਅਸੀਂ 2025 'ਚ ਗੱਲ ਕਰ ਰਹੇ ਹਾਂ, ਨਵੰਬਰ ਫਿਰ ਆ ਗਿਆ, 41 ਸਾਲ ਜਿਹੜੇ 42 ਸਾਲ ਹੋ ਜਾਣੇ ਨੇ। ਦਰਜਨ ਤੋਂ ਜ਼ਿਆਦਾ ਹਕੂਮਤਾਂ ਬਦਲੀਆਂ, ਮੋਦੀ ਦੀ ਤੀਸਰੀ ਟਰਮ ਹੈ, ਪਰ ਜਸਟਿਸ ਕਿੱਥੇ ਹੈ, ਇਨਸਾਫ ਕਿੱਥੇ ਹੈ? ਜੇ ਇੱਕ ਵੀ ਉਹਨਾਂ ਚੋਂ, ਔਰ ਉਸ ਦੌਰ 'ਚ 2 ਵਾਰ ਤਾਂ ਪੱਗ ਵਾਲੇ ਨੂੰ ਵੀ ਲਿਆ ਕੇ ਬਿਠਾਇਆ, ਉਹ ਤਾਂ ਜਗਦੀਸ਼ ਟਾਈਟਲਰ ਦਾ ਜਿਹੜਾ ਰਿਜ਼ਾਈਨ ਲੈਣ ਤੱਕ ਨੂੰ ਜਿਹੜਾ ਉਹਦੇ ਤੇ ਪ੍ਰੈਸ਼ਰ ਸੀ ਕਿ ਨਾ ਰਿਜ਼ਾਈਨ ਕਰੇ ਟਾਈਟਲ। ਸੋ ਜਦੋਂ ਇਹ ਮਾਹੌਲ ਹੁੰਦੇ ਨੇ, ਐਸੇ ਨੇਸ਼ਨ, ਐਸੀਆਂ ਕੌਮਾਂ ਡੂਮਸ ਟੂ ਫੇਲਿਅਰ ਹੁੰਦੀਆਂ ਨੇ ਜਾਂ ਡੂਮ ਟੂ ਡਾਈ ਹੁੰਦੀਆਂ ਨੇ। ਔਰ ਮੈਂ ਜਿਹੜਾ ਔਰ ਅਸੀਂ ਸ਼ੁਕਰਗੁਜ਼ਾਰ ਹਾਂ ਸਾਡੇ ਮਿੱਤਰ ਮਲਕ ਸਾਹਿਬ ਜਿਹੜੇ ਖੁਦ ਵੀ ਕਿਸੇ ਵੇਲੇ ਬੜਾ ਪਪੂਲਰ ਇੱਥੋਂ ਪਬਲੀਕੇਸ਼ਨ ਵੀ ਕੱਢਦੇ ਰਹੇ ਔਰ ਅਦਰਵਾਈਜ਼ ਪੂਰੇ ਸਜਗ ਹੁੰਦੇ ਨੇ। ਉਹਨਾਂ ਨੇ ਸਾਨੂੰ ਗਾਰਡੀਅਨ ਦੀ ਸਟੋਰੀ ਭੇਜੀ ਹੈ ਜਿਹੜੀ ਜਿਹਦੇ 'ਚ ਮਿਸਟਰ ਜੋਸਫ ਗੈਡੀਅਨ ਇਸ ਦੇ ਜਿਹੜੇ ਨੇ ਲਿਖਾਰੀ ਨੇ, ਔਰ ਉਹਨਾਂ ਨੇ ਇਹ ਸਟੋਰੀ ਕੀਤੀ ਹੈ ਕਿ 450 ਦੇ ਕਰੀਬ, ਜ਼ਿਆਦਾ 450 ਤੋਂ ਪ੍ਰੋਮੀਨੈਂਟ ਜੂਇਸ਼ ਪਰਸਨੈਲਿਟੀਜ਼ ਦੁਨੀਆ ਦੀਆਂ, ਜਿਨ੍ਹਾਂ ਦੇ ਵਿੱਚ ਪ੍ਰਮੁੱਖ ਰਾਈਟਰ ਨੇ, ਆਸਕਰ ਅਵਾਰਡ ਵਿਨਰ ਨੇ, ਮੈਂ ਤਾਂ ਬਹੁਤਿਆਂ ਦੇ ਨਾਮ ਵੀ ਨਹੀਂ ਸੁਣੇ ਹੋਏ, ਲੇਕਿਨ ਦੇ ਆਰ ਵੈਰੀ ਡਿਸਟਿੰਗੁਇਸ਼ਡ ਪੀਪਲ। ਉਹਨਾਂ ਨੇ ਜਿਹੜਾ ਲੈਟਰ ਲਿਖਿਆ UN ਨੂੰ ਔਰ ਵਰਲਡ ਲੀਡਰਸ ਨੂੰ ਐਡਰੈਸ ਕੀਤਾ ਹੈ ਕਿ ਵੀ ਜੋ ਇਜ਼ਰਾਈਲ ਕਰ ਰਿਹਾ ਗਜ਼ਾ ਦੇ ਵਿੱਚ
ਉਹ ਵਾਰ ਕ੍ਰਾਈਮ ਨੇ ਔਰ ਜੈਨੋਸਾਈਡ ਹੈ ਔਰ ਉਹਦੇ ਲਈ ਅਕਾਊਂਟੇਬਿਲਟੀ ਹੋਏ। ਮੈਨੂੰ ਲੱਗਾ ਵੀ ਵਾਹ, ਇਹ ਹੈ। ਇਹਨੂੰ ਤੁਸੀਂ ਜਦੋਂ ਵੀ ਕਿਸੇ ਸਟਰਗਲ ਦੇ ਵਿੱਚ ਅਸੀਂ ਦੇਖਦੇ ਹਾਂ ਤੇ ਜਦੋਂ ਦੂਸਰੇ ਪਾਸਿਓਂ ਸਪੋਰਟ ਆਉਂਦੀ ਹੈ, ਭਾਵੇਂ ਪਹਿਲਾਂ ਤਾਂ ਆਪਣੀ ਕਮਿਊਨਿਟੀ ਦੀ ਹੁੰਦੀ ਹੈ, ਫਿਰ ਦੂਸਰੇ ਹੁੰਦੇ, ਉਹਨੂੰ ਸੌਫਟ ਪਾਵਰ ਕਿਹਾ ਜਾਂਦਾ। ਇਹ ਆਪਣੇ ਆਪ ਦੇ ਵਿੱਚ ਸ਼ੋਅ ਕਰਦਾ ਹੈ ਕਿ ਭਾਈ ਦੁਨੀਆ ਦੇ ਵਿੱਚ ਜਿਵੇਂ ਸਾਡੀ ਕਿਸਾਨੀ ਮੂਵਮੈਂਟ ਚੱਲੀ 3 ਖੇਤੀ ਕਾਨੂੰਨ ਵਾਪਸ ਲੈਣ ਵੇਲੇ, ਉਦੋਂ ਅਸੀਂ ਦੇਖਿਆ ਕਿ ਭਾਈ ਉਹਦੇ 'ਚ ਵਰਲਡ ਲੈਵਲ ਦੇ ਕੁਝ ਪੌਪ ਸਿੰਗਰ ਵੀ, ਉਹਨਾਂ ਦੇ ਵਿੱਚ ਐਨਵਾਇਰਨਮੈਂਟਲਿਸਟ ਬੀਬੀ ਜਿਹੜੀ ਹੁਣ ਵੀ 40 ਤੋਂ ਜ਼ਿਆਦਾ ਸ਼ਿਪਸ ਦਾ ਫਲੋਟੀਲਾ ਲੈ ਕੇ ਗਜ਼ਾ ਗਈ, ਉਹਦਾ ਕੀ ਨਾਂ ਹੈ, ਗੁਨਸਬਰਗ ਜਾਂ ਕੁਛ ਇਸ ਕਿਸਮ ਦਾ, 16-17 ਸਾਲਾਂ ਦੀ, ਉਹਨੇ ਸਪੋਰਟ ਥਰੂ ਕੀਤਾ, ਹੋਰਨਾਂ ਨੇ ਕੀਤਾ। ਔਰ ਇਹਨਾਂ ਨੇ ਇੰਡੀਆ ਨੂੰ, ਉਹਨਾਂ ਨੂੰ ਵਕਤ ਪੈ ਗਿਆ ਕਿ ਬਈ ਇਹ ਬਾਹਰਲੇ ਲੋਕ, ਔਰ ਜ਼ਾਹਰ ਹੈ ਪੋਲੀਟੀਕਲੀ ਜਸਟਿਨ ਟਰੂਡੋ ਨੇ ਕੀਤਾ ਹੈ, ਆਸਟ੍ਰੇਲੀਆ 'ਚੋਂ ਹੋਇਆ, ਐਮਪੀਜ਼ ਬੋਲੇ, ਦੂਸਰੇ ਬੋਲੇ। ਪਰ ਇਹ ਤੁਹਾਡੀ ਫਿਰ ਜਦੋਂ ਕਾਜ਼ ਤੁਹਾਡਾ ਹੋਏ ਔਰ ਤੁਸੀਂ ਹੌਲੀ ਆਪਣੀ ਇੱਕ ਇੰਨੀ ਕੁ ਗੁੱਡਵਿਲ ਬਿਲਟ ਕੀਤੀ ਹੋਈ ਹੈ, ਔਰ ਅਸੀਂ ਦੇਖਦੇ ਹਾਂ ਜੇ ਹੁਣ US ਕਾਂਗਰਸ ਗੁਰੂ ਤੇਗ ਬਹਾਦਰ ਸਾਹਿਬ ਦੀ ਸ਼ਹਾਦਤ ਨੂੰ ਰੈਕਗਨਾਈਜ਼ ਕੀਤਾ ਜਾਂਦਾ ਹੈ, ਕਿਤੇ ਹੋਰ ਧੱਕਾ ਹੁੰਦਾ ਹੈ, ਬਾਹਰਲਾ ਕੋਈ ਬੋਲਦਾ ਹੈ, ਇਹ ਤੁਹਾਡੀ ਸੌਫਟ ਪਾਵਰ ਹੈ ਜਿਹੜੀ ਓਵਰ ਏ ਪੀਰੀਅਡ ਆਫ ਟਾਈਮ ਬਿਲਟ ਕੀਤੀ ਹੈ। ਔਰ ਇਹ ਸਟੋਰੀ 'ਚ ਇਹ ਹੈ ਕਿ ਭਾਈ ਜਿਹੜੇ 450 ਤੋਂ ਜ਼ਿਆਦਾ ਜਿਹੜੇ ਡਿਗਨਿਟਰੀ, ਜਿਨ੍ਹਾਂ 'ਚ ਇਜ਼ਰਾਈਲ ਦੇ ਆਫੀਸ਼ੀਅਲ ਰਹੇ ਲੋਕ ਨੇ, ਆਸਕਰ ਅਵਾਰਡ ਵਿਨਰ ਨੇ, ਬੜੇ ਆਥਰ ਨੇ, ਇੰਟੈਲੈਕਚੁਅਲ ਨੇ, ਉਹਨਾਂ ਨੇ ਓਪਨ ਲੈਟਰ ਲਿਖਿਆ ਹੈ ਜਿਹਦੇ 'ਚ ਉਹਨਾਂ ਨੇ ਕਿਹਾ ਵੀ ਜੋ ਇਜ਼ਰਾਈਲ ਕਰ ਰਿਹਾ ਗਜ਼ਾ 'ਚ ਉਹਦੀ ਅਕਾਊਂਟੇਬਿਲਟੀ ਹੋਣੀ ਚਾਹੀਦੀ ਹੈ, ਔਰ ਜੋ ਵੈਸਟ ਬੈਂਕ ਔਰ ਈਸਟ ਜੈਰੂਸ਼ਲਮ 'ਚ ਵੀ ਹੈ ਉਹਦੇ ਲਈ ਉਹਨੂੰ ਜਵਾਬਦੇਹ ਬਣਾਇਆ ਜਾਣਾ ਚਾਹੀਦਾ। ਕਿਉਂਕਿ ਯੂਰਪੀਅਨ ਯੂਨੀਅਨ ਲੀਡਰਸ ਬ੍ਰਸਲਸ ਦੇ ਵਿੱਚ ਜਿਹੜੀ ਉਹਨਾਂ ਦੀ ਮੀਟਿੰਗ ਸੀ ਉਸ ਤੋਂ ਠੀਕ ਪਹਿਲਾਂ ਇਹ ਉਹਨਾਂ ਨੇ ਇਹ ਕਿਹਾ ਕਿ ਭਾਈ ਜਿਹੜੀਆਂ ਸੈਂਕਸ਼ਨਸ ਇਹਨਾਂ ਦੇ ਉੱਤੇ, ਇਜ਼ਰਾਈਲ ਦੇ ਉੱਤੇ ਲਾਈਆਂ ਜਾਣ। ਔਰ ਉਹਦੇ 'ਚ ਉਹਨਾਂ ਨੇ ਕਿਹਾ ਕਿ ਵੀ ਹੈਵ ਨਾਟ ਫॉरगॉटन that so many of the laws, charters and conventions established to safeguard and protect all human life were created in response to the Holocaust, the signatories' right. Those safeguards have been relentlessly violated by Israel. ਹੁਣ ਇਹ ਉਹ ਨੇ ਜਾਗਰੂਕ ਯਹੂਦੀ ਕੌਨਸ਼ੀਅੰਸ ਵਾਲੇ ਕਿ ਜਿਹੜੀਆਂ ਕਨਵੈਨਸ਼ਨਸ ਬਣੀਆਂ ਜਾਂ ਜਿਹੜਾ ਇਹ ਨਾਰਾ ਵੀ ਦੁਨੀਆ 'ਚ ਹੋਲੋਕਾਸਟ ਦੀ ਜਦੋਂ ਵਿਕਟਮਸ ਦੀ ਕਹਾਣੀ ਸਾਹਮਣੇ ਆਈ, ਆਸਟ੍ਰਿਚ ਕੈਂਪ, ਕੰਸਨਟ੍ਰੇਸ਼ਨ ਕੈਂਪ, ਗੈਸ ਚੈਂਬਰ, ਔਰ ਉਸ 'ਚੋਂ ਇਹ ਸਾਰਾ ਨਿਕਲਿਆ ਹੋਇਆ ਜੀ ਨੈਵਰ ਅਗੇਨ ਕਿਸੇ ਨਾਲ ਹੋਰ ਨਾ ਵਾਪਰੇ। ਪਰ ਅਸੀਂ ਦੇਖ ਰਹੇ ਹਾਂ ਵੀ ਇਹ ਤਾਂ 2 ਸਾਲ ਤੋਂ ਅੱਖਾਂ ਦੇ ਸਾਹਮਣੇ ਜੋ ਕੁਝ ਹਿਟਲਰ ਨੇ ਕੀਤਾ ਉਹ ਤਾਂ ਹਿਡਨ ਢੰਗ ਨਾਲ ਕਰਦਾ ਰਿਹਾ। ਤਾਂ ਸਾਹਮਣੇ ਜਦੋਂ ਡਿਫੀਟ ਹੋਇਆ, ਜਿਹੜੀਆਂ ਐਲਾਈਡ ਫੋਰਸਿਸ ਦੀਆਂ ਫੌਜਾਂ ਦਾਖਲ ਹੋਈਆਂ ਫਰਾਂਸ 'ਚ, ਪੋਲੈਂਡ ਦੇ ਵਿੱਚ, ਯੂਕਰੇਨ 'ਚ, ਜਰਮਨੀ 'ਚ, ਉਦੋਂ ਪਤਾ ਲੱਗਾ ਕਿ ਭਾਈ ਉਹਨੇ ਕੀਤਾ ਕੀ ਹੈ। ਪਰ ਇਹ ਤਾਂ ਇਨ ਫੁੱਲ ਗਲੇਅਰ ਆਫ ਕੈਮਰਾਜ਼, ਕੱਲਾ ਇਹੀ ਨਹੀਂ ਕਿ ਬੇਗੁਨਾਹ ਔਰਤਾਂ ਬੱਚਿਆਂ ਨੂੰ ਮਾਰਿਆ, 220 ਤੋਂ ਜ਼ਿਆਦਾ ਜਰਨਲਿਸਟ, ਇੰਨੇ ਤਾਂ ਸਾਰੇ ਸੈਕੰਡ ਵਰਲਡ ਵਾਰ ਵੇਲੇ ਨਹੀਂ ਮਰੇ ਹੋਣੇ, ਮਾਰੇ ਨੇ। ਫਿਰ ਜਿਹੜੇ ਹਿਊਮੈਨਿਟੇਰੀਅਨ ਏਡ ਦੇਣ ਪਹੁੰਚਾਉਣ ਵਾਲੇ ਨੇ ਉਹਨਾਂ ਨੂੰ, ਡਾਕਟਰਸ, ਨਰਸਿਸ, ਹਸਪੀਟਲਸ ਨੂੰ ਬੰਬ ਕੀਤਾ, ਫੁੱਲ ਗਲੇਅਰ ਆਫ ਕੈਮਰਾਜ਼, ਔਰ ਟੋਟਲ ਫਿਰ ਡਿਨਾਇਲ ਹਰ ਚੀਜ਼ ਨੂੰ ਸਾਹਮਣੇ ਹੋ ਰਿਹਾ। ਸੋ ਉਹਨਾਂ ਨੇ ਕਿਹਾ ਕਿ ਭਾਈ ਇਹ ਤਾਂ ਸਾਰੇ ਜਿਹੜੇ ਬਣੇ ਨੇ ਪ੍ਰੋਟੋਕਾਲ, ਕੋਵੈਨੈਂਟਸ ਜਾਂ ਚਾਰਟਰ, ਇਹ ਤਾਂ ਬਣੇ ਹੀ ਹੋਲੋਕਾਸਟ ਤੋਂ ਬਾਅਦ ਸੀ। ਔਰ ਇਹ ਜਿਹੜੇ ਇਸ ਨੂੰ ਇਜ਼ਰਾਈਲ ਨੇ ਬਾਰ-ਬਾਰ ਵਾਇਲੇਟ ਕੀਤਾ। ਔਰ ਜਿਹੜੇ ਸਿਗਨੇਟਰੀ ਨੇ ਇਸ ਸਾਰੇ ਦੇ, ਉਹਨਾਂ ਦੇ ਵਿੱਚ ਫਾਰਮਰ ਸਪੀਕਰ ਵੀ ਹੈ ਇਜ਼ਰਾਈਲ ਦੀ ਕਨੈਸਟ ਦਾ, ਜਿਹੜੀ ਉਹਨਾਂ ਦੀ ਪਾਰਲੀਮੈਂਟ ਹੈ, ਉਹਨਾਂ ਦਾ ਸਪੀਕਰ ਅਬਰਾਹਮ ਬਰਗ, ਫਿਰ ਫਾਰਮਰ ਇਜ਼ਰਾਈਲੀ ਪੀਸ ਨੈਗੋਸ਼ੀਏਟਰ ਡੈਨੀਅਲ ਲੈਵੀ, ਬ੍ਰਿਟਿਸ਼ ਆਥਰ ਮਾਈਕਲ ਰੋਜ਼ਨ, ਕੈਨੇਡੀਅਨ ਆਥਰ ਨੌਮੀ ਕਲਾਇਨ, ਆਸਕਰ ਵਿਨਿੰਗ ਫਿਲਮ ਮੇਕਰ ਜੋਨਾਥਨ ਗਲੇਜ਼ਰ, US ਐਕਟਰ ਵਾਲਿਸ ਸ਼ਾਨ, ਐਮੀ ਵਿਨਰਸ, ਐਮੀ ਅਵਾਰਡ ਇਲਾਨਾ ਗਲੇਜ਼ਰ, ਹਾਨਾ ਐਨਿਬਰ, ਪੁਲਿਟਜ਼ਰ ਪ੍ਰਾਈਜ਼ ਵਿਨਰ ਬੈਂਜਾਮਨ ਮੋਜ਼ਰ। ਇਹ ਇਸ ਤੋਂ ਅੰਦਾਜ਼ਾ ਹੋ ਸਕਦਾ ਵੀ ਕਿਸ ਲੈਵਲ ਦੇ ਲੋਕ ਨੇ, ਯਹੂਦੀ ਨੇ। ਸੋ ਅਸੀਂ ਸਮਝਦੇ ਹਾਂ ਕਿ ਧਰਮ ਦੇ ਨਾਲ ਬੇਸ਼ੱਕ ਕਦੇ ਵੀ ਕਿਸੇ ਚੀਜ਼ ਨੂੰ ਨਹੀਂ ਜੋੜਨਾ ਚਾਹੀਦਾ, ਪਰ ਇਹ ਇੱਕ ਮਾਣ ਵਾਲੀ ਗੱਲ ਹੁੰਦੀ ਹੈ ਕਿ ਵੀ ਜੇ ਕੋਈ ਕਰ ਰਿਹਾ, ਜਦੋਂ ਹੁਣ ਸਿੱਖ ਕੌਮ ਦੇ ਹਵਾਲੇ ਨਾਲ ਅਸੀਂ ਕਦੇ ਵੀ ਹਿੰਦੂਆਂ ਦੇ ਖਿਲਾਫ, ਜਾਂ ਅਸੀਂ ਕਦੇ ਨਹੀਂ ਕਿਹਾ ਵੀ ਸਾਡੀ ਲੜਾਈ ਜਿਹੜੀ ਆ ਉਹ ਹਿੰਦੂਆਂ ਦੇ ਨਾਲ ਹੈ, ਜਾਂ ਅਸੀਂ ਕੋਈ
ਹਿੰਦੂਆਂ ਦੇ ਅਗੇਂਸਟ ਨਫ਼ਰਤ ਰੱਖਦੇ ਆ। ਅੱਛਾ। ਪਰ ਜਦੋਂ ਤੁਸੀਂ ਵਰਤਾਰਾ ਦੇਖਦੇ ਹੋ ਵਿਹਾਰਕ ਤੌਰ ਤੇ, ਜਦੋਂ ਜਿਵੇਂ ਅਸੀਂ ਪੰਜਾਬ ਦੇ ਹਵਾਲੇ ਨਾਲ ਗੱਲ ਕਰਦੇ ਹਾਂ, ਜੇ ਪੰਜਾਬ ਦੀ ਸਮੱਸਿਆ ਦੀ ਜੜ ਦੇਖਣੀ ਹੋਏ, ਸਿੱਖਾਂ ਦੇ ਨਾਲ ਜੋ ਵਾਪਰਿਆ 47, ਇੱਕ ਤਾਂ ਨਹਿਰੂ, ਪਟੇਲ ਔਰ ਬ੍ਰਾਹਮਣਵਾਦੀਆਂ ਦੀ ਜਿਹੜੀ ਹੈ ਮੰਦ ਭਾਵਨਾ, ਜਿਹੜੀ ਪਹਿਲੇ ਦਿਨ ਤੋਂ ਸਿੱਖੀ ਨੂੰ ਖਤਮ ਕਰਨ ਦੀ ਸੀ, ਪਰ ਉਹਦੇ ਜਿਹੜਾ ਸਭ ਤੋਂ ਵੱਡਾ ਟੂਲ ਬਣੇ ਉਹ ਪੰਜਾਬ ਦੇ ਹਿੰਦੂ, ਜਿਹੜਾ ਪੰਜਾਬ ਦਾ ਖਾਂਦੇ ਨੇ, ਪੰਜਾਬ ਦੇ ਸਿੱਖ ਕਿਸਾਨ ਦੀ ਬਦੌਲਤ ਇਹਨਾਂ ਦੀਆਂ ਆੜਤ ਔਰ ਦੁਕਾਨਦਾਰੀਆਂ ਔਰ ਇਹਨਾਂ ਦੀਆਂ ਕੋਠੀਆਂ ਮਹਿਲ ਬਣੇ ਹੋਏ ਨੇ। ਔਰ ਬਿਟਰੇਲ ਵੀ ਕਿਹਦੇ ਨਾਲ ਕੀਤੀ? ਆਪਣੀ ਮਾਂ ਬੋਲੀ ਨਾਲ, ਬਿਲਕੁਲ, ਕਿ ਜੀ ਅਸੀਂ ਹਿੰਦੀ ਭਾਸ਼ੀ ਹੈ, ਪੰਜਾਬੀ ਬੋਲ ਕੇ ਕਰ ਰਹੇ ਨੇ, ਵੀ ਸਾਡੀ ਮਾਂ ਬੋਲੀ ਪੰਜਾਬੀ ਨਹੀਂ। ਬਿਲਕੁਲ। ਔਰ ਮੈਂ ਅੱਜ ਹੀ ਕਿਸੇ ਵੀਰ ਨਾਲ ਗੱਲ ਕਰ ਰਿਹਾ ਸੀ, ਮੈਂ ਕਿਹਾ ਇਹਨਾਂ ਦਾ ਤੁਸੀਂ ਫਿਰਕੂਪਣਾ ਦੇਖੋ, ਜਾਂ ਜਦੋਂ ਅਸੀਂ ਸਕ੍ਰਿਪਟ ਦੀ ਗੱਲ ਕਰਦੇ ਹਾਂ ਵੀ ਗੁਰਮੁਖੀ ਸਕ੍ਰਿਪਟ ਕਿਉਂ ਇੰਪੋਰਟੈਂਟ ਹੈ, ਜਦੋਂ ਪੰਜਾਬੀ ਸੂਬਾ ਮੋਰਚਾ ਲੱਗਾ ਹੋਇਆ ਸੀ, ਹਿੰਦੂਆਂ ਨੇ, ਜਿਨ੍ਹਾਂ ਦੇ ਵਿੱਚ ਉਹਨਾਂ ਦੇ ਪ੍ਰੋਮੀਨੈਂਟ ਇੰਟੈਲੈਕਚੁਅਲ, ਜਿਨ੍ਹਾਂ 'ਚ ਸੂਰਜ ਭਾਨ, BS ਬਹਿਲ, ਕੋਈ ਪੰਜਾਬ ਯੂਨੀਵਰਸਿਟੀ ਦਾ ਵਾਈਸ ਚਾਂਸਲਰ ਸੀ, DAV ਕਾਲਜ ਜਲੰਧਰ ਦਾ ਪ੍ਰਿੰਸੀਪਲ ਸੀ, ਔਰ ਹੋਰ, ਉਹਨਾਂ ਨੇ ਅਕਾਲੀ ਲੀਡਰਾਂ ਨੂੰ ਆਫਰ ਕੀਤੀ ਕਿ ਵੀ ਅਸੀਂ ਪੰਜਾਬੀ ਸੂਬੇ ਦੀ ਮੰਗ ਨੂੰ ਮੰਨ ਲੈਂਦੇ, ਪੰਜਾਬੀ ਨੂੰ ਮਾਂ ਬੋਲੀ, ਇੱਕੋ ਹੀ ਸ਼ਰਤ ਹੈ ਸਾਡੀ ਕਿ ਜਿਹੜੀ ਉਸ ਦੀ ਲਿਪੀ ਹੋਏ, ਸਕ੍ਰਿਪਟ ਹੋਏ, ਉਹ ਗੁਰਮੁਖੀ ਨਾ ਹੋਏ, ਉਹ ਦੇਵਨਾਗਰੀ ਹੋਏ, ਕਿ ਬੋਲੀ ਪੰਜਾਬੀ ਰਹੇ, ਲਿਖੋ ਉਹਨੂੰ ਤੁਸੀਂ ਤੁਸੀਂ ਇਹ ਬਦਦਿਆਨਤੀ ਦੇਖੋ ਕਿਸ ਲੈਵਲ ਤੇ। ਸੋ ਇਹ ਉਸ ਪੀਰੀਅਡ, ਇਹ 1950 ਦੀ ਗੱਲ ਹੈ, ਜਦੋਂ ਅਜੇ ਕੋਈ ਪਿੰਡਾਂ ਵਾਲੇ ਨਹੀਂ ਸੀ ਆਏ, ਅਜੇ ਤਾਂ ਅੱਧੀ ਸਿੱਖ ਕੌਮ ਜਿਹੜੀ ਹੈ ਉਹ ਪਨਾਹਗੀਰ ਬਣ ਕੇ ਬੈਠੀ ਹੋਈ ਸੀ ਕੈਂਪਾਂ ਦੇ ਵਿੱਚ। ਉਦੋਂ ਤੋਂ ਇਹਨਾਂ ਦੀ ਦੁਸ਼ਮਣੀ। ਤੇ ਜੇ ਭਾਰਤ ਭਰ ਦੇ ਹਿੰਦੂਆਂ ਦਾ ਹਾਲ ਦੇਖਣਾ, ਉਹ ਸੀ ਜੂਨ 84, ਨਵੰਬਰ 84, ਔਰ ਅੱਜ ਵੀ ਤੁਸੀਂ ਕੋਈ ਮੁੱਦਾ ਦੇਖ ਲਓ, ਆ ਫਲੱਡਸ ਆਏ ਨੇ, ਭਾਰਤ ਦੀ ਹਰ ਮੁਸੀਬਤ ਵੇਲੇ ਸਿੱਖ ਮੋਹਰੇ ਜਾਂਦੇ ਨੇ। ਕੌਣ ਅੱਗੇ ਆਇਆ? ਜੇ ਮੁਸਲਮਾਨ ਅੱਗੇ ਆਏ ਨੇ। ਅੱਜ ਵੀ ਮੈਨੂੰ ਕਈ ਵਾਰੀ ਹੈਰਾਨੀ ਵੀ ਹੁੰਦੀ ਹੈ, ਕੈਲੀਫੋਰਨੀਆ ਆਪਣੀ ਇਸ ਵਿਜ਼ਿਟ ਵੇਲੇ ਵੀ ਮੈਂ ਦੇਖਿਆ, ਮੈਨੂੰ ਜਿਹੜੇ ਇੱਕ ਦੋ ਵੀਰਾਂ ਨੇ ਉਹਨਾਂ ਪ੍ਰਤੀ ਨੈਗੇਟਿਵ ਗੱਲ ਕੀਤੀ, ਪਰ ਅਜੇ ਤੱਕ ਇੱਕ ਸਾਡੇ ਵੱਡੇ ਤਬਕੇ ਨੂੰ ਜਿਹੜੀ ਹਿੰਦੂ ਮੈਜੋਰਿਟੀ ਦੀ ਜ਼ਹਿਨੀਅਤ ਹੈ, ਜਿਹੜੀ ਕਿ ਬਿਲਕੁਲ ਐਂਟੀ ਸਿੱਖ, ਔਰ ਸਿੱਖਾਂ ਨੇ ਕੀ ਵਿਗਾੜਿਆ ਇਹਨਾਂ ਦਾ। ਸੋ ਇਸ ਮਾਮਲੇ 'ਚ ਘੱਟੋ ਘੱਟ ਮੇਰਾ ਇਸ ਨੂੰ ਲੀਡ ਸੈਗਮੈਂਟ ਬਣਾਉਣ ਦਾ ਮਕਸਦ ਵੀ ਹੈ ਇਹ ਦੱਸਣਾ ਹੈ ਕਿ ਵੀ ਇਹਦੇ ਬਾਵਜੂਦ ਜੋ ਇਜ਼ਰਾਈਲ ਕਰ ਰਿਹਾ, ਜਿਹੜਾ ਯਹੂਦੀ ਦੇ ਨਾਂ ਥੱਲੇ ਬਣਿਆ, ਪਰਸੀਕਿਊਸ਼ਨ ਦੇ ਨਾਂ ਥੱਲੇ ਬਣਿਆ, ਯੂਰਪ ਦੇ ਮੁਲਕਾਂ ਦੀ ਗਿਲਡ ਥੱਲੇ ਬਣਿਆ, ਉਹਨਾਂ 'ਚ ਜਾਗਦੀ ਜ਼ਮੀਰ ਵਾਲੇ ਲੋਕ ਨੇ, ਔਰ ਇਸ ਲੈਵਲ ਦੇ ਜਿਹੜੇ ਡਿਸਟਿੰਗਿਸ਼ਡ ਨੇ, ਔਰ ਉਹਨਾਂ ਨੇ ਜਿਹੜਾ ਸਿਗਨੇਟਰੀਜ਼ ਨੇ, ਉਹਨਾਂ ਨੇ ਵਰਲਡ ਲੀਡਰਸ ਨੂੰ ਕਿਹਾ ਕਿ ਇੰਟਰਨੈਸ਼ਨਲ ਕੋਰਟ ਆਫ ਜਸਟਿਸ, ਇੰਟਰਨੈਸ਼ਨਲ ਕ੍ਰਿਮੀਨਲ ਕੋਰਟ ਦੀਆਂ ਰੂਲਿੰਗਸ ਨੂੰ ਫੋਲੋ ਕਰੋ, ਅਵੋਇਡ ਕੰਪਲਿਸਿਟੀ ਜਿਹੜੀ ਇੰਟਰਨੈਸ਼ਨਲ ਲਾਅ ਦੀ ਵਾਇਲੇਸ਼ਨਸ ਦੇ ਵਿੱਚ ਹੈ, ਔਰ ਐਡਿਕੁਏਟ ਉਸ ਦੇ ਉੱਤੇ ਐਕਸ਼ਨ ਲਿਆ ਜਾਏ। ਫਿਰ ਉਹਨਾਂ ਨੇ ਕਿਹਾ ਵੀ ਬੋ ਆਵਰ ਹੈਡਸ ਇਨ ਇਮੈਸ਼ਰੇਬਲ ਸੋਰੋ as the evidence accumulates, the Israel's actions will be judged to have met the legal definition of genocide, the letter reads। ਉਹਨਾਂ ਨੇ ਕਿਹਾ ਕਿ ਵੀ ਅਸੀਂ ਮਤਲਬ ਸਿਰ ਹੀ ਝੁਕਾ ਸਕਦੇ ਹਾਂ ਜਿਹੜੇ ਜੈਨੋਸਾਈਡ ਦਾ ਸ਼ਿਕਾਰ ਹੋਏ ਨੇ, ਤੁਸੀਂ ਇਸ ਡਿਬੇਟ 'ਚ ਪਏ ਰਹੋ ਕਿ ਜੀ ਜੈਨੋਸਾਈਡ ਹੋਇਆ ਕਿ ਨਹੀਂ ਹੋਇਆ। ਔਰ ਹੁਣ ਇਹਦੇ 'ਚ ਉਹਨਾਂ ਨੇ ਕਿਹਾ ਕਿ ਵੀ ਇਹ ਜਿਹੜੀ ਅਪੀਲ ਵੀ ਹੈ, ਇਹ ਆਪਣੇ ਆਪ 'ਚ ਦੱਸਦੀ ਹੈ ਕਿ ਵੀ ਵਰਲਡ ਵਿਊ ਕੀ ਹੈ। ਔਰ ਵਾਸ਼ਿੰਗਟਨ ਪੋਸਟ ਦੇ ਪੋਲ ਨੇ ਫਾਈਂਡ ਕੀਤਾ ਕਿ 61% ਆਫ US Jews believe Israel has committed war crimes in Gaza। ਕੱਲੇ ਨਿਊਯਾਰਕ ਦੇ ਯਹੂਦੀਆਂ ਦੀ ਗੱਲ ਨਹੀਂ ਹੈ, 6 ਮਿਲੀਅਨ ਤੋਂ ਜ਼ਿਆਦਾ ਅਮਰੀਕਾ 'ਚ ਰਹਿੰਦੇ ਨੇ, 61% ਇਹ ਕਹਿੰਦੇ ਨੇ ਕਿ ਵੀ ਇਹ ਵਾਰ ਕ੍ਰਿਮੀਨਲ ਹੈ, ਨੇਤਨਯਾਹੂ ਨੇ ਵਾਰ ਕ੍ਰਾਈਮਸ ਕੀਤੇ ਨੇ। 39% ਸੇ ਇਟ ਇਜ਼ ਕਮਿਟਿੰਗ ਏ ਜੈਨੋਸਾਈਡ। 39% ਸਿੱਧੇ ਕਹਿੰਦੇ ਨੇ ਵੀ ਇਹ ਨਸਲਕੁਸ਼ੀ ਜਿਹੜਾ ਕੀਤੀ ਗਈ ਹੈ। ਔਰ ਈਵਨ ਬ੍ਰੌਡਰ ਅਮਰੀਕਨ ਪਬਲਿਕ ਦੇ ਵਿੱਚ ਵੀ ਇਹ ਬਰੁਕਲਿਨ ਇੰਸਟੀਚਿਊਸ਼ਨ ਨੇ ਜਿਹੜਾ ਆਪਣਾ ਕਰਵਾਇਆ, ਉਹਦੇ 'ਚ ਉਹਨਾਂ ਨੇ ਕਿਹਾ 45% ਟੋਲਡ ਬਰੁਕਲਿਨ ਇੰਸਟੀਚਿਊਸ਼ਨ ਦੇ ਬਿਲੀਵ Israel is committing genocide, while a Quinnipiac survey in August found that half of US voters share that view, including 77% of Democrats। ਅੱਧੇ ਅਮਰੀਕਨ ਵੀ ਇੱਕ ਪੀਰੀਅਡ ਸੀ ਕਿ ਇੰਨੀ ਨਫ਼ਰਤ ਸੀ ਅਮਰੀਕਾ 'ਚ PLO ਬਾਰੇ, ਫਲਸਤੀਨੀਆਂ, ਜੋ ਪ੍ਰਚਾਰ ਹੁੰਦਾ ਸੀ ਜਾਂ ਦੂਜਾ, ਲੇਕਿਨ ਜਦੋਂ ਅਸੀਂ ਇਹ ਕਹਿੰਦੇ ਹਾਂ ਵੀ ਕੁਰਬਾਨੀਆਂ ਵਿਅਰਥ ਨਹੀਂ ਜਾਂਦੀਆਂ, ਉਹ ਛੋਟੇ ਛੋਟੇ ਮਾਸੂਮ ਬੱਚੇ, ਔਰਤਾਂ, ਉਹਨਾਂ ਦਾ ਉਹ ਸਾਰਾ ਜਿਹੜੀ ਕੁਰਬਾਨੀ ਹੈ
ਈਵਨ ਅਮਰੀਕਾ ਵਰਗੇ ਮੁਲਕ 'ਚ ਵੀ ਜਿਹੜੀ ਹੈ ਹਾਫ ਪੋਪੂਲੇਸ਼ਨ ਅਮਰੀਕਾ ਦੀ ਜਿਹੜੀ ਹੈ ਉਹ ਸਿੰਪੈਥਾਈਜ਼ ਕਰਦੀ ਔਰ ਕਹਿੰਦੇ ਆ ਵੀ ਇਹ ਜੈਨੋਸਾਈਡ ਕਰ ਰਿਹਾ। ਔਰ ਇਸ ਤੋਂ ਇਲਾਵਾ ਜਿਹਨਾਂ ਹੋਰ ਨੇ ਦਸਤਖਤ ਕੀਤੇ ਨੇ ਲੈਟਰ ਦੇ ਉੱਤੇ, ਉਹਦੇ 'ਚ ਇਜ਼ਰਾਈਲੀ ਐਲਨ ਵੋਲਕੋਵ, playwright formerly known as Eve Ensler, American comedian Eric Andre, South African novelist Damon Galgut, Oscar-winning journalist and documentarian Yuval Abraham, Tony Award winner Toby Marlow, Israeli philosopher Omri Boham। मतलब इस लेवल ਦੇ ਲੋਕ ਨੇ। ਉਹਦੇ 'ਚ ਉਹਨਾਂ ਨੇ ਕਿਹਾ our solidarity with Palestinians is not a betrayal of Judaism then but a fulfillment of it। ਹੁਣ ਉਹਨਾਂ ਨੂੰ ਪਤਾ ਹੈ ਕਿ ਬਈ ਉਹ ਜਿਹੜੇ ਨੈਤਨਯਾਹੂ ਤੇ ਉਹਦੀ ਨਸਲ ਦੇ ਨੇ ਉਹਨਾਂ ਨੇ ਟ੍ਰੋਲ ਕਰਨਾ ਵੀ ਤੁਸੀਂ ਜਿਹੜੇ ਗਦਾਰ ਹੋ, ਤੁਸੀਂ ਬਿਟਰੇ ਕਰ ਰਹੇ ਹੋ ਯਹੂਦੀ ਨਸਲ ਨੂੰ, ਤੁਸੀਂ ਬਿਟਰੇ ਕਰ ਰਹੇ ਹੋ ਇਜ਼ਰਾਈਲ ਨੂੰ। ਉਹ ਕਹਿੰਦਾ ਸਾਡਾ ਫਲਸਤੀਨੀਆਂ ਦੇ ਲਈ ਜੋ ਸੋਲੀਡੈਰਿਟੀ ਹੈ ਉਹਦਾ ਮਤਲਬ ਅਸੀਂ ਇਹ ਨਹੀਂ ਹੈ ਕਿ ਅਸੀਂ ਕੋਈ ਜੂਡਾਇਜ਼ਮ ਨੂੰ ਬਿਟਰੇਲ ਕਰ ਰਹੇ ਹਾਂ, ਪਰ ਇਹੀ ਜੂਡਾਇਜ਼ਮ ਦੀ ਸਪਿਰਿਟ ਹੈ ਜਿਹਨੂੰ ਨੈਤਨਯਾਹੂ ਨੇ ਡਿਸਟਰੋਏ ਕੀਤਾ ਔਰ ਅਸੀਂ ਫੁਲਫਿਲ ਕਰ ਰਹੇ ਹਾਂ। ਵੈਨ ਆਵਰ ਸੇਜਸ ਟਾਟ that to destroy one life is to destroy an entire world, they did not carve exceptions for Palestinians. We shall not rest until this ceasefire carries forward into an end of occupation and apartheid। ਇਹ ਹੈ ਉਹ ਕਹਿੰਦੇ ਸਾਡੇ ਸੇਜਸ ਨੇ ਅਬਰਾਹਮ, ਡੇਵਿਡ, ਮੋਜ਼ਸ ਕੇ ਜੇ ਇੱਕ ਜ਼ਿੰਦਗੀ ਦਾ ਜ਼ਿਆ ਹੁੰਦਾ ਹੈ, ਜੇ ਇੱਕ ਜਿਹੜੀ ਹੈ ਲਾਈਫ ਡਿਸਟਰੋਏ ਹੁੰਦੀ ਹੈ ਤੇ ਇਹਦਾ ਨੁਕਸਾਨ ਸਾਰੇ ਸੰਸਾਰ ਨੂੰ ਹੈ। ਅਸੀਂ ਤਾਂ ਉਹਦੇ ਉੱਤੇ ਹੀ ਜਿਹੜਾ ਹੈ ਉਹ ਅਮਲ ਕਰ ਰਹੇ ਹਾਂ ਔਰ ਅਸੀਂ ਇਸ ਗੱਲ ਨੂੰ ਯਕੀਨੀ ਬਣਾਵਾਂਗੇ ਕਿ ਬਈ ਅਖੀਰ ਤੱਕ ਜਿਹੜਾ ਹੈ ਇਹ ਸਾਰਾ ਆਕੂਪੇਸ਼ਨ ਐਂਡ ਹੋਏ ਔਰ ਜੋ ਅਪਾਰਥਾਈਡ ਕਰ ਰਿਹਾ ਇਜ਼ਰਾਈਲ ਫਲਸਤੀਨੀਆਂ ਦੇ ਨਾਲ ਵੀ, ਔਰ ਜਿਹੜੇ ਵਿਦਨ ਉਹਨਾਂ ਦੀ ਬਹੁਤ ਘੱਟ ਲੋਕਾਂ ਨੂੰ ਪਤਾ ਹੈ ਕਿ ਬਈ ਇਜ਼ਰਾਈਲ ਦੀ ਆਪਣੀ ਪੋਪੂਲੇਸ਼ਨ 'ਚ 15 ਤੋਂ 20% ਅਰਬ ਨੇ, ਉਹ ਫੌਜ ਨਹੀਂ ਜੁਆਇਨ ਕਰ ਸਕਦੇ, ਉਹਨਾਂ ਦੇ ਨਾਲ ਸੈਕੰਡ ਕਲਾਸ ਸਿਟੀਜ਼ਨ ਵਾਲਾ ਬਿਹੇਵ ਹੁੰਦਾ, ਉਹਨੂੰ ਇਜ਼ਰਾਈਲੀ ਜਿਹੜਾ ਅਪਾਰਥਾਈਡ ਦੇ ਤੌਰ ਤੇ ਦੇਖਿਆ ਜਾਂਦਾ। ਔਰ ਫਿਰ ਇਹ ਸਾਰੇ ਦੇ ਵਿੱਚ ਉਹਦੀ ਡੀਟੇਲ ਹੈ ਕਿ ਭਾਈ ਇਹਦੇ 'ਚ ਕਿਸ ਲੈਵਲ ਤੇ ਤਬਾਹੀ ਕੀਤੀ, ਕਿਵੇਂ US ਡੈਮੋਕ੍ਰੈਟਿਕ ਸੈਨੇਟਰ ਕ੍ਰਿਸ ਵੈਨ ਹਾਲਨ ਔਰ ਜੈਫ ਮਰਕੀ ਨੇ ਵੀ ਜਾ ਕੇ ਉੱਥੇ ਜਿਹੜੀ ਰਿਪੋਰਟ ਤਿਆਰ ਕੀਤੀ, ਉਹਦੇ 'ਚ ਉਹਨਾਂ ਨੇ ਕਿਹਾ ਕਿ ਵੀ ਜਿਹੜਾ ਪਰਪਸ ਹੈ ਇਜ਼ਰਾਈਲ ਦਾ ਉਹ ਸਿਸਟਮੈਟਿਕ ਪਲਾਨ ਟੂ ਡਿਸਟਰੋਏ ਐਂਡ ਐਥਨਿਕਲੀ ਕਲੀਨ ਫਲਸਤੀਨੀਅਨਸ ਫਰੋਮ ਗਜ਼ਾ, ਇਹ ਉਹਨਾਂ ਦਾ ਪਾਰਟ ਹੈ। ਸੋ ਇਹ ਬਾਕੀ ਸਾਰੀ ਡੀਟੇਲ ਹੈ ਕਿ ਕਿੰਨੇ ਜਿਹੜੇ ਨੇ ਡੈਥਸ ਨੇ ਅਕਤੂਬਰ ਤੋਂ ਬਾਅਦ ਕੀ ਹੋਇਆ। ਸੋ ਅਸੀਂ ਮੁਬਾਰਕਬਾਦ ਦਿੰਦੇ ਹਾਂ, ਅਸੀਂ ਸਮਝਦੇ ਹਾਂ ਵੀ ਜਿਵੇਂ ਇਹ ਜਾਗਦੀਆਂ ਜ਼ਮੀਰਾਂ ਵਾਲੇ ਯਹੂਦੀਆਂ ਨੇ ਹਾਂ ਦਾ ਨਾਰਾ ਮਾਰਿਆ, ਕਾਸ਼ ਭਾਰਤੀ ਮੂਲ ਦੇ ਹਿੰਦੂ ਉੱਥੋਂ ਵਾਲੇ ਤਾਂ ਉਹਨਾਂ ਦੇ ਹਿੰਦੂਤਵਾ ਦੇ ਪ੍ਰਚਾਰ 'ਚ ਰਚੇ ਹੀ ਹੋਏ ਨੇ। ਤੁਸੀਂ ਬਾਹਰਲੇ ਡਾਇਸਪੋਰਾ ਹਿੰਦੂਆਂ ਦਾ ਹਾਲ ਦੇਖ ਲਓ। ਜੇ ਅਮਰੀਕਨ ਸਿਸਟਮ ਦੇ ਵਿੱਚ ਫਰੀडम ਆਫ ਐਕਸਪ੍ਰੈਸ਼ਨ ਨੂੰ ਪ੍ਰੀਜ਼ਰਵ ਕਰਨ ਦੇ ਲਈ, ਟਰਾਂਸਨੈਸ਼ਨਲ ਰਿਪਰੈਸ਼ਨ ਨੂੰ ਰੋਕਣ ਦੇ ਲਈ ਕੈਲੀਫੋਰਨੀਆ ਅਸੈਂਬਲੀ ਸੈਨੇਟ ਕੋਈ ਮੇਸ਼ਰਸ ਕਰਦੀ ਹੈ ਕਿ ਕੱਲ ਨੂੰ ਕੋਈ ਪ੍ਰੋਕਸੀ ਬਣ ਕੇ ਜਿਹੜਾ ਹੈ ਉਹ ਇੰਡੀਅਨ ਗਵਰਨਮੈਂਟ ਦੇ ਉਸ ਐਕਸ਼ਨ ਨੂੰ ਜਾਂ ਉਸ ਲੈਵਲ ਦੀ ਵਾਇਲੈਂਸ ਨੂੰ ਇੱਥੇ ਨਾ ਲਿਆਏ, ਤੇ ਹਿੰਦੂ ਅਮਰੀਕਨ ਫਾਊਂਡੇਸ਼ਨ ਔਰ ਉਹਨਾਂ ਦੀਆਂ ਹਿੰਦੂਤਵੀ ਜਥੇਬੰਦੀਆਂ ਦਰਜਨਾਂ ਦੀਆਂ ਦਰਜਨਾਂ ਜਿਹੜੀਆਂ ਨੇ ਉਹ ਸਿੱਖਾਂ ਦੇ ਖਿਲਾਫ ਖਲੋਂਦੀਆਂ ਨੇ, ਉਹ ਬਿਲਕੁਲ ਉਸ ਨੂੰ ਪ੍ਰੋਫਾਈਲਿੰਗ ਬਣਾ ਦਿੰਦੀਆਂ ਨੇ। ਸੋ ਘੱਟੋ ਘੱਟ ਫਲਸਤੀਨੀ ਇਸ ਪੱਖੋਂ ਖੁਸ਼ਕਿਸਮਤ ਨੇ ਕਿ ਇਹਦੇ ਬਾਵਜੂਦ ਜਿੰਨੀ ਕੁਰਬਾਨੀ ਉਹਨਾਂ ਨੇ ਕੀਤੀ ਹੈ ਕਿਆ ਕਹਿਣੇ। ਲੇਕਿਨ ਜੇ ਅੱਜ ਇਸ ਲੈਵਲ ਦੇ ਯਹੂਦੀ ਸਕਾਲਰ ਔਰ ਵੱਡੇ ਵੱਡੇ ਜਿਹੜੇ ਫਿਲਾਸਫਰ ਔਰ ਜਿਹੜੇ ਜਿਨ੍ਹਾਂ ਨੇ ਆਪਣੇ ਕੰਮ ਨਾਲ ਦੁਨੀਆ 'ਚ ਆਪਣੀ ਧਾਕ ਜਮਾਈ ਹੋਈ ਹੈ, ਉਹ ਫਲਸਤੀਨੀਆਂ ਦੇ ਨਾਲ ਇਹ ਨਹੀਂ ਯਕਜ਼ੈਦੀ, ਉਹ ਆਪਣੇ ਨੈਤਨਯਾਹੂ ਨੂੰ ਜਿਹੜਾ ਇਜ਼ਰਾਈਲ ਦਾ ਪ੍ਰਾਈਮ ਮਿਨਿਸਟਰ ਵਾਰ ਕ੍ਰਿਮੀਨਲ ਕਹਿੰਦੇ ਨੇ। ਸੋ ਇਹ ਆਪਣੇ ਆਪ ਦੇ ਵਿੱਚ ਬਹੁਤ ਕਮੈਂਡੇਬਲ ਹੈ ਔਰ ਅਸੀਂ ਇਸ ਦੀ ਸ਼ਲਾਘਾ ਕਰਦੇ ਹਾਂ। ਜੀ ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਸੋ ਇੱਥੇ ਲੈਣੇ ਬ੍ਰੇਕ, ਔਰ ਬ੍ਰੇਕ ਤੇ ਜਾਣ ਤੋਂ ਪਹਿਲਾਂ ਅਸੀਂ ਦਰਸ਼ਕਾਂ ਤੇ ਸਰੋਤਿਆਂ ਨੂੰ ਅਪੀਲ ਤੇ ਬੇਨਤੀ ਕਰਦੇ ਹਾਂ ਵਿਊਅਰਸ, ਜਿਸ ਤਰ੍ਹਾਂ ਕਿ ਤੁਸੀਂ ਜਾਣਦੇ ਹੋ ਕਿ TV 84 ਇੱਕ ਪੰਥਕ ਚੈਨਲ ਹੈ। TV 84 ਦੀ ਚੜ੍ਹਦੀ ਕਲਾ ਲਈ ਵੱਧ ਤੋਂ ਵੱਧ ਡੋਨੇਟ ਕਰੋ। ਡੋਨੇਟ ਕਰਨ ਲਈ ਸਾਡੀ ਵੈਬਸਾਈਟ tv84.tv ਤੇ ਜਾ ਕੇ ਪੇਪਲ ਦੀ ਵਰਤੋਂ ਕਰਕੇ 1 ਟਾਈਮ ਡੋਨੇਟ ਕਰ ਸਕਦੇ ਹੋ, ਮੰਥਲੀ ਡੋਨੇਟ ਵੀ ਕਰ ਸਕਦੇ ਹੋ।
ਤੁਸੀਂ TV84 ਦੇ ਨਾਮ ਤੇ ਚੈੱਕ ਬਣਾ ਕੇ ਸਾਨੂੰ ਮੇਲ ਵੀ ਕਰ ਸਕਦੇ ਹੋ ਸਾਡੇ ਇਸ ਪਤੇ ਤੇ 36-0137 Avenue ਲੌਂਗ ਆਈਲੈਂਡ ਸਿਟੀ ਨਿਊਯਾਰਕ 11101 USA ਜਾਂ ਫਿਰ ਤੁਸੀਂ ਸਾਨੂੰ ਫੋਨ ਰਾਹੀਂ ਵੀ ਸੰਪਰਕ ਕਰ ਸਕਦੇ ਹੋ 5166191984 ਤੁਸੀਂ ਸਾਨੂੰ ਈਮੇਲ ਵੀ ਕਰ ਸਕਦੇ info@tv84.tv ਤੇ ਅਸੀਂ ਤੁਹਾਡੇ ਤਹਿ ਦਿਲ ਤੋਂ ਸ਼ੁਕਰਗੁਜ਼ਾਰ ਹੋਵਾਂਗੇ। ਸੋ ਇੱਥੇ ਲੈਣੇ ਬ੍ਰੇਕ ਵਿਊਅਰਸ ਤੁਸੀਂ ਇਸੇ ਤਰ੍ਹਾਂ ਹੀ ਬਣੇ ਰਹਿਣਾ। ਮਿਲਦੇ ਹਾਂ ਆਫਟਰ ਦਿਸ ਸ਼ਾਰਟ ਬ੍ਰੇਕ। ਜਿਹੜਾ ਹੜ੍ਹ ਆਇਆ ਸੀਗਾ ਗੁਰਦੁਆਰਾ ਸਾਹਿਬ ਕਰਤਾਰਪੁਰ ਸਾਹਿਬ ਦੇ ਵਿੱਚ ਬਹੁਤ ਹੀ ਤਬਾਹੀ ਮਚਾਈ ਹੈ ਉਸ ਹੜ੍ਹ ਨੇ। ਟੀਮ ਯੂਨਾਈਟਿਡ 6 ਇੱਥੇ ਪਿੰਡ ਸਸਰਾਲੀ ਵਿਖੇ ਬੰਦ ਬਣਾਉਣ ਦੀ ਸੇਵਾ ਪਿਛਲੇ 2 ਦਿਨਾਂ ਤੋਂ ਗੁਰੂ ਮਹਾਰਾਜ ਯੂਨਾਈਟਿਡ 6 ਵੱਲੋਂ ਵੀ ਲੈ ਰਹੇ ਹਨ ਜੀ। ਟੀਮ ਯੂਨਾਈਟਿਡ 6 ਇੱਥੇ ਹਰ ਵਕਤ ਹਾਜ਼ਰ ਹੈ ਜੀ। ਜਿਸ ਵੀ ਚੀਜ਼ ਦੀ ਜ਼ਰੂਰਤ ਹੋਵੇਗੀ ਉਸ ਚੀਜ਼ ਦੀ ਜਾਣਕਾਰੀ ਟੀਮ ਯੂਨਾਈਟਿਡ 6 ਤੁਹਾਨੂੰ ਪਹੁੰਚਾਉਂਦੀ ਰਹੇਗੀ ਜੀ। ਪੰਜਾਬ ਵਿੱਚ ਆਏ ਹੜ੍ਹਾਂ ਨੇ ਸਭ ਪਾਸੇ ਤਬਾਹੀ ਮਚਾਈ ਹੋਈ ਹੈ। ਚਾਰੇ ਪਾਸੇ ਪਾਣੀ ਹੀ ਪਾਣੀ ਹੈ। ਜਨ ਜੀਵਨ ਬੁਰੀ ਤਰ੍ਹਾਂ ਪ੍ਰਭਾਵਿਤ ਹੋਇਆ ਹੈ। ਫਸਲਾਂ ਤਬਾਹ ਹੋ ਚੁੱਕੀਆਂ ਹਨ ਤੇ ਲੋਕ ਬੇਘਰ ਹੋ ਗਏ ਹਨ। ਪਰ ਹਮੇਸ਼ਾ ਦੀ ਤਰ੍ਹਾਂ ਇਸ ਮੁਸ਼ਕਿਲ ਦੀ ਘੜੀ ਵਿੱਚ ਵੀ ਇੱਕ ਸੰਸਥਾ ਸਹਾਇਤਾ ਲਈ ਅੱਗੇ ਆਈ ਹੈ, ਯੂਨਾਈਟਿਡ 6। ਮੁਸੀਬਤ ਵਿੱਚ ਫਸੇ ਹਜ਼ਾਰਾਂ ਪਰਿਵਾਰਾਂ ਨੂੰ ਯੂਨਾਈਟਿਡ 6 ਦੇ ਸੇਵਾਦਾਰ ਮੀਲਾਂ ਤੱਕ ਪੈਦਲ ਤੁਰ ਕੇ ਕਿਸ਼ਤੀਆਂ ਰਾਹੀਂ ਹਰ ਸੰਭਵ ਅਸੰਭਵ ਤਰੀਕੇ ਨਾਲ ਉਹਨਾਂ ਨੂੰ ਮਦਦ ਦੇਣ ਲਈ ਪਹੁੰਚ ਕਰ ਰਹੇ ਹਨ। ਪ੍ਰਭਾਵਿਤ ਪਰਿਵਾਰਾਂ ਲਈ ਹਰ ਰੋਜ਼ ਉਹ ਭੋਜਨ, ਸਾਫ਼ ਪਾਣੀ, ਦਵਾਈਆਂ, ਮੱਛਰਦਾਨੀਆਂ, ਪਸ਼ੂਆਂ ਲਈ ਚਾਰਾ ਅਤੇ ਹੋਰ ਜ਼ਰੂਰੀ ਵਸਤਾਂ ਦੀ ਸਪਲਾਈ ਕਰ ਰਹੇ ਹਨ। ਪ੍ਰਭਾਵਿਤ ਪਰਿਵਾਰਾਂ ਨੂੰ ਕੋਈ ਮੁਸ਼ਕਿਲ ਨਾ ਹੋਵੇ, ਇਕੱਲਾਪਣ ਨਾ ਲੱਗੇ, ਇਸ ਲਈ ਸੇਵਾਦਾਰ ਹਰ ਰੋਜ਼ ਉਹਨਾਂ ਲਈ ਤਨਦੇਹੀ ਨਾਲ ਸੇਵਾਵਾਂ ਨਿਭਾ ਰਹੇ ਹਨ। ਤੁਸੀਂ ਵੀ ਯੂਨਾਈਟਿਡ 6 ਜਥੇਬੰਦੀ ਨਾਲ ਜੁੜ ਸਕਦੇ ਹੋ। ਆਪਣਾ ਯੋਗਦਾਨ ਪਾਓ ਅਤੇ ਪੀੜਤਾਂ ਦੀ ਸਹਾਇਤਾ ਕਰੋ। ਵਧੇਰੇ ਜਾਣਕਾਰੀ ਲਈ ਤੁਸੀਂ ਸਕਰੀਨ ਤੇ ਦਿੱਤੇ ਨੰਬਰਾਂ ਤੇ ਸੰਪਰਕ ਕਰ ਸਕਦੇ ਹੋ। ਸਿਗਨੇਚਰ ਟਰੱਕ ਸਰਵਿਸ ਰਾਊਟ 81 ਉੱਤੇ ਐਗਜ਼ਿਟ 235 ਤੇ ਟਰੱਕਰ ਵੀਰਾਂ ਲਈ 24 ਘੰਟੇ ਰੋਡ ਸਰਵਿਸ ਦੀ ਸੁਵਿਧਾ ਮੌਜੂਦ। ਹੈਵੀ ਡਿਊਟੀ ਰਿਪੇਅਰ, ਆਇਲ ਚੇਂਜ, ਪੁਰਾਣੇ ਅਤੇ ਨਵੇਂ ਟਾਇਰ, ਕੰਪਿਊਟਰ ਡਾਇਗਨੋਸਟਿਕ, DPF ਕਲੀਨਿੰਗ, ਬ੍ਰੇਕ ਸਰਵਿਸ ਜਾਂ ਰਸਤੇ ਵਿੱਚ ਆਈ ਹਰ ਤਰ੍ਹਾਂ ਦੀ ਰਿਪੇਅਰ ਪ੍ਰੋਫੈਸ਼ਨਲ ਟੀਮ ਵੱਲੋਂ ਕੀਤੀ ਜਾਂਦੀ ਹੈ। ਬ੍ਰੇਕਫਾਸਟ, ਲੰਚ ਅਤੇ ਡਿਨਰ ਲਈ ਪੰਜਾਬੀ ਢਾਬੇ ਦਾ ਆਨੰਦ ਵੀ ਮਾਣੋ। ਡਰਾਈਵਰ ਅਤੇ ਟਰੱਕ ਆਪਰੇਟਰ ਵੀਰ ਡਿਸਪੈਚ ਦੀ ਸਰਵਿਸ ਲਈ ਸਾਡੇ ਨਾਲ ਸੰਪਰਕ ਕਰਨ। ਸਿਗਨੇਚਰ ਟਰੱਕ ਸਰਵਿਸ 58 ਟ੍ਰਾਇਐਂਗਲ ਡਰਾਈਵ, ਵੇਅਰਸ ਕੇਵ, ਵਰਜੀਨੀਆ 24486। ਵਿਊਅਰਸ ਵੈਲਕਮ ਬੈਕ ਟੂ ਪ੍ਰੋਗਰਾਮ। ਸੋ ਵਿਊਅਰਸ ਗੱਲਬਾਤ ਕਰਨ ਜਾ ਰਹੇ ਹਾਂ ਕਿ ਅਗਲੇ ਹਫਤੇ ਮਲੇਸ਼ੀਆ ਵਿੱਚ ਹੋਣ ਵਾਲੀ ਏਸ਼ੀਅਨ ਮੁਲਕਾਂ ਦੀ ਸਮਿਟ ਵਿੱਚ ਮੋਦੀ ਨੇ ਨਾ ਜਾਣ ਦਾ ਫੈਸਲਾ ਕੀਤਾ ਹੈ। ਸੋ ਜ਼ਾਹਿਰ ਹੈ ਕਿ ਇਹ ਫੈਸਲਾ ਇਸ ਲਈ ਲਿਆ ਗਿਆ ਹੈ ਕਿਉਂਕਿ ਪ੍ਰੈਜ਼ੀਡੈਂਟ ਟਰੰਪ ਇਸ ਸਿਖਰ ਸੰਮੇਲਨ ਵਿੱਚ ਆ ਰਹੇ ਹਨ ਅਤੇ ਮੋਦੀ ਉਹਨਾਂ ਦਾ ਸਾਹਮਣਾ ਨਹੀਂ ਕਰ ਸਕਦਾ। ਸੋ ਇਹ ਹੁੰਦਾ ਹੈ ਖੌਫ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਸਾਨੂੰ ਇਸੇ ਤਰ੍ਹਾਂ ਬਣੇ ਰਹਿਣਾ। ਦੇਖਣ ਸੁਣ ਲਿਆ, ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ ਜੀ। ਡਾਕਟਰ ਸਾਹਿਬ ਕੀ ਵਿਚਾਰਾਂ ਨੇ? ਦੇਖੋ, ਕੱਲ ਦੇ ਪ੍ਰੋਗਰਾਮ 'ਚ ਅਸੀਂ ਕਿਹਾ ਸੀ ਕਿ ਵੀ ਮੋਦੀ ਟਰੰਪ ਤੋਂ ਭੱਜ ਰਿਹਾ ਔਰ ਖ਼ਾਸ ਤੌਰ 'ਤੇ ਈਵਨ ਜਿਹੜਾ ਲੇਟੈਸਟ ਬਾਊਟ ਇਸ ਮੁੱਦੇ ਦੇ ਉੱਤੇ ਹੋਇਆ, ਜਿਵੇਂ ਦੰਗਲ ਹੁੰਦਾ ਦੋਵੇਂ ਪਾਸਿਓਂ। ਇੱਕ ਪਾਸੇ ਤਾਂ ਉਹਨਾਂ ਨੇ ਇੰਡੀਅਨ ਮੀਡੀਆ ਨੇ ਸੈਲੀਬ੍ਰੇਟ ਕਰਨਾ ਸੀ। ਦੇਖੋ ਜੀ, ਵਾਈਟ ਹਾਊਸ ਦੇ ਵਿੱਚ ਦੀਵਾਲੀ ਦਾ ਦੀਵਾ ਪਹਿਲਾਂ ਟਰੰਪ ਨੇ ਬਾਲਿਆ। ਇੰਡੀਆ ਦਾ ਐਂਬੈਸਡਰ ਕੁਆਤੜਾ ਵੀ ਉੱਥੇ ਸੀ ਔਰ ਜਿਹੜੀ ਹੈ ਉਹ ਇਹਨਾਂ ਦੀ ਬੀਬੀ ਵੀ ਉੱਥੇ ਸੀ, ਜਿਹੜੀ ਹਿੰਦੂ ਧਰਮ 'ਚ ਕਨਵਰਟ ਕੀਤੀ ਹੋਈ ਹੈ, 19 ਇੰਟੈਲੀਜੈਂਸ ਏਜੰਸੀਆਂ ਨੂੰ ਹੈੱਡ ਕਰਦੀ ਹੈ। ਫਿਰ ਜੀ ਸਾਡਾ ਆਕਾਸ਼ ਪਟੇਲ ਵੀ ਉੱਥੇ ਸੀ। ਲੇਕਿਨ ਉਹ ਟਰੰਪ ਨੇ ਜਿਹੜਾ ਰਿੱਧੇ ਪੱਕੇ ਪਾਵੇ ਪਾਣੀ, ਉਹਨੇ ਜਦੋਂ ਕਿਹਾ ਕਿ ਜੀ ਮੋਦੀ ਨਾਲ ਗ੍ਰੇਟ ਹੋਇਆ, ਅਸੀਂ ਵਪਾਰ ਡਿਸਕਸ ਕੀਤਾ, ਪਾਕਿਸਤਾਨ ਨਾਲ ਜੰਗ ਨਹੀਂ ਕਰਨੀ ਡਿਸਕਸ ਕੀਤਾ, ਔਰ ਮੋਦੀ ਮੰਨ ਗਿਆ ਕਿ ਵੀ ਐਂਡ ਆਫ ਦਾ ਈਅਰ ਤੱਕ ਜਿਹੜਾ ਉਹ ਆਇਲ ਨਹੀਂ ਲਏਗਾ ਰਸ਼ੀਆ ਤੋਂ। ਹੁਣ ਮੋਦੀ ਤਾਂ ਸਿਰਫ ਆਪਣੇ ਜਿਹੜਾ ਟਵੀਟ ਦੇ ਵਿੱਚ ਟਰੰਪ ਦਾ ਥੈਂਕ ਯੂ ਕਰ ਰਿਹਾ ਵੀ ਮੈਨੂੰ ਦੀਪਾਵਲੀ ਦਾ ਜਿਹੜਾ ਉਹ ਵਧਾਈਆਂ ਦਿੱਤੀਆਂ। ਹੁਣ ਤੱਕ ਯਾਨੀ ਟਰੰਪ ਦੇ ਇਸ ਇਨਕਸ਼ਾਫ ਤੋਂ ਬਾਅਦ ਕਿ ਈਵਨ ਦੀਵਾਲੀ ਦੀਆਂ ਗ੍ਰੀਟਿੰਗਸ ਮੌਕੇ ਵੀ ਜਿਹੜੀ ਹੈ ਗੁਫ਼ਤਗੂ ਇਹ ਹੋਈ, ਇਹ ਬਿਲਕੁਲ ਐਲਾਨੀਆ ਸੀ ਕਿ ਏਸ਼ੀਆਨ ਮੁਲਕਾਂ ਦੀ ਜਿਹੜੀ ਕੁਆਲਾਲੰਪੁਰ ਦੇ ਵਿੱਚ 2 ਰੋਜ਼ਾ ਜਿਹੜੀ 26 ਤੋਂ 28 26 27 28 ਇਹਨਾਂ ਦੀ ਸਮਿਟ ਹੋਣ ਜਾ ਰਹੀ ਹੈ। ਏਸ਼ੀਆਨ ਇੱਕ ਵੱਡਾ ਸਮੂਹ ਹੈ 10 ਮੁਲਕਾਂ ਦਾ, ਜਿਸ ਕਿਉਂਕਿ ਜਦੋਂ ਅੱਜ ਅਸੀਂ ਬ੍ਰਿਕਸ ਦੀ ਗੱਲ ਕਰਦੇ ਹਾਂ, ਏਸ਼ੀਆਨ ਦੀ ਗੱਲ ਕਰਦੇ ਹਾਂ,
ਜਾਂ ਯੂਰਪ ਦੇ ਵਿੱਚ ਨੈਟੋ ਦੀ ਗੱਲ ਹੁੰਦੀ ਸੀ ਜਾਂ ਕੁਆਡ ਦੀ, ਇਹਦੇ 'ਚ ਜਿੱਥੇ ਕਿ ਨੈਟੋ ਜਾਂ ਕੁਆਡ ਇਹ ਮੋਰ ਫੌਜੀ ਅਲਾਇੰਸ ਦੇ ਤੌਰ 'ਤੇ ਏਸ਼ੀਆ ਦੇ ਵਿੱਚ ਈਸਟਰਨ ਮੁਲਕਾਂ ਦਾ ਸਮੂਹ ਔਰ ਪ੍ਰੈਜ਼ੀਡੈਂਟ ਟਰੰਪ ਉਸ ਦੇ ਵਿੱਚ ਪਾਰਟਿਸਿਪੇਟ ਕਰ ਰਹੇ ਨੇ, ਕਿਉਂਕਿ ਇਹ ਹਾਲਾਂਕਿ ਕੋਈ ਏਸ਼ੀਆਨ ਦੇ ਹੁਣ ਕੋਈ ਬਹੁਤ ਸਾਰੇ ਕੋਈ ਉਹਦੇ ਮਜ਼ਬੂਤ ਪੈਰ ਨਹੀਂ ਨੇ ਇਸ ਵੇਲੇ, ਜ਼ਿਆਦਾ ਜ਼ੋਰ ਤਾਂ ਬ੍ਰਿਕਸ ਵੱਲ ਆ ਗਿਆ। ਔਰ ਕਿਉਂਕਿ ਬ੍ਰਿਕਸ ਜਿਹੜੀ ਹੈ ਉਸ ਦੇ ਵਿੱਚ ਐਡੀਸ਼ਨਲ ਮੈਂਬਰ, ਇਹ ਤਾਂ ਏਸ਼ੀਆਨ ਜਿਹੜੀ ਹੈ ਏਸ਼ੀਆਡ, ਇਸ ਦੇ ਸਿਰਫ 10 ਦੇਸ਼ ਮੈਂਬਰ ਨੇ, ਲੇਕਿਨ ਬ੍ਰਿਕਸ ਜਿਹੜਾ ਹੈ ਉਹ ਦੁਨੀਆ ਦੀ ਲਗਭਗ 40% ਇਕੋਨਮੀ ਹੈ। ਔਰ ਜਿਹੜਾ ਸਭ ਤੋਂ ਵੱਡਾ ਫੀਅਰ ਹੈ ਅਮਰੀਕਾ ਨੂੰ ਕਿ ਵੀ ਡਾਲਰ ਦੇ ਬਰਾਬਰ ਉਹ ਆਪਣੀ ਕਰੰਸੀ ਫਲੋਟ ਕਰ ਸਕਦੇ ਨੇ, ਆਪਣਾ ਆਲਰੇਡੀ ਏਸ਼ੀਅਨ ਡਿਵੈਲਪਮੈਂਟ ਬੈਂਕ ਇਹ ਉਹ ਬਣਾਇਆ। ਲੇਕਿਨ ਫਿਰ ਵੀ ਜੇ ਪ੍ਰੈਜ਼ੀਡੈਂਟ ਟਰੰਪ ਨੇ ਏਸ਼ੀਆਨ ਇਸ 10 ਨੈਸ਼ਨ ਸਮਿਟ ਜਾਣ ਦਾ ਫੈਸਲਾ ਕੀਤਾ ਤੇ ਉਹਨਾਂ ਨੇ ਕੈਲਕੂਲੇਟ ਕੀਤਾ ਹੋਏਗਾ ਕਿ ਵੀ ਜਿਹੜਾ ਚੀਨ ਦਾ ਵੱਧਦਾ ਇਨਫਲੂਐਂਸ ਹੈ ਸਾਰੇ ਪਾਸੇ, ਉਹਦੇ 'ਚ ਉਹਨੂੰ ਚੈੱਕ ਕੀਤਾ ਜਾਏ। ਏਸ਼ੀਆ ਦੇ ਵਿੱਚ ਜਿਹੜੀ ਹੈ ਉਹ ਚੈੱਕ ਤਾਂ ਇਹ ਹੈ ਕਿ ਵੀ ਅਮਰੀਕਾ ਵੀ ਆਪਣੇ ਜਿਹੜਾ ਉਹ ਖੇਲੇ ਦਾ ਪੇਚ ਵੀ। ਔਰ ਇਸ ਸਭ ਦੇ ਚੱਲਦਿਆਂ ਇਹ ਕੱਲ ਤੱਕ ਇਹ ਜਿਹੜਾ ਬਿਲਕੁਲ ਅਸੀਂ ਕੱਲ ਦੇ ਪ੍ਰੋਗਰਾਮ 'ਚ ਕਿਹਾ ਸੀ ਕਿ ਹੁਣ ਇਹ ਜੋ ਟਰੰਪ ਨੇ ਕਹਿ ਦਿੱਤਾ ਮੋਦੀ ਦੌੜ ਜਾਏਗਾ, ਉਹ ਨਹੀਂ ਜਾਏਗਾ, ਕਿਉਂਕਿ ਉਹਨੂੰ ਪਤਾ ਹੈ ਕਿ ਵੀ ਇਹ ਉੱਥੇ ਤਾਂ ਟਰੰਪ ਨੇ ਆਮੋ ਸਾਹਮਣੇ 20 'ਚ ਕਹਿਣਾ ਕਿ ਵੀ ਹੋਈ ਨਹੀਂ ਗੱਲ, ਝੂਠ ਬੋਲਦਾ ਮੋਦੀ, ਯੂ ਆਰ ਲਾਇੰਗ। ਤੇ ਇਹਦੇ 'ਚ ਇੰਨੀ ਹਿੰਮਤ ਨਹੀਂ ਹੋਣੀ ਕਿ ਵੀ ਇਹ ਵਾਪਸ ਚੁੱਕ ਕੇ ਨੋ 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 ਆਈ ਐਮ ਟੈਲਿੰਗ ਦਾ ਟਰੂਥ। ਸੋ ਇਹਨਾਂ ਹਾਲਾਤਾਂ 'ਚ ਹੁਣ ਤੁਸੀਂ ਹੁਣ ਝੂਠ ਉਹ ਹੁੰਦਾ ਹੈ ਜਿਹੜਾ ਤੁਸੀਂ ਬੋਲੋ ਤਾਂ ਪਤਾ ਨਾ ਲੱਗੇ, ਉਹ ਝੂਠ ਕਿਹੜਾ ਜਿਹੜਾ ਫੜਿਆ ਜਾਏ, ਭਾਵੇਂ ਬਾਅਦ 'ਚ ਤਾਂ ਫੜਿਆ ਜਾਂਦਾ, ਮੌਕੇ 'ਤੇ ਹੀ ਫੜਿਆ ਜਾਏ। ਹੁਣ 4 ਦਿਨ ਪਹਿਲਾਂ ਮਲੇਸ਼ੀਆ ਦੇ ਜਿੱਥੇ ਹੋਣੀ ਹੈ, ਕੁਆਲਾਲੰਪੁਰ 'ਚ ਹੋਣਾ ਹੈ, ਮੁਲਕ ਦੇ ਲਈ ਕਿਸੇ ਲਈ ਆਨਰ ਦੀ ਗੱਲ ਹੁੰਦੀ ਹੈ, ਉਹਨੇ ਐਲਾਨ ਕੀਤਾ ਸੀ ਕਿ ਮੋਦੀ ਨਾਲ ਮੇਰੀ ਗੱਲ ਹੋਈ ਹੈ, ਮੋਦੀ ਵਿਲ ਬੀ ਕਮਿੰਗ, ਕਿਉਂਕਿ ਉਹ ਖੁਦ ਵੀ ਜਾ ਕੇ ਆਇਆ ਪਿੱਛੇ। ਹੁਣ ਜਦੋਂ ਟਰੰਪ ਨੇ 2 ਦਿਨ ਦੇ ਵਿੱਚ ਫਿਰ ਮੋਦੀ ਦੌੜ ਗਿਆ ਤੇ ਉਹਨੇ ਮਲੇਸ਼ੀਆ ਦਾ ਜਿਹੜਾ ਪ੍ਰੈਜ਼ੀਡੈਂਟ ਹੈ, ਪ੍ਰਾਈਮ ਮਿਨਿਸਟਰ ਜੋ ਵੀ ਹੈ, ਉਹ ਇਹ ਕਹਿ ਰਿਹਾ ਹੈ ਕਿ ਜੀ ਮੋਦੀ ਇਸ ਲਈ ਨਹੀਂ ਆ ਰਿਹਾ ਕਿਉਂਕਿ ਉਹ ਦੀਵਾਲੀ ਦੇ ਫੰਕਸ਼ਨਾਂ ਦੇ ਵਿੱਚ ਬਿਜ਼ੀ ਹੈ। ਹਾਲਾਂ ਦੀਵਾਲੀ ਤਾਂ ਹੋ ਗਈ, ਉਹਨੂੰ ਝੂਠੇ ਬੋਲਿਆ ਹੋਣਾ, ਉਹਨੂੰ ਮੋਦੀ ਨੇ ਇਹ ਕਿਹਾ ਹੋਣਾ ਕਿ ਜੀ ਮੈਂ ਫਿਰ ਉਹਨਾਂ ਦੇ ਜਿਹੜੇ ਝੂਠ ਨੂੰ ਅੱਗੇ ਲਿਜਾਣ ਵਾਲੇ ਹੁੰਦੇ ਨੇ, ਨਹੀਂ ਜੀ ਬਾਕੀ ਦੀਵਾਲੀ ਹੋ ਗਈ, ਗੁਜਰਾਤ ਦੇ ਵਿੱਚ 8 ਦਿਨ ਹੁੰਦੀ ਹੈ ਕਿ 9 ਦਿਨ ਹੁੰਦੀ ਹੈ, ਜਾਂ ਗੁਜਰਾਤੀ ਦੀਵਾਲੀ ਚੱਲ ਰਹੀ ਹੈ। ਉੱਥੋਂ ਵਾਲਿਆਂ ਨੇ ਕਿਹਾ ਵੀ ਮੋਦੀ ਤਾਂ ਬਿਹਾਰ ਦੇ ਵਿੱਚ ਚੋਣ ਜਲਸਿਆਂ ਨੂੰ ਸੰਬੋਧਨ ਕਰਨ ਜਾ ਰਿਹਾ, ਉਹ ਗੁਜਰਾਤ ਦੇ ਵਿੱਚ ਜਿਹੜਾ ਕੋਈ ਦੀਵਾ ਬਾਲਣ ਥੋੜੀ ਜਾ ਰਿਹਾ। ਸੋ ਕਹਿਣ ਦਾ ਮਤਲਬ ਇਹ ਹੈ ਵੀ 99.9% ਜਿਹੜੇ ਨੇ, ਈਵਨ ਭਾਰਤ ਦੇ ਵੀ ਯੂਟਿਊਬਰ ਔਰ ਦੂਸਰੇ, ਉਹਨਾਂ ਨੇ ਕਿਹਾ ਕਿ ਜੀ ਮੋਦੀ ਇੰਨਾ ਖੌਫਜ਼ਦਾ ਹੈ ਟਰੰਪ ਤੋਂ ਕਿ ਵੀ ਉਹਨੂੰ ਫੇਸ ਹੀ ਨਹੀਂ ਕਰਨਾ ਚਾਹੁੰਦਾ। ਫਿਰ ਹੁਣ ਉਹ ਸਾਰਾ ਉਹਦਾ ਚਿੱਠਾ ਕੱਢ ਲਿਆ ਵੀ ਉਹ ਮੋਦੀ ਜਿਹਦਾ ਪੈਰ ਦਿੱਲੀ 'ਚ ਟਿਕਦਾ ਹੀ ਨਹੀਂ ਸੀ ਹੁੰਦਾ ਸੀ, ਉਹਨੇ UN ਜਨਰਲ ਅਸੈਂਬਲੀ 'ਚ ਨਹੀਂ ਆਇਆ। ਇਹ ਈਜਿਪਟ ਦੇ ਵਿੱਚ ਜਿੱਥੇ 25 ਮੁਲਕਾਂ ਦੇ ਹੈੱਡ ਆਏ ਜਦੋਂ ਕਿ ਪੀਸ ਅਕਾਰਡ ਜਾਂ ਸੀਜ਼ਫਾਇਰ ਲਾਗੂ ਹੋਇਆ ਗਜ਼ਾ ਦੇ ਵਿੱਚ, ਉਸ ਦੇ ਵਿੱਚ ਵੀ ਮੋਦੀ ਨਹੀਂ ਆਇਆ। ਫਿਰ ਜਿਹੜਾ ਉਹ ਕੈਨੇਡਾ ਜਦੋਂ G7 ਵੇਲੇ ਆਇਆ, ਟਰੰਪ ਨੇ ਕਿਹਾ ਵੀ ਇੱਥੋਂ ਦੀ ਹੁੰਦਾ ਜਾਏ, ਉਦੋਂ ਵੀ ਦੌੜ ਗਿਆ। ਤੇ ਹੁਣ ਇਹ ਹੋਪ ਸੀ ਕਿ ਵੀ ਮਲੇਸ਼ੀਆ ਦੇ ਵਿੱਚ ਆਪਸੀ ਮੁਲਾਕਾਤ ਹੋ ਸਕਦੀ ਹੈ, ਪਰ ਉਹਨਾਂ ਨੇ ਕਿਹਾ ਜੀ ਨਹੀਂ, ਮੋਦੀ ਜੀ ਜਿਹੜੇ ਨੇ, ਹਾਲਾਂ ਇਹ ਮਲੇਸ਼ੀਆ ਵਾਲਾ ਕਹਿ ਰਿਹਾ, ਉਹਨੂੰ ਕਿਹਾ ਜੀ ਮੈਂ ਦੀਵਾਲੀ ਤੇ ਬਿਜ਼ੀ ਹਾਂ। ਓਵਰਆਲ ਇਹਨਾਂ ਦੀ ਸਟੇਟਮੈਂਟ ਕੁਛ ਨਹੀਂ ਹੈ। ਐਸ ਜੈਸ਼ੰਕਰ ਉੱਥੇ ਜਾਏਗਾ ਤੇ ਮੋਦੀ ਹੈ ਜੀ ਮੈਂ ਵਰਚੁਅਲੀ ਜਾਂ ਥਰੂ ਜ਼ੂਮ ਉਹਦਾ ਕੋਈ ਮਤਲਬ ਨਹੀਂ ਹੁੰਦਾ। ਸੋ ਇਸ ਸਾਰੇ ਦੇ ਚੱਲਦਿਆਂ ਟਰੰਪ ਨੇ ਹੁਣ ਡਾਂਗ ਫੜ ਲਈ ਹੈ ਰੂਸ ਦੇ ਉੱਤੇ ਵੀ, ਜਿਵੇਂ ਉਹਨੇ ਮੀਟਿੰਗ ਪਹਿਲਾਂ ਕੈਂਸਲ ਕੀਤੀ ਜਿਹੜੀ ਪੁਤਿਨ ਦੇ ਨਾਲ ਹੋਣ ਦੀ ਸੰਭਾਵਨਾ ਸੀ। ਉਹਨੇ ਕਿਹਾ ਵੀ ਨਾਟ ਟੂ ਵੇਸਟ ਟਾਈਮ, ਔਰ ਉਹਨਾਂ ਨੇ ਦੇਖ ਲਿਆ ਕਿ ਵੀ ਇਹ 2 ਘੰਟੇ ਗੱਲਬਾਤ ਪਿਛਲੇ ਹਫਤੇ ਹੋਈ, ਉਸ ਤੋਂ ਬਾਅਦ ਸੀ ਵੀ ਇਹ ਮੀਟਿੰਗ ਹੋਏਗੀ। ਸੋ ਉਹਨੂੰ ਡਿਸਮਿਸ ਕਰਤਾ ਗੱਲਬਾਤ ਨੂੰ। ਪਰ ਨਾਲ ਦੀ ਨਾਲ ਇਹ ਜਿਹੜੀ ਸਟਿਕ ਵੀ ਕੱਢ ਲਈ, ਜਿਹੜੀਆਂ ਸੈਂਕਸ਼ਨਸ ਨੇ ਐਡੀਸ਼ਨਲ ਰੂਸੀ ਕੰਪਨੀਆਂ ਤੇ ਲਾਈਆਂ, ਔਰ ਨਾਲ ਦੀ ਨਾਲ ਇਹ ਵੀ ਕਿ ਜਿਹੜੀਆਂ ਦੂਸਰੀਆਂ ਕੰਪਨੀਆਂ ਉਹਨਾਂ ਕੰਪਨੀਆਂ ਦੇ ਨਾਲ ਡੀਲ ਕਰਨਗੀਆਂ, ਉਹਨਾਂ ਦੇ ਉੱਤੇ ਵੀ ਸੈਂਕਸ਼ਨ। ਹੁਣ ਇਹ ਜਿਹੜਾ 2 ਪਾਰਟ ਉਹ ਸਾਰੇ 'ਚ ਆਏ ਕਿ US ਨੇ ਅਨਾਉਂਸ ਕੀਤਾ, US ਅਨਾਉਂਸਿਸ ਨਿਊ ਸੈਂਕਸ਼ਨਸ ਅਗੇਂਸਟ ਰਸ਼ੀਆਜ਼ 2 ਬਿਗੇਸਟ ਆਇਲ ਕੰਪਨੀਜ਼। ਔਰ ਇਹ ਜਿਹੜੀਆਂ 2 ਕੰਪਨੀਆਂ ਨੇ, ਰੋਜ਼ਨੈਫਟ ਤੇ ਲਿਊਕੋਇਲ, ਤੇ ਉਹਨਾਂ ਦੀਆਂ ਫਿਰ ਡਜ਼ਨਸ ਆਫ ਸਬਸਿਡਰੀਜ਼ ਨੇ, ਇਹ ਸਾਰੀਆਂ ਇਹਦੇ ਨਾਲ ਪ੍ਰਭਾਵਿਤ ਹੋਣਗੀਆਂ।
ਔਰ ਇਸ ਸਾਰੇ ਦੇ ਚਲਦਿਆਂ ਭਾਰਤ ਦੇ ਉੱਤੇ ਕੀ ਦਾ ਇਫੈਕਟ ਹੋਏਗਾ, ਕਿਉਂਕਿ ਰਿਲਾਇੰਸ ਜਿਹੜੀ ਹੈ ਉਹ ਇਹਨਾਂ ਦੇ ਨਾਲ ਹੀ ਜੁੜੀ ਹੋਈ ਹੈ। ਇਹਦਾ ਮਤਲਬ ਇਹ ਹੈ ਕਿ ਵੀ ਜਿਹੜਾ ਹੁਣ ਭਾਰਤ ਦੀਆਂ ਇਹ ਬਾਏ ਕਰਨ ਵਾਲੀਆਂ ਰਸ਼ੀਅਨ ਆਇਲ ਕੰਪਨੀਆਂ ਵੀ ਜੇ ਬਾਏ ਕਰਨਾ ਬੰਦ ਨਹੀਂ ਕਰਨਗੀਆਂ ਤੇ ਫਿਰ ਉਹ ਸੈਂਕਸ਼ਨਸ ਦਾ ਸ਼ਿਕਾਰ ਹੋਣਗੀਆਂ। ਔਰ ਇਹ ਉਹਨਾਂ ਨੇ ਕਿਹਾ ਵੀ ਮੈਂ ਇਹਨੂੰ ਪੁਤਿਨ ਨੂੰ ਵਾਰਨਿੰਗ ਦੇ ਰਿਹਾ, ਪਰ ਹੁਣ ਇਹ ਦੇਖਣ ਵਾਲੀ ਗੱਲ ਇਹ ਹੋਏਗੀ ਕਿ ਭਾਰਤ ਦੇ ਹਵਾਲੇ ਨਾਲ ਇਹ ਤਾਂ ਖਬਰ ਹੋਈ ਕਿ ਭਾਈ ਏਸ਼ੀਅਨ ਮੀਟਸ ਵੀ ਨਹੀਂ ਜਾ ਰਿਹਾ, ਲੇਕਿਨ ਜਿਹੜੀ ਖਬਰ ਨੇ ਦੂਸਰੇ ਪਾਸੇ ਵੀ ਥੋੜਾ ਵਕਤਾ ਪਾਇਆ ਕਿ US sanctions Russian oil majors over Ukraine, Indian refiners poised to cut Russian crude buys। ਜਿਹੜਾ 22 ਉਹ ਇੰਡੀਅਨ ਕੰਪਨੀਆਂ ਵੀ ਹੋ ਰਹੇ, ਉਹਨਾਂ ਦੀ ਆਪਣੀ ਰॉयटर ਦੀ ਇਹ ਖਬਰ ਹੈ ਕਿ ਜਿਹੜੀਆਂ 2 ਬਿਗੇਸਟ ਆਇਲ ਕੰਪਨੀਜ਼ ਤੇ ਸੈਂਕਸ਼ਨਸ ਲਾਈਆਂ ਨੇ ਰਸ਼ੀਆ ਨੇ, ਉਸ ਦਾ ਇਫੈਕਟ ਭਾਰਤ ਦੇ ਉੱਤੇ ਵੀ ਹੋਏਗਾ। ਔਰ ਉਹਨਾਂ ਨੇ ਕਿਹਾ ਵੀ ਆਲਰੇਡੀ ਕਿਉਂਕਿ ਟਰੰਪ ਨੇ ਰੀਟਰੇਟ ਕੀਤਾ ਕਿ ਇੰਡੀਆ ਹੈਜ਼ ਐਗਰੀਡ ਟੂ ਸਟਾਪ ਬਾਇੰਗ ਆਇਲ ਫਰੋਮ ਰਸ਼ੀਆ ਐਂਡ ਵੁੱਡ ਬ੍ਰਿੰਗ ਇਟਸ ਆਇਲ ਪਰਚੇਜ਼ਸ ਡਾਊਨ ਟੂ ਆਲਮੋਸਟ ਨਥਿੰਗ ਬਾਈ ਦ ਐਂਡ ਆਫ ਦ ਈਅਰ। ਹੁਣ ਕਿਉਂਕਿ ਇਹਦਾ ਰॉयटर ਦਾ ਇਹ ਕਹਿਣਾ ਵੀ ਇਹ ਜਿਹੜੀਆਂ US ਨੇ ਆਇਲ ਜਾਇੰਟ ਰਸ਼ੀਆ ਦੇ ਨੇ ਰੋਜ਼ਨੈਫਟ ਔਰ ਲਿਕੋਇਲ, ਉਹਨਾਂ ਦੇ ਉੱਤੇ ਜਿਹੜੀਆਂ ਪਾਬੰਦੀਆਂ ਲਾਈਆਂ ਨੇ ਇਹ 5% ਗਲੋਬਲ ਆਇਲ ਆਊਟਪੁੱਟ ਦੇ ਲਈ ਇਹ ਜ਼ਿੰਮੇਵਾਰ ਨੇ। ਔਰ ਇਹਨਾਂ US ਟ੍ਰੇਜਰੀ ਨੇ ਨਵੰਬਰ 21 ਤੱਕ ਟਾਈਮ ਦਿੱਤਾ ਇਹਨਾਂ ਕੰਪਨੀਆਂ ਨੂੰ ਕਿ ਵਾਈਂਡ ਡਾਊਨ ਦੇਅਰ ਟ੍ਰਾਂਜੈਕਸ਼ਨਸ ਵਿਦ ਦ ਰਸ਼ੀਅਨ ਆਇਲ ਪ੍ਰੋਡਕਟਸ। ਇਹ ਵੱਡੀਆਂ ਕੰਪਨੀਆਂ ਦੁਨੀਆ ਦੀਆਂ ਨੇ ਕਿ ਰਸ਼ੀਆ ਦੇ ਨਾਲ ਡੀਲ ਬਿਲਕੁਲ ਬੰਦ ਕਰੋ, ਕਿਉਂਕਿ ਜਿਹੜੀ ਸੈਂਸਲੈਸ ਵਾਰ ਪੁਤਿਨ ਕਰ ਰਿਹਾ ਤੁਸੀਂ ਇਸ ਨੂੰ ਐਨਕਰੇਜ ਕਰ ਰਹੇ ਹੋ। ਹੁਣ ਇਸ ਸਾਰੇ ਦੇ ਨਾਲ ਭਾਰਤ ਦੇ ਉੱਤੇ ਕੀ ਪ੍ਰਭਾਵ ਪਏਗਾ, ਔਰ ਇਹਦੇ 'ਚ ਉਹਨਾਂ ਨੇ ਕਿਹਾ ਵੀ ਜਿਹੜੀਆਂ ਭਾਰਤ ਦੀਆਂ ਸਟੇਟ ਓਨਡ ਆਇਲ ਰਿਫਾਈਨਰੀਜ਼ ਨੇ, ਜਿਨ੍ਹਾਂ ਦੇ ਵਿੱਚ ਇੰਡੀਅਨ ਆਇਲ ਕਾਰਪੋਰੇਸ਼ਨ, ਭਾਰਤ ਪੈਟਰੋਲੀਅਮ, ਹਿੰਦੁਸਤਾਨ ਪੈਟਰੋਲੀਅਮ, they are reviewing their Russian oil trade documents to ensure no supply will be coming directly from Rosneft and Lukoil, though trade sources said their purchases are typically made through intermediaries। ਹੁਣ ਜਦੋਂ ਇਹ 2 ਕੰਪਨੀਆਂ ਨੇ, ਇਹਨਾਂ ਤੋਂ ਇਹ ਭਾਰਤ ਦੀਆਂ ਇੰਡੀਅਨ ਆਇਲ ਕਾਰਪੋਰੇਸ਼ਨ, ਭਾਰਤ ਪੈਟਰੋਲੀਅਮ ਔਰ ਰਿਲਾਇੰਸ, ਇਹ ਸਾਰੇ ਜਿਹੜੇ ਨੇ ਇਸ ਦੇ ਨਾਲ ਪ੍ਰਭਾਵਿਤ ਹੋਣਗੇ। ਇਹ ਕਿੰਨੇ % ਹੋਣਗੇ ਕਿੰਨੇ ਨਹੀਂ ਇਹ ਆਉਣ ਵਾਲੇ, ਪਰ ਆਲਰੇਡੀ ਜਿਹੜਾ ਉਹਦਾ ਪਿੰਚ ਆ ਉਹਨਾਂ ਨੂੰ ਮਹਿਸੂਸ ਹੋਣਾ ਸ਼ੁਰੂ ਹੋ ਗਿਆ। ਔਰ ਕਾਂਗਰਸ ਨੇ ਵੀ ਇਸ ਦੇ ਉੱਤੇ ਪੂਰੀ ਚੁਟਕੀ ਲਈ ਹੈ ਕਿ ਮੋਦੀ ਜਿਹੜਾ ਬਿਲਕੁਲ ਡਰਦਾ ਹੈ, ਭਗੌੜਾ ਹੈ। ਉਹਨਾਂ ਨੇ ਕਿਹਾ ਮੋਦੀ ਪ੍ਰਪੋਜ਼ਸ, ਰਿਲਾਇੰਸ ਡਿਸਪੋਜ਼ਸ, ਟਰੰਪ ਐਕਸਪੋਜ਼ਸ। ਕਿ ਵੀ ਮੋਦੀ ਨੇ ਕੀ ਖਾਬ ਸੋਚੇ ਸੀ, ਤੇ ਜਿਹੜਾ ਹੁਣ ਸੈਂਕਸ਼ਨਸ ਦੇ ਨਾਲ ਰਿਲਾਇੰਸ ਅਡਾਨੀ ਉਹਦਾ ਯਾਰ ਵੀ ਉਹ ਉਧਰ ਨੂੰ ਤੋੜ ਦਿੱਤਾ ਪਾਬੰਦੀਆਂ ਦੇ ਨਾਲ, ਤੇ ਇਧਰ ਟਰੰਪ ਐਕਸਪੋਜ਼ਸ। ਟਰੰਪ ਜਿਹੜਾ ਹੈ ਉਹ ਮੋਦੀ ਦੇ ਜਿਹੜੀ ਅੰਦਰੂਨੀ ਕੀ ਕਮਜ਼ੋਰੀਆਂ ਨੇ ਉਹਨਾਂ ਸਾਰੀਆਂ ਨੂੰ ਬਾਰ-ਬਾਰ ਐਕਸਪੋਜ਼ ਕਰ ਰਿਹਾ ਹੈ। ਔਰ ਮੋਦੀ ਜਿਹੜਾ ਹੈ ਉਹ ਉਹਦਾ ਰਨ ਹੈ। ਔਰ ਉਹਨਾਂ ਨੇ ਕਿਹਾ ਕਿ ਵੀ ਇਹ posting messages in praise of President Trump on social media is one thing, but to be seen hobnobbing physically with the man who has claimed 53 times that he stopped Operation Sindoor, as has claimed 5 times that India has promised to stop buying oil from Russia, is another matter। ਔਰ ਇਹ ਉਹਨਾਂ ਨੇ ਕਿਹਾ ਕਿ ਵੀ ਇਹ ਜਿਹੜਾ ਮੋਦੀ ਹੈ ਇਹ ਹੁਣ ਯਾਦ ਕਰ ਰਿਹਾ ਹੋਣਾ ਉਸ ਗਾਣੇ ਨੂੰ ਜਿਹੜਾ ਬਾਲੀਵੁੱਡ ਦਾ, ਬਚ ਕੇ ਰਹਿਣਾ ਰੇ ਬਾਬਾ, ਬਚ ਕੇ ਰਹਿਣਾ ਰੇ। ਜੀ ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਸੋ ਥਲੇ ਨੇ ਬ੍ਰੇਕ ਫਿਊਅਰਸ ਅਤੇ ਸਨੇ ਇਸੇ ਤਰ੍ਹਾਂ ਬੜੇ ਰਹਿਣਾ, ਮਿਲਦੇ ਆਫਟਰ ਦਿਸ ਸ਼ਾਰਟ ਬ੍ਰੇਕ। ਕੀ ਤੁਸੀਂ ਰੋਜ਼ਾਨਾ ਕੰਮ ਤੇ ਆਪਣਾ ਵਧੇਰੇ ਸਮਾਂ ਬਿਤਾਉਣ ਤੋਂ ਪਰੇਸ਼ਾਨ ਹੋ? ਆਪਣੀ ਪੂੰਜੀ ਨੂੰ ਕੰਮ ਤੇ ਲਗਾਓ, ਸਾਡੇ ਨਾਲ ਇਨਵੈਸਟ ਕਰੋ। ਅਸੀਂ ਤੁਹਾਡੀ ਪੂੰਜੀ ਤੋਂ ਤੁਹਾਡੇ ਲਈ ਵਧੇਰੇ ਪੈਸੇ ਬਣਾ ਸਕਦੇ ਹਾਂ। ਅਸੀਂ ਪ੍ਰਾਈਵੇਟ ਇਕੁਇਟੀ ਇਨਵੈਸਟਮੈਂਟ ਫਰਮ ਹਾਂ ਤੇ ਕਮਰਸ਼ੀਅਲ ਰੀਅਲ ਏਸਟੇਟ ਵਿੱਚ ਮਾਹਿਰ ਹਾਂ। ਪ੍ਰਾਪਰਟੀ ਮੈਨੇਜਮੈਂਟ, ਲੀਜ਼ਿੰਗ, ਐਸੈਟ ਮੈਨੇਜਮੈਂਟ, ਕਮਰਸ਼ੀਅਲ ਰੀਅਲ ਏਸਟੇਟ ਇਨਵੈਸਟਮੈਂਟ ਵਿੱਚ ਸਾਰੀਆਂ ਸੇਵਾਵਾਂ ਲਈ ਅਮਰੀਕਾ ਭਰ ਵਿੱਚੋਂ ਤੁਸੀਂ ਸਾਡੇ ਤੱਕ ਪਹੁੰਚ ਕਰ ਸਕਦੇ ਹੋ। ਆਜ਼ਾਦ ਕਮਰਸ਼ੀਅਲ ਰੀਅਲਟੀ ਸਰਵਿਸਿਜ਼ ਦੇ ਆਜ਼ਾਦ ਫੈਮਿਲੀ ਟਰਸਟ, 701 ਨੌਰਥ ਪੋਰਟ ਓਕ ਰੋਡ, ਸੂਈਟ ਨੰਬਰ 204, ਹਿਊਸਟਨ, ਟੈਕਸਸ। ਤੁਸੀਂ ਸਾਨੂੰ ਸਾਡੇ ਫੋਨ ਨੰਬਰ 7136861277
ਤੇ ਵੀ ਸੰਪਰਕ ਕਰ ਸਕਦੇ ਹੋ। ਆਜ਼ਾਦ ਕਮਰਸ਼ੀਅਲ ਰਿਅਲਟੀ ਸਰਵਿਸਿਜ਼। ਕੀ ਤੁਸੀਂ ਆਪਣੇ ਟੈਕਸਿਸ ਨੂੰ ਲੈ ਕੇ ਚਿੰਤਤ ਹੋ? ਤੁਸੀਂ ਆਪਣੀ ਕਮਾਈ ਲਈ ਮਿਹਨਤ ਕਰਦੇ ਹੋ, ਭਾਵੇਂ ਤੁਸੀਂ ਨੌਕਰੀ ਵਿੱਚ ਹੋਵੋ ਜਾਂ ਆਪਣਾ ਬਿਜ਼ਨਸ ਚਲਾਉਂਦੇ ਹੋ। ਜਦੋਂ ਟੈਕਸ ਭਰਨ ਦਾ ਸਮਾਂ ਆਉਂਦਾ ਹੈ ਤਾਂ ਤੁਹਾਨੂੰ ਇੱਕ ਭਰੋਸੇਯੋਗ ਟੈਕਸ ਅਕਾਊਂਟੈਂਟ ਦੀ ਲੋੜ ਹੈ ਜੋ ਟੈਕਸ ਬੈਲੈਂਸ ਦਾ ਤੁਹਾਡੇ ਪੱਖ ਵਿੱਚ ਜਾਣਾ ਯਕੀਨੀ ਬਣਾਵੇ। ਸਿਆਟਲ ਦੀ ਜਾਣੀ ਪਹਿਚਾਣੀ ਕੰਪਨੀ ਐਕੂਰੇਟ ਅਕਾਊਂਟੈਂਟਸ ਐਂਡ ਟੈਕਸਿਸ ਤੁਹਾਡੀ ਸੇਵਾ ਵਿੱਚ ਹਾਜ਼ਰ ਹੈ। ਅਸੀਂ ਹਰ ਤਰ੍ਹਾਂ ਦੇ ਟੈਕਸ ਭਰਨ ਵਿੱਚ ਤੁਹਾਡੀ ਮਦਦ ਕਰਾਂਗੇ। ਟੈਕਸ ਸੰਬੰਧੀ ਕਿਸੇ ਵੀ ਤਰ੍ਹਾਂ ਦੇ ਸਵਾਲ ਲਈ ਅੱਜ ਹੀ ਸਾਡੇ ਤੱਕ ਪਹੁੰਚ ਕਰੋ। ਐਕੂਰੇਟ ਅਕਾਊਂਟੈਂਟਸ ਐਂਡ ਟੈਕਸਿਸ। ਦਰਸ਼ਕੋ, ਬ੍ਰੇਕ ਤੋਂ ਬਾਅਦ ਤੁਹਾਡਾ ਸਭ ਦਾ ਭਰਪੂਰ ਸਵਾਗਤ ਹੈ। ਸੋ ਵੀਅਰਸ, ਗੱਲਬਾਤ ਕਰਨ ਜਾ ਰਹੇ ਹਾਂ ਕਿ ਭਾਰਤ ਵਿੱਚ 2014 ਤੋਂ ਬਣੀ ਮੋਦੀ ਦੀ ਹਿੰਦੂਤਵੀ ਸਰਕਾਰ ਨੇ ਸਭ ਸੰਸਥਾਵਾਂ ਦਾ ਭਗਵਾਕਰਨ ਜਿਹੜਾ ਕਰ ਦਿੱਤਾ ਹੈ। ਔਰ ਪਾਕਿਸਤਾਨ ਦੇ ਪ੍ਰਸਿੱਧ ਪੱਤਰਕਾਰ ਅਬਦੁਲ ਕਾਦਰ ਨੇ ਦਾ ਨੇਸ਼ਨ ਜਿਹੜੇ ਅਖਬਾਰ ਵਿੱਚ ਇੱਕ ਕਾਲਮ ਲਿਖਿਆ ਹੈ ਜਿਸ ਦਾ ਅਨੁਮਾਨ ਹੈ ਭਾਰਤੀ ਫੌਜ ਦਾ ਭਗਵਾ ਕਰਨਾ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ। ਦੇਖਣ ਸੁਣ ਲਈ ਐਂਡ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ ਜੀ। ਡਾਕਟਰ ਸਾਹਿਬ ਕੀ ਵਿਚਾਰ ਹਨ? ਦੇਖੋ, ਸਾਨੂੰ ਇਸ ਗੱਲ ਦੀ ਖੁਸ਼ੀ, ਫਖਰ, ਮਾਣ ਹੈ ਕਿ ਦਸੰਬਰ 2012 ਤੋਂ TV 84 ਦੇ ਇਸ ਸੱਚੋ ਸੱਚ ਦੇ ਪਲੇਟਫਾਰਮ ਤੋਂ ਅਸੀਂ ਆਪਣੇ ਪਾਕਿਸਤਾਨੀ ਭੈਣਾਂ ਭਰਾਵਾਂ, ਗਲੋਬਲੀ ਦੁਨੀਆ ਭਰ 'ਚ ਡਾਇਸਪੋਰਾ ਪਾਕਿਸਤਾਨੀ, ਉਹਨਾਂ ਦੇ ਨਾਲ ਵੀ ਜਿਹੜਾ ਸਾਡੀਆਂ ਸਾਂਝਾਂ ਬਣੀਆਂ। ਕਿਉਂਕਿ ਬਹੁਤ ਕੁਛ ਅਸੀਂ ਜਦੋਂ ਸਾਂਝਾਂ ਦੀ ਗੱਲ ਕਰਦੇ ਹਾਂ, ਮਤਭੇਦ, ਡਿਫਰੈਂਸਿਸ ਆਪਣੀ ਥਾਂ 'ਤੇ ਨੇ, ਲੇਕਿਨ ਬਹੁਤ ਸਾਰੀਆਂ ਸਾਂਝਾਂ ਦੇ ਬਾਵਜੂਦ ਸਾਡੇ ਦੁਸ਼ਮਣ ਨੇ ਇਸ ਕਿਸਮ ਦੀ ਇੱਕ ਕੰਧ ਕ੍ਰੀਏਟ ਕੀਤੀ ਹੋਈ ਸੀ ਜਿਹਦਾ ਵਸਟ ਅਸੀਂ 47 ਦੇ ਉਸ ਪਾਗਲਪਨ ਦੇ ਦੌਰ 'ਚ ਦੇਖਿਆ। ਫਿਰ ਕਿਵੇਂ ਉਹਨਾਂ ਨੇ ਕੰਪਾਰਟਮੈਂਟਲਾਈਜ਼ ਕਰਕੇ ਰੱਖਿਆ। ਇੱਧਰੋਂ ਬਿਲਕੁਲ ਜਿਹੜਾ ਉਹ ਬੰਦ ਵਾਂਗ ਸੀ। ਈਵਨ ਗੁਰਦੁਆਰਿਆਂ ਦੇ ਦਰਸ਼ਨਾਂ ਦੇ ਉੱਤੇ ਵੀ ਪਾਬੰਦੀ। ਹੁਣ ਵੀ ਅਸੀਂ ਦੇਖਦੇ ਹਾਂ ਉਹਨਾਂ ਦਾ ਰਵੱਈਆ ਜਿਹੜਾ ਉਹ ਮੈਚ ਖੇਡਿਆ ਜਾ ਸਕਦਾ ਇੰਡੀਆ ਨਾਲ। ਕਰਤਾਰਪੁਰ ਸਾਹਿਬ ਦੇ ਜਿਹੜਾ ਉਹ ਬੰਦ ਕੀਤਾ ਹੋਇਆ ਕੋਰੀਡੋਰ ਵੀ। ਲੇਕਿਨ ਅਲਟੀਮੇਟਲੀ ਸੋਸ਼ਲ ਮੀਡੀਆ ਜਿਹੜਾ ਇੱਕ ਗੇਮ ਚੇਂਜਰ ਤਾਂ ਹੁਣ ਬਣਦਾ ਹੈ, ਲੇਕਿਨ ਦਸੰਬਰ 2012 ਤੋਂ ਬਾਅਦ ਹੀ ਅਸੀਂ ਇਸ ਪਲੇਟਫਾਰਮ ਨੂੰ ਜਿਹੜਾ ਹੈ ਉਹ ਚਾਹਿਆ ਕਿ ਇਹ ਅਸੀਂ ਵਸੀਹ ਪੈਮਾਨੇ ਦੇ ਉੱਤੇ ਇਸ ਨੂੰ ਲਿਜਾ ਕੇ ਹਿਸਟੋਰੀਕਲ ਪਰਸਪੈਕਟਿਵ ਵੀ ਜਿਹੜੇ ਸਾਡੀਆਂ ਕੌਮਾਂ ਦੇ ਨੇ, ਦੋਨਾਂ ਕੌਮਾਂ ਦੇ, ਔਰ ਬਾਕੀਆਂ ਨੂੰ ਵੀ ਜਿਹੜਾ ਉਹ ਡਿਸਕਸ ਕਰੀਏ। ਔਰ ਸਾਡੀ ਬਹੁਤ ਵੱਡੀ ਗਿਣਤੀ ਦੇ ਵਿੱਚ ਵਿਊਅਰਸ਼ਿਪ ਵੀ ਔਰ ਜਿਹੜੇ ਬਹੁਤ ਪਿਆਰ ਕਰਨ ਵਾਲੇ ਨੇ ਉਹ ਸਾਡੇ ਪਾਕਿਸਤਾਨੀ ਭੈਣ ਭਰਾ ਔਰ ਓਵਰਸੀਜ਼ ਪਾਕਿਸਤਾਨੀ ਨੇ। ਔਰ ਈਵਨ ਜਿਹੜੇ ਉਹਨਾਂ ਦੇ ਬੜੇ ਦਾਨਿਸ਼ਵਰ ਜਰਨਲਿਸਟ ਜਾਂ ਪ੍ਰੋਫੈਸਰ ਯੂਨੀਵਰਸਿਟੀਜ਼ ਦੇ ਵੀ, ਉਹਨਾਂ ਦੀ ਵੀ ਜਿਹੜੀ ਕੋਈ ਲਿਖਤ ਹੁੰਦੀ ਹੈ ਉਹ ਭੇਜ ਕੇ ਇਸ ਗੱਲ 'ਚ ਫਖਰ ਮਹਿਸੂਸ ਕਰਦੇ ਨੇ ਕਿ ਜੇ ਅਸੀਂ ਉਸ ਨੂੰ ਅੱਗੇ ਆਪਣੀ ਆਡੀਅנס ਤੱਕ ਵੀ ਪਹੁੰਚਾਈਏ। ਸੋ ਸਾਨੂੰ ਲਿਖਤ ਵਸੂਲ ਹੋਈ ਹੈ ਅਬਦੁਲ ਕਾਦਰ ਜੀ ਦੀ। ਇਹ ਫ੍ਰੀਲੈਂਸ ਜਰਨਲਿਸਟ ਨੇ, ਪਰ ਜਿਸ ਲੈਵਲ ਦਾ ਉਹਨਾਂ ਦਾ ਕੰਮ ਹੈ ਇਸ ਲਿਖਤ ਦੇ ਵਿੱਚ, ਬਹੁਤ ਸਾਰੇ ਉਹ ਫੈਕਟ ਨੇ ਜਿਹੜੇ ਸ਼ਾਇਦ ਜਿਹੜੇ ਇਸ ਪਾਸੇ ਵਾਲੇ ਨਿਰਪੱਖ ਰਿਸਰਚਰ ਨੇ ਉਹਨਾਂ ਨੂੰ ਵੀ ਪਤਾ ਨਾ ਹੋਏ ਕਿ ਜਨਰਲ ਕਰਿਆਪਾ ਨੇ ਕੀ ਰੋਲ ਪਲੇ ਕੀਤਾ ਪੋਸਟ 47 ਦੌਰ ਦੇ ਵਿੱਚ। ਨਹਿਰੂ ਕਿਵੇਂ ਘਬਰਾਇਆ ਹੋਇਆ ਸੀ, ਇਹ ਹਿੰਦੂਕਰਨ ਕਿਵੇਂ ਹੋਇਆ। ਪਰ ਮੈਂ ਉਸ ਵੇਰਵੇ ਵਿੱਚ ਜਾਣ ਤੋਂ ਦੀ ਬਜਾਏ ਉਹਨਾਂ ਦੀ ਲਿਖਤ ਅਬਦੁਲ ਕਾਦਰ ਜੀ ਦੀ ਜਿਹੜੀ ਦਾ ਨੇਸ਼ਨ ਦੇ ਵਿੱਚ ਛਪੀ ਹੈ ਅਕਤੂਬਰ 14 ਨੂੰ, ਜਿਸ ਦਾ ਉਨਵਾਨ ਜਾਂ ਹੈਡਲਾਈਨ ਹੈ ਸੈਫਰਨਾਈਜ਼ੇਸ਼ਨ ਆਫ ਦਾ ਇੰਡੀਅਨ ਮਿਲਟਰੀ। ਸੈਫਰਨ ਰੰਗ ਭਗਵੇ ਨੂੰ ਕਹਿੰਦੇ ਨੇ, ਔਰ ਜ਼ਾਹਰ ਹੈ ਕਿ ਇੱਕ ਜ਼ਮਾਨੇ ਦੇ ਵਿੱਚ ਜ਼ੈਂਥੀਓਨ ਇਹਦੇ ਲਈ ਇਸਤੇਮਾਲ ਹੁੰਦਾ ਸੀ ਅੰਗਰੇਜ਼ੀ 'ਚ। ਹੁਣ ਭਗਵਾ ਜਿਹੜਾ ਹੈ, ਔਰ ਭਗਵੇ ਨੂੰ ਕਿਉਂਕਿ ਸੈਫਰਨ ਕੇਸਰ ਹੈ, ਕੇਸਰ ਤੋਂ ਆਇਆ। ਹਾਲਾਂਕਿ ਇਹਨਾਂ ਦਾ ਜਿਹੜਾ ਭਗਵਾ ਉਹ ਡਿਫਰੈਂਟ ਹੈ, ਪਰ ਕਿਉਂਕਿ ਉਸ ਨੂੰ ਮੀਡੀਆ ਨੇ ਸੈਫਰਨ ਦੇ ਥੱਲੇ ਹੀ ਬਣਾ ਦਿੱਤਾ ਹੈ। ਜਿਹੜਾ ਕੇਸਰ ਦਾ ਰੰਗ ਔਰ ਇਹਨਾਂ ਦਾ ਉਹ ਹਿੰਦੂਤਵੀ ਧਵਜ ਦਾ ਭਗਵਾ ਰੰਗ ਹੈ, ਉਹ ਦੋਵੇਂ ਉਹ ਸੰਧੂਰ ਰੰਗਾ ਜ਼ਿਆਦਾ ਹੈ, ਉਹਦੀ ਲਾਲੀ ਹੈ ਉਹਦੇ 'ਚ। ਕੇਸਰ ਵਰਗੀ ਠੰਡ ਨਹੀਂ ਹੈ, ਲੇਕਿਨ ਇਹ ਜਦੋਂ ਭਗਵੇਕਰਨ ਦੀ ਗੱਲ ਹੁੰਦੀ ਹੈ ਤਾਂ ਉਹਦੀ ਅੰਗਰੇਜ਼ੀ ਸੈਫਰਨਾਈਜ਼ੇਸ਼ਨ ਹੈ। ਸੋ ਉਹਨਾਂ ਦਾ ਟਾਈਟਲ ਹੈ ਸੈਫਰਨਾਈਜ਼ੇਸ਼ਨ ਆਫ ਦਾ ਇੰਡੀਅਨ ਮਿਲਟਰੀ। The RSS dream of merging religion, politics and the gun has finally found its perfect instrument। ਕਿ ਲਗਭਗ 100 ਸਾਲ ਪਹਿਲਾਂ
ਜਦੋਂ ਆਰਐਸਐਸ ਫਾਊਂਡ ਹੋਇਆ 1925 ਚ, ਜ਼ਾਹਰ ਹੈ ਹੈਡਗੇਵੇਅਰ ਜਾਂ ਗੋਲਵਲਕਰ ਜਾਂ ਉਦੋਂ ਪੋਲੀਟੀਕਲ ਵਿੰਗ ਤਾਂ ਹਿੰਦੂ ਮਹਾਸਭਾ ਜ਼ਿਆਦਾ ਐਕਟਿਵ ਰਹੀ 47 ਤੱਕ। ਉਹਨਾਂ ਦਾ ਮਕਸਦ ਇਹ ਸੀ ਕਿ ਭਾਈ ਉਹ ਹਿੰਦੂ ਧਰਮ ਰਵਾਇਤਾਂ, ਉਹਨਾਂ ਦੇ ਵਰਨ ਆਸ਼ਰਮ ਨੂੰ, ਜਿਹੜਾ ਜਿਸ ਨੂੰ ਇਹ ਧਰਮ ਕਹਿੰਦੇ ਨੇ, ਉਸ ਦੇ ਬੇਸਡ ਸਿਆਸਤ ਕਰਨ ਔਰ ਇਵੈਂਚੁਅਲੀ ਜਿਹੜਾ ਹੈ ਈਵਨ ਜਿਹੜੀ ਫੌਜ ਹੈ ਜਾਂ ਗਨਜ਼ ਦੀ ਤਾਕਤ ਵੀ ਜਿਹੜੀ ਹੈ ਉਹਨਾਂ ਦੇ ਕੋਲ ਹੋਏ। ਔਰ ਇਹਦੇ ਲਈ ਉਹ ਖੁਦ ਉਹਨਾਂ ਦੀ ਸ਼ਾਖਾ ਫੌਜੀ ਟ੍ਰੇਨਿੰਗ ਵਾਂਗ ਹੈ। ਔਰ ਸੈਕੰਡ ਵਰਲਡ ਵਾਰ ਵੇਲੇ ਜਦੋਂ ਕਿ ਗਾਂਧੀ ਔਰ ਦੂਸਰਿਆਂ ਨੇ ਕੁਇਟ ਇੰਡੀਆ ਮੂਵਮੈਂਟ ਚਲਾਈ ਸੀ, ਆਰਐਸਐਸ ਨੇ ਭਰਤੀ ਹੋਣ ਦੀ ਮੁਹਿੰਮ ਦੀ ਕਾਲ ਦਿੱਤੀ ਸੀ ਕਿ ਜੀ ਭਰਤੀ ਹੋਵੋ ਤਾਂ ਕਿ ਅਸੀਂ ਹਥਿਆਰਬੰਦ ਜਿਹੜਾ ਟ੍ਰੇਨਿੰਗ ਕਰ। ਹੁਣ ਵੀ ਜਿਹੜਾ ਇਹਨਾਂ ਦਾ ਖਾਸ ਤੌਰ ਤੇ ਅਗਨੀਵੀਰ ਕਾਨਸੈਪਟ ਹੈ, 4 ਸਾਲ ਦੀ ਟ੍ਰੇਨਿੰਗ, ਉਹ ਇਨਫੈਕਟ ਆਪਣਾ ਆਰਐਸਐਸ ਕਾਡਰ ਨੂੰ, ਹਿੰਦੂਆਂ ਨੂੰ ਮਜ਼ਬੂਤ ਕਰਨਾ ਹੈ ਤਾਂ ਕਿ ਉਹ 4 ਸਾਲ ਬਾਅਦ ਉੱਥੇ ਮੁੜ ਕੇ ਤਾਂ ਉਹਨਾਂ ਨੇ ਹਿੰਸਾ ਹੀ ਕਰਨੀ ਹੈ ਘੱਟ ਗਿਣਤੀਆਂ ਦੇ ਖਿਲਾਫ। ਔਰ ਇਹਨਾਂ ਸਾਰੇ ਫੈਕਟਰਸ ਨੂੰ ਅਬਦੁਲ ਕਾਦਰ ਜੀ ਨੇ ਆਪਣੀ ਲਿਖਤ ਦਾ ਹਿੱਸਾ ਬਣਾਇਆ। ਉਹਨਾਂ ਨੇ ਸ਼ੁਰੂਆਤ ਇੱਥੋਂ ਕੀਤੀ ਹੈ ਕਿ ਭਾਰਤ ਦਾ ਫੌਜੀ ਚੀਫ ਜਨਰਲ ਉਪੇਂਦਰ ਦਵੇਦੀ ਨੇ ਇੱਕ ਤਾਜ਼ਾ ਹਾਲ ਹੀ ਵਿੱਚ ਇੱਕ ਥ੍ਰੈਟ ਦਿੱਤੀ ਹੈ ਕਿ ਵੀ ਵਿਲ ਅਰੇਜ਼ ਪਾਕਿਸਤਾਨ ਫਰੋਮ ਦਾ ਮੈਪ, ਕਿ ਅਸੀਂ ਪਾਕਿਸਤਾਨ ਨੂੰ ਦੁਨੀਆ ਦੇ ਜਾਂ ਸਫਾਏ ਹਸਤੀ ਤੋਂ ਹੀ ਮਿਟਾ ਦੇਵਾਂਗੇ, ਦੁਨੀਆ ਦੇ ਨਕਸ਼ੇ ਤੋਂ ਹੀ ਮਿਟਾ ਦੇਵਾਂਗੇ। ਔਰ ਫਿਰ IAF ਚੀਫ AP ਸਿੰਘ ਜਿਹੜਾ ਹੈ ਉਹਨੇ ਬੜਾ ਐਗਜ਼ੈਜਰੇਟਡ ਕਲੇਮ ਕੀਤਾ ਕਿ ਜੀ ਅਸੀਂ ਇੰਨੇ ਪਾਕਿਸਤਾਨੀ F-16 ਤੇ ਰਡਾਰ ਜਿਹੜੇ ਨੇ ਉਹ ਡਿਸਟਰੋਏ ਕੀਤੇ ਆਪਰੇਸ਼ਨ ਸੰਦੂਰ ਦੇ ਦੌਰਾਨ। ਇਹ ਜਿਹੜੇ ਆ ਸਿਰਫ ਆਈਸੋਲੇਸ਼ਨ ਦੇ ਵਿੱਚ ਕਈਆਂ ਗਈਆਂ ਗੱਲਾਂ ਨਹੀਂ ਨੇ ਕਿ ਇਸ ਵੇਲੇ ਕੋਈ ਇਲੈਕਸ਼ਨ ਟਾਈਮ ਰੈਟਰਿਕ ਹੈ, ਪਰ ਇਹ ਸਿੰਪਟਮ ਨੇ ਉਸ ਡੂੰਘੇ ਗੰਦਗੀ ਦੇ, ਜਿਹੜੀ ਸੈਫਰਨਾਈਜੇਸ਼ਨ ਭਗਵਾਕਰਨ ਭਾਰਤੀ ਫੌਜ ਦਾ ਹੋਇਆ, ਜਿੱਥੇ ਮਿਲਟਰੀ ਪ੍ਰੋਫੈਸ਼ਨਲਿਜ਼ਮ ਜਿਹੜਾ ਹੈ ਉਸ ਨੂੰ ਹਿੰਦੂਤਵਾ ਦੇ ਜਿਹੜਾ ਉਤਸ਼ਾਹ ਦੇ ਉਸ ਸਲੋਗਨ ਦੇ ਥੱਲੇ ਉਹਨਾਂ ਦਾ ਪ੍ਰੋਫੈਸ਼ਨਲਿਜ਼ਮ ਦਫਨਾ ਦਿੱਤਾ ਗਿਆ। ਇੱਕ ਸਟੇਜ ਦੇ ਉੱਤੇ ਜਿਹੜੀ ਫੌਜ ਭਾਰਤ ਦੀ ਸੈਕੂਲਰ ਮੰਨੀ ਜਾਂਦੀ ਸੀ, ਡਿਸਪਲਿਨਡ ਸੀ, ਹੁਣ ਪੋਲੀਟੀਕਲ ਲਾਊਡ ਸਪੀਕਰ ਬਣ ਗਈ ਹੈ BJP ਤੇ RSS ਦੀ ਨੈਕਸਸ ਦਾ। ਇਹ ਜਿਹੜੀ ਟਰਾਂਸਫਰਮੇਸ਼ਨ ਹੋਈ ਹੈ ਓਵਰਨਾਈਟ ਨਹੀਂ ਹੋਈ, ਇਸ ਦੇ ਵਿੱਚ ਇੱਕ ਸਦੀ ਹੈ। ਉਹਨਾਂ ਨੇ ਕਿਹਾ ਕਿ ਵੀ ਇਟ ਹੈਜ਼ ਬੀਨ ਅ ਸੈਂਚੁਰੀ ਇਨ ਦਾ ਮੇਕਿੰਗ। ਫਿਰ ਉਹਨਾਂ ਕਿਹਾ ਕਿ ਵੀ ਇਹ ਜਿਹੜਾ ਓਰੀਜਨ ਹੈ ਹਿੰਦੂਤਵਾ ਇਨਫਲੂਐਂਸ ਦਾ ਇੰਡੀਅਨ ਫੌਜ ਦੇ ਵਿੱਚ, ਇਹ ਈਵਨ RSS ਦੀ ਕ੍ਰੀਏਸ਼ਨ ਤੋਂ ਵੀ ਪਹਿਲਾਂ ਇਸ ਦੀ ਸ਼ੁਰੂਆਤ ਹੋ ਗਈ ਸੀ। 1909 ਦੇ ਵਿੱਚ ਲੈਫਟੀਨੈਂਟ ਕਰਨਲ UN ਮੁਖਰਜੀ ਨੇ ਐਸੇ ਲਿਖਿਆ ਸੀ, ਹਿੰਦੂ ਏ ਡਾਇੰਗ ਰੇਸ, ਜਿਹੜੀ ਹਾਲਾਂ ਮਿਸਕਨਸੈਪਸ਼ਨ ਸੀ, ਪਰ became the first articulation of false Hindu victimhood in colonial India। ਹਾਲਾਂ ਬ੍ਰਿਟਿਸ਼ਰਸ ਨੇ ਹਿੰਦੂਆਂ ਨੂੰ ਉਭਾਰਿਆ, ਉਹਨਾਂ ਨੇ ਮੁਸਲਮਾਨਾਂ ਨੂੰ ਵੀ ਦੱਬਿਆ, ਉਹਨਾਂ ਨੂੰ ਡਿਪਰਾਈਵ ਕੀਤਾ, ਸਿੱਖਾਂ ਨੂੰ ਵੀ ਦੱਬਿਆ, ਅਦਰ ਦੈਨ ਕਿ ਰਾ ਮਟੀਰੀਅਲ ਬਣਾ ਕੇ ਫੌਜਾਂ 'ਚ ਵਰਤਣ ਦੇ ਉਹਨਾਂ ਨੇ ਲੈਂਗੁਏਜ ਨੂੰ ਖਤਮ ਕੀਤਾ, ਉਹਨਾਂ ਦੇ ਪ੍ਰਾਈਡ ਨੂੰ ਖਤਮ ਕੀਤਾ। ਜਿਹੜੇ ਕਿਲੇ ਸੀ ਮਹਾਰਾਜਾ ਰਣਜੀਤ ਸਿੰਘ ਦੇ ਵੇਲੇ, ਉਹ ਸਾਰੇ ਜਿਹੜੇ ਨੇ ਉਹ ਡਿਸਟਰੋਏ ਕੀਤੇ ਤਾਂ ਕਿ ਕੋਈ ਪ੍ਰਾਈਡ ਨਾ ਰਹੇ ਸਿੱਖਾਂ ਨੂੰ। ਕਿਵੇਂ ਉਹਨਾਂ ਦੇ ਮਾਮਲਿਆਂ ਦੇ ਵਿੱਚ ਇੰਟਰਫੀਅਰ ਕੀਤਾ, ਮਹੰਤਾਂ ਨੂੰ ਅੱਗੇ ਖੜੇ ਕਰਕੇ 1925 ਤੱਕ ਤਾਂ ਗੁਰਦੁਆਰੇ ਉਹਨਾਂ ਦੇ ਕੋਲ ਸੀ। 75 ਸਾਲ 1849 ਤੋਂ 1925 ਤੱਕ ਉਹਨਾਂ ਨੇ 6 ਜਨਰੇਸ਼ਨਾਂ ਤੁਸੀਂ ਕੱਢ ਲੈਣੇ, ਉਹਦੇ 'ਚ 5 ਜਨਰੇਸ਼ਨਾਂ। ਸੋ ਇਹ ਉਹਨਾਂ ਨੇ ਕਿਹਾ ਕਿ ਵੀ ਇਹ ਜਿਹੜਾ, ਲੇਕਿਨ ਇਹ ਪ੍ਰੋਜੈਕਟ ਉਹਨੇ ਕੀਤਾ ਜਿਹੜਾ ਇਹ ਕਿ ਜੀ ਹਿੰਦੂ ਡਾਇੰਗ ਰੇਸ ਹੈ ਮੁਖਰਜੀ ਨੇ। ਔਰ ਇਹ ਦ ਆਈਡੀਆ ਆਫ ਐਨ ਐਕਸਕਲੂਸਿਵ ਹਿੰਦੂ ਆਰਮੀ reclaiming lost glory became a certain theme of the later right wing nationalism। ਬਾਅਦ ਦੇ ਵਿੱਚ ਇਹੀ ਹੋਇਆ ਜੀ, ਹਿੰਦੂਆਂ ਕੀ ਫੌਜ ਔਰ ਫਲਾਣਾ। ਫਿਰ ਇਹ ਉੱਥੋਂ ਜੰਪ ਕਰਕੇ 47 ਤੇ ਪਹੁੰਚ ਜਾਂਦੇ ਨੇ ਕਿ ਵੀ ਜਦੋਂ ਇੰਡੀਪੈਂਡੈਂਸ ਹੋਈ, ਆਈਡੀਓਲੋਜੀ ਜਿਹੜੀ ਹੈ ਉਦੋਂ ਤੱਕ ਹਿੰਦੂਤਵਾ ਦੀ ਉਹ ਆਪਣੇ ਪੂਰਾ ਰੰਗ ਦੇ ਵਿੱਚ ਆ ਗਈ ਸੀ। 2 ਪਾਵਰਫੁਲ ਆਰਗੇਨਾਈਜੇਸ਼ਨ ਸੀ, RSS ਤੇ ਹਿੰਦੂ ਮਹਾਸਭਾ, ਜਿਹੜੇ ਕਿ ਇਸ ਵਿਜ਼ਨ ਨੂੰ ਐਥਨਿਕਲੀ ਜਿਹੜਾ ਕਲੀਨਜ਼ਿੰਗ ਇੰਡੀਆ ਕਿ ਵੀ ਬਾਕੀ ਤੋਂ ਇਹਨੂੰ ਸਫਾਈ ਕਰੋ, ਇਹਨਾਂ ਦੀ ਇਹਨੂੰ ਲਾਗੂ ਕਰੋ ਸਿਸਟਮੈਟਿਕਲੀ ਐਂਡ ਓਵਰਟਲੀ। ਪਹਿਲਾਂ ਜੇ ਕੋਈ ਕੋਵਰਟ ਏਜੰਡਾ ਸੀ ਜਿਵੇਂ ਗਾਂਧੀ ਦਾ ਸੀ, ਰਾਮ ਰਾਜ ਵੀ ਉਹਦੇ ਥੱਲੇ ਹੀ ਸੀ, ਉਹ ਡਿਫਰੈਂਟ ਪਾਥ ਸੀ, ਲੇਕਿਨ ਇਹਨਾਂ ਨੇ ਖੁੱਲ੍ਹ ਕੇ ਫਿਰ ਜਿਹੜਾ ਉਹ ਆਪਣੀ ਲਾਈਨ ਲੈਣੀ ਸ਼ੁਰੂ ਕੀਤੀ। ਇਹਦਾ ਇਨਫਲੂਐਂਸ ਜਿਹੜਾ ਅਸੀਂ ਸਟੇਟ ਦੀਆਂ ਔਰ ਮਿਲਟਰੀ ਦੀਆਂ ਨੀਤੀਆਂ ਦੇ ਦੇਖਦੇ ਹਾਂ, ਜਦੋਂ ਕਿ RSS ਦੀ ਸ਼ੈਡੋ ਥੱਲੇ ਵਿਸ਼ਵ ਹਿੰਦੂ ਪਰਿਸ਼ਦ, ਫੀਲਡ ਮਾਰਸ਼ਲ KM ਕਰਿਆਪਾ
ਜਿਹੜਾ ਪਹਿਲਾ ਇੰਡੀਅਨ ਕਮਾਂਡਰ ਇਨ ਚੀਫ ਬਣਾਇਆ, ਇਸ ਬਾਇਸ ਨੂੰ ਉਹਨੇ ਅੱਗੇ ਤੋਰਿਆ। ਯੈਟ ਅਨਲਾਈਕ ਹਿਜ਼ ਆਈਡੀਓਲੋਜੀਕਲ ਮੈਂਟਰਸ, ਕਰਿਆਪਾ ਚੋਜ਼ ਸਟਲਟੀ ਓਵਰ ਓਪਨ ਐਗਰੈਸ਼ਨ। ਇਹ ਸ਼ੁਰੂ ਤੋਂ ਕਰਿਆਪਾ ਦੇ ਵੇਲੇ ਹੀ ਹੋ ਗਿਆ, ਪਰ ਉਹਨੇ ਸਟਲ ਤਰੀਕੇ ਨਾਲ ਕੀਤਾ, ਕੋਈ ਖੁੱਲ੍ਹ ਕੇ ਇਸ ਕਿਸਮ ਦੀ ਲਾਈਨ ਨਹੀਂ ਲਈ। ਉਹਨੇ ਮਾਰਕਸਡ ਆਈਡੀਓਲੋਜੀ ਬਿਹਾਈਂਡ ਦਾ ਡਿਸਿਪਲਿਨ ਆਫ ਯੂਨੀਫਾਰਮ, ਬਟ ਦਾ ਸੀਡਸ ਵਰ ਆਲਰੇਡੀ ਸੋਨ, ਕਿ ਬੀਜ ਉਸ ਪੀਰੀਅਡ 'ਚ ਹੀ ਬੀਜੇ ਗਏ। ਫਿਰ ਉਹ ਇਹਨਾਂ ਦੇ ਮੁਤਾਬਕ ਜਿਹੜਾ ਹੈ ਕਿ ਵੀ ਉਹ ਹੀ ਵਾਜ਼ ਨੋਨ ਟੂ ਫੇਵਰ ਰਿਡਿਊਸਡ ਮੁਸਲਿਮ ਰਿਪਰੈਜ਼ੈਂਟੇਸ਼ਨ ਇਨ ਦਾ ਆਰਮਡ ਫੋਰਸਿਸ, ਕਿ ਕਰਿਆਪਾ ਚਾਹੁੰਦਾ ਸੀ ਕਿ ਮੁਸਲਮਾਨਾਂ ਦੀ ਗਿਣਤੀ ਫੌਜ ਘਟਾਓ, ਔਰ RSS ਦੇ ਨਾਲ ਉਸ ਦੀਆਂ ਜਿਹੜੀਆਂ ਨੇ ਕਲੋਜ਼ ਟਾਈਜ਼ ਵੀ ਸੀ, ਵਿਸ਼ਵ ਹਿੰਦੂ ਪਰਿਸ਼ਦ ਦੇ ਨਾਲ ਵੀ। ਔਰ 1947 ਦੇ ਵਿੱਚ ਮੁਸਲਮਾਨ ਫੌਜ ਦੇ ਵਿੱਚ 30 ਤੋਂ 36% ਸੀ ਇੰਡੀਅਨ ਆਰਮੀ 'ਚ, ਅਤੇ ਅੱਜ ਸਿਰਫ 2% ਨੇ। ਇਹ ਆਪਣੇ ਆਪ ਦੇ ਵਿੱਚ ਸ਼ੋਅ ਕਰਦਾ ਹੈ। ਹਾਲਾਂਕਿ ਮੈਨੂੰ ਇਸ ਦੇ ਉੱਤੇ ਲੱਗਦਾ ਵੀ ਇਹ ਵੀ ਹੋ ਸਕਦਾ ਹੈ ਕਿ ਉਹ ਉਦੋਂ ਪਾਕਿਸਤਾਨ ਔਰ ਬੰਗਲਾਦੇਸ਼ ਇਹ ਸਾਰੇ ਸਾਂਝੇ ਸੀ, ਇਹ ਸਾਰਿਆਂ ਦਾ ਉਹਨਾਂ ਨੇ ਜ਼ਿਕਰ ਕਰਦਿਆਂ 30 ਤੋਂ 36% ਕਿਹਾ ਹੋਏ, ਲੇਕਿਨ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਮੁਸਲਮਾਨ ਜਿਹੜੇ ਨੇ ਉਹ ਈਵਨ ਸਿੱਖ ਜਿਹੜੇ ਮੱਚ ਮੋਰ ਉਹਨਾਂ ਦੇ ਆਪਣੇ ਨੰਬਰ ਤੋਂ ਬਿਯੋਂਡ ਸੀ, ਅੱਜ ਉਹਨਾਂ ਦਾ ਨੰਬਰ ਵੀ ਜਿਹੜਾ ਹੈ ਉਹ ਬਹੁਤ ਘੱਟ ਕਰ ਦਿੱਤਾ ਗਿਆ। ਫਿਰ ਉਹਨਾਂ ਨੇ ਜਿਹੜਾ ਇਸ ਸਾਰੇ ਦੇ ਉੱਤੇ ਕਿਹਾ ਕਿ ਵੀ ਕੁਆਲੀਫਾਈਡ ਮੁਸਲਿਮ ਆਫਿਸਰਸ, ਉਹਨਾਂ ਦਾ ਉਹਨਾਂ ਨੇ ਵੇਰਵਾ ਦਿੱਤਾ ਹੈ। ਲੈਫਟੀਨੈਂਟ ਜਨਰਲ ਜ਼ਮੀਰ ਉਦਿਨ ਸ਼ਾਹ ਔਰ ਐਡਮਿਨਿਸਟ੍ਰੇਟਰ ਐਡਮ ਮੁਹੰਮਦ ਤਾਹਿਰ were denied promotions to top post despite exemplary services। ਇਹ ਉਹਨਾਂ ਨੇ ਉਹਨਾਂ ਨੂੰ ਉਦਾਹਰਣ ਕੋਟ ਕੀਤਾ ਹੈ ਕਿ ਭਾਈ ਇਸੇ ਤਰ੍ਹਾਂ ਉਹਨਾਂ ਨੂੰ ਜਿਹੜੇ ਆਫਿਸਰ ਲਾਈਕ ਕਰਨਲ ਸੋਫੀਆ ਕੁਰੈਸ਼ੀ, ਉਹਨੂੰ ਡਾਈਵਰਸਿਟੀ ਦਾ ਪ੍ਰੋਜੈਕਟ ਕੀਤਾ ਗਿਆ ਹੁਣੇ ਹੀ, ਜਦੋਂ ਇਹ ਸਾਰੀ ਇਹਨਾਂ ਨੇ ਡਰਾਮੇਬਾਜ਼ੀ ਕੀਤੀ। ਔਰ ਇਹ ਜਿਹੜਾ ਉਹਨਾਂ ਨੇ ਕਿਹਾ ਕਿ ਵੀ ਇਹ ਸਭ ਕੁਝ ਬੜੇ ਸਟਲ ਤਰੀਕੇ ਦੇ ਨਾਲ ਕੁਆਇਟਲੀ ਕੀਤਾ ਗਿਆ। ਫਿਰ 2014 ਆ ਗਿਆ ਕਿ ਇਹ ਸਾਇਲੈਂਟਲੀ ਜੋ ਕਰਿਆਪਾ ਨੇ ਲਾਈਨ ਲਈ, ਉਹ ਸਾਇਲੈਂਟਲੀ ਫੋਲੋ ਨੰਬਰ ਉਹਨਾਂ ਦਾ ਘੱਟ ਕਰਦੇ ਜਾਓ, ਉਹਨਾਂ ਨੂੰ ਕੀਤਾ ਜਾਏ। ਔਰ 2014 'ਚ RSS ਦਾ ਡ੍ਰੀਮ ਪੂਰਾ ਹੋ ਗਿਆ, BJP ਪਾਵਰ ਦੇ ਵਿੱਚ ਆਈ, ਸਵੀਪਿੰਗ ਮੈਜੋਰਟੀ ਮਿਲੀ, ਔਰ ਉਸ ਤੋਂ ਬਾਅਦ RSS ਦੀ ਗ੍ਰਿਪ ਇੰਡੀਅਨ ਸਟੇਟ ਦੇ ਉੱਤੇ ਐਬਸੋਲੂਟ ਹੋਈ। ਮੋਦੀ ਦੀ ਪਹਿਲੀ ਕੈਬਨਿਟ ਦੇ ਵਿੱਚ 46 ਮਿਨਿਸਟਰਾਂ 'ਚੋਂ 41 ਜਿਹੜੇ ਸੀ ਉਹਨਾਂ ਦਾ ਸਿੱਧਾ ਸੰਬੰਧ RSS ਨਾਲ ਸੀ। ਅੱਜ ਜਿਹੜਾ ਇਹ 38 ਤੋਂ 53, ਕਿਉਂਕਿ ਹੁਣ ਕੋਲੀਸ਼ਨ ਗਵਰਨਮੈਂਟ ਹੈ, ਔਰ ਇਸ ਵੇਲੇ ਗਵਰਨਮੈਂਟ ਔਰ RSS ਜਿਹੜੇ ਨੇ ਉਹਨਾਂ ਨੂੰ ਤੁਸੀਂ ਦੋਨਾਂ ਨੂੰ ਅੱਡ ਕਰਕੇ ਨਹੀਂ ਦੇਖ ਸਕਦੇ, ਕਿਉਂਕਿ ਦੋਨੋਂ RSS ਹੀ ਰਨ ਕਰਦਾ ਹੈ। ਔਰ ਇਸੇ ਤਰ੍ਹਾਂ ਜਿਹੜੀ ਫੌਜ ਹੈ ਉਸ ਨੂੰ, ਜਿਵੇਂ ਫਾਰਮਰ ਆਰਮੀ ਚੀਫ VK ਸਿੰਘ ਹੁਣ ਜਿਹੜਾ ਮਿਨਿਸਟਰ BJP ਗਵਰਨਮੈਂਟ 'ਚ ਬਣਿਆ, ਔਰ ਇਸੇ ਤਰ੍ਹਾਂ ਜਿਹੜਾ ਡਿਫੈਂਸ ਪਾਲਿਸੀਜ਼ ਨੋ ਲੋਂਗਰ shaped in professional forum, it is shaped in Nagpur, the heart of RSS, ਕਿ ਸਾਰੀਆਂ ਡਿਫੈਂਸ ਪਾਲਿਸੀਜ਼ ਉੱਥੇ ਹੀ ਨੇ। ਫਿਰ ਉਹਨਾਂ ਨੇ ਕੁਆਈਟ ਜਿਹੜਾ ਹਿੰਦੂਤਵਾ ਵੰਸ ਵਿਸਪਰਡ ਬਾਈ ਕਰਿਆਪਾ ਹੈਜ਼ ਟਰਨਡ ਇਨਟੂ ਇੰਡੀਅਨ ਆਰਮੀਜ਼ ਆਫੀਸ਼ੀਅਲ ਕ੍ਰੀਡ। ਹੁਣ ਤਾਂ ਉਹਨਾਂ ਦਾ ਸਰਕਾਰੀ ਵਰਤਾਰਾ ਹੈ। RSS ਦੀ ਆਈਡੀਓਲੋਜੀ ਜਿਹੜੀ ਹੈ ਉਹ ਇੰਡੀਆ ਦੀ ਸਟ੍ਰੈਟੇਜਿਕ ਡਾਕਟਰੀਨ ਦਾ ਹਿੱਸਾ ਹੈ। ਜਿਵੇਂ ਫਰੇਜ਼ ਅਖੰਡ ਭਾਰਤ ਵਰਗੇ ਯੂਜ਼ ਕੀਤੇ ਜਾਂਦੇ ਨੇ, ਇਹ ਹਿੰਦੂ ਐਮਪਾਇਰ ਜਿਹੜਾ ਇਹਨਾਂ ਦਾ ਡਰੀਮ ਹੈ ਕਿ ਇਹ ਸਾਊਥ ਏਸ਼ੀਆ ਸਮੁੱਚੇ ਦੇ ਵਿੱਚ, ਜਿਹਦੇ 'ਚ ਕਿ ਕੋਈ ਇੱਕ ਉਹਨਾਂ ਦਾ ਖਿੱਤਾ ਤੱਕ ਮਹਿਦੂਦ ਨਹੀਂ ਹੈ। ਔਰ ਇਹ ਮਿਲਟਰੀ ਸਰਕਲ 'ਚ ਵੀ ਉਹ ਅਖੰਡ ਭਾਰਤ ਦੀ ਗੱਲ ਕਰਦੇ ਨੇ। when general start speaking the language of myth and religion, nationalism and extremism become one and the same, ਕਿ ਵੀ ਇਹ ਦੋਨੋਂ ਹੀ ਇੱਕੋ ਹੀ ਸਿੱਕੇ ਦੇ ਦੋ ਪਹਿਲੂ ਬਣ ਜਾਂਦੇ ਨੇ। ਫਿਰ ਤੁਸੀਂ ਸਿੰਬਲਸ ਦੇ ਵਿੱਚ ਦੇਖ ਸਕਦੇ ਹੋ ਜਿਹੜੇ ਰਿਚੁਅਲ ਹੁਣ 2024 ਦੇ ਵਿੱਚ, ਜਿਵੇਂ ਆਰਮੀ ਚੀਫ ਆਫਿਸ ਨੇ 1971 ਜੰਗ ਦੀ ਜਿਹੜੀ ਇੱਕ ਫੋਟੋ ਸੀ, ਇਹ ਮੀਡੀਆ 'ਚ ਵੀ ਆਇਆ, ਜਿਹਦੇ 'ਚ ਜਨਰਲ ਨਿਆਜ਼ੀ ਜਿਹੜਾ ਹੈ ਲੈਫਟੀਨੈਂਟ ਜਨਰਲ, ਉਹ ਸਰੈਂਡਰ ਕਰ ਰਿਹਾ ਜਨਰਲ ਜਗਜੀਤ ਸਿੰਘ ਅਰੋੜਾ ਦੇ ਸਾਹਮਣੇ, ਜਿਹੜਾ ਉਹਦਾ ਕਾਊਂਟਰ ਪਾਰਟ ਸੀ। ਉਹ ਫੋਟੋ ਉੱਥੋਂ ਉਹਨਾਂ ਨੇ ਹਟਾ ਦਿੱਤੀ ਹੈ, ਔਰ ਉਸ ਦੀ ਥਾਂ ਦੇ ਉੱਤੇ ਉਹਨਾਂ ਨੇ ਜਿਹੜੀ ਫੋਟੋ ਲਾਈ ਹੈ, ਉਹਨਾਂ ਨੇ ਇਹ ਕਿਹਾ ਕਿ ਵੀ ਆਰਮੀ ਚੀਫ ਰਿਮੂਵਡ ਦਾ ਫੋਟੋਗ੍ਰਾਫ 1971 ਵਾਰ, ਇਨ ਇਟਸ ਪਲੇਸ a painting called Karam Kshetra. It shows Hindu deities beside tanks and fighting jets, blending mythology with military, ਕਿ ਵੀ ਹਿੰਦੂ ਦੇਵਤੇ ਜਾਂ ਦੀ ਪਿਕਚਰ ਨਾਲ ਉਹਨਾਂ ਦੇ ਟੈਂਕ ਔਰ ਦੂਜੇ ਖੜੇ ਨੇ।
ਇਸੇ ਤਰ੍ਹਾਂ ਉਹਨਾਂ ਦਾ ਅੱਗੋਂ ਕਹਿਣਾ ਕਿ ਆਰਮੀ ਚੀਫ ਜਿਹੜਾ ਜਨਰਲ द्विवेदी ਹੈ, ਉਹਨੇ ਜਿਹੜਾ ਹੈ ਉਸ ਪੇਂਟਿੰਗ ਬਾਰੇ ਜਦੋਂ ਪੁੱਛਿਆ ਗਿਆ ਤਾਂ ਉਹਨਾਂ ਨੇ ਕਿਹਾ ਕਿ ਭਾਰਤ ਸਿਵਲਾਈਜੇਸ਼ਨਲ ਵਿਜ਼ਨ ਫਿਊਜ਼ਡ ਵਿਦ ਇਟਸ ਮਿਲਟਰੀ ਸਟਰੈਂਥ। ਉਹੀ ਜਿਹੜਾ ਟਾਈਟਲ ਹੈ ਕਿ ਭਾਈ ਕਿਵੇਂ ਜਿਹੜਾ ਇਸ ਸਭ ਨੂੰ ਰਲਗੜ ਕਰ ਦਿੱਤਾ ਹੈ। Words that would have been unimaginable under leaders like Manak Shah or Thamaiya. Even the Air Force now performs Hindu rituals before introducing new jets. Officers proudly attend RSS-linked events, calling them moral inspiration. The Army's neutrality, once its greatest pride, has been sacrificed at the altar of ideology. ਹੁਣ ਰਾਜਨਾਥ ਸਿੰਘ ਰਾਫੇਲ ਲੈਣ ਆਇਆ, ਇੱਥੇ ਵੀ ਪੂਜਾ ਕੀਤੀ ਰਾਫੇਲ ਦੀ, ਗੰਢਾ ਰੱਖਿਆ, ਮਿਰਚ ਰੱਖੀ ਹੈ, ਦੂਜਾ ਕਿ ਵੀ ਉਹ ਸਪਿਰਿਟ ਜਿਹੜੀ ਹੈ ਬਾਕੀ ਸਾਰੀ ਖਤਮ ਹੋਈ। ਔਰ ਫਿਰ ਉਹਨੇ ਨਹਿਰੂ ਨੂੰ ਕੋਟ ਕੀਤਾ। ਹਾਲਾਂਕਿ ਨਹਿਰੂ ਆਪਣੇ ਕਿਸਮ ਦਾ ਇੱਕ ਫਿਰਕੂ ਬੰਦਾ ਸੀ, ਲੇਕਿਨ ਉਹਨਾਂ ਨੇ ਘੱਟੋ ਘੱਟ ਇਹ ਕਿਹਾ ਕਿ ਵੀ RSS ਤੋਂ ਜਿਹੜਾ ਇਹ ਜ਼ਿਆਦਾ ਖਤਰਨਾਕ ਹੈ ਕਮਿਊਨਿਸਟਾਂ ਤੋਂ। ਹਾਲਾਂਕਿ 1962 ਦੀ ਚੀਨ ਦੇ ਨਾਲ ਕੁੱਟ ਖਾਣ ਤੋਂ ਬਾਅਦ ਨਹਿਰੂ ਦਾ ਵਿਚਾਰ ਬਦਲ ਗਿਆ ਸੀ ਔਰ ਉਸੇ 63 ਦੀ 26 ਜਨਵਰੀ ਪਰੇਡ ਦੇ ਵਿੱਚ RSS ਵਾਲਿਆਂ ਨੇ ਨਿਕਰਾਂ ਪਾ ਕੇ ਨੈਸ਼ਨਲ ਜਿਹੜਾ ਉਹਨਾਂ ਦੀ ਰਿਪਬਲਿਕ ਡੇ ਪਰੇਡ ਹੁੰਦੀ ਹੈ ਉਹਦੇ 'ਚ ਪਾਰਟਿਸਿਪੇਟ ਵੀ ਕੀਤਾ ਸੀ। ਪਰ ਉਹਨਾਂ ਨੇ ਇਹ ਕਿਹਾ ਕਿ ਵੀ ਉਹਨਾਂ ਨੇ ਆਪਣੇ ਫੋਰਨ ਸੈਕਟਰੀ ਯਜ਼ਦ ਗੁੰਡੇਵੀਆ ਨੂੰ ਕਿਹਾ ਸੀ ਕਿ ਦਾ ਡੇਂਜਰ ਟੂ ਇੰਡੀਆ ਇਜ਼ ਨਾਟ ਕਮਿਊਨਿਜ਼ਮ, ਇਟਸ ਹਿੰਦੂ ਰਾਈਟ ਵਿੰਗ ਕਮਿਊਨਲਿਜ਼ਮ। ਫਿਰ ਉਹਨਾਂ ਨੇ RSS BJP ਉਹਨਾਂ ਨੇ ਕਿਹਾ ਕਿ ਵੀ ਇਹ ਹਿੰਦੂਆਈਜ਼ਿੰਗ ਇੰਡੀਅਨ ਮਿਲਟਰੀ। ਇੱਥੇ ਹੀ ਉਹਨਾਂ ਦਾ ਇਹ ਗੱਲ ਨਹੀਂ ਮੁੱਕੀ। It is making sure that even if the BJP is voted out of power, the RSS control over the military remains intact। ਬਿਲਕੁਲ ਠੀਕ ਹੈ। ਔਰ ਮੈਂ ਪਿਛਲੇ ਦਿਨਾਂ 'ਚ ਸੀ ਕਿ ਜੀ ਜੇ ਮੋਦੀ ਰਜੀਮ ਬਦਲ ਜਾਏ, ਮੈਂ ਕਿਹਾ ਜੋ RSS ਨੇ ਕਰ ਦਿੱਤਾ ਹੈ, ਮੈਂ ਕਿਹਾ ਤੁਹਾਨੂੰ ਲੱਗਦਾ ਵੀ ਕੋਈ ਨਵੀਂ ਹਕੂਮਤ ਆਏਗੀ ਤਾਂ ਉਹਨੂੰ ਅਨਡੂ ਕਰੇਗੀ? ਬਿਲਕੁਲ ਨਹੀਂ। ਉਹ ਬਿਲਕੁਲ ਕਾਂਗਰਸ, ਰਾਹੁਲ ਗਾਂਧੀ, ਦੂਜੇ, ਔਰ ਇਹੀ ਗੱਲ ਫੌਜ ਦੀ ਹੈ। ਫੌਜ ਤਾਂ ਇਸ ਹੱਦ ਤੱਕ ਉਹਨਾਂ ਨੇ ਕਮਿਊਨਲਿਜ਼ਮ ਵਾੜ ਦਿੱਤਾ ਹੈ। ਕਿਹੜਾ ਕਹੇਗਾ ਜੀ ਕਿ ਦੁਸ਼ਹਿਰੇ ਦੇ ਉੱਤੇ ਸ਼ਸਤਰਾਂ ਦੀ ਪੂਜਾ ਨਹੀਂ ਕਰਨੀ? ਜੇ ਉੱਥੇ ਕੱਛ 'ਚ ਜਾ ਕੇ ਜਿਹੜਾ ਰਣ ਆਫ ਕੱਛ ਰਾਜਨਾਥ ਸਿੰਘ ਪੂਜਾ ਕਰਕੇ ਆਇਆ, ਮੋਦੀ ਕਰ ਰਿਹਾ ਹੈ, ਰਾਜਨਾਥ ਸਿੰਘ ਫਰਾਂਸ 'ਚ ਆ ਕੇ ਕਰ ਰਿਹਾ। ਸੋ ਇਹ ਬਿਲਕੁਲ ਠੀਕ ਉਹਨਾਂ ਨੇ ਫਰਮਾਇਆ ਔਰ ਇਹ ਜਿਹੜਾ ਇੰਟੈਕਟ ਰਹੇਗਾ ਫॉर द फ्यूचर। The RSS BJP project to remake India's military rests on two strategic pillars: Agnipath scheme and the Sainik school network। ਹੁਣ ਅਗਨੀਪਥ ਦਾ ਅਸੀਂ ਆਲਰੇਡੀ ਜ਼ਿਕਰ ਕੀਤਾ ਹੈ ਕਿ 2022 'ਚ ਉਹਨਾਂ ਨੇ ਲਾਂਚ ਕੀਤਾ ਔਰ 46,000 ਜਿਹੜੇ ਨੇ ਯੰਗ ਅਗਨੀਵੀਰ ਹਰ ਸਾਲ ਲਏ ਜਾਣਗੇ। ਇਹਦੇ ਬਹਾਨੇ ਉਹਨਾਂ ਨੇ, ਕਿਉਂਕਿ ਨੇਪਾਲ ਨੇ ਵਿਰੋਧ ਕੀਤਾ, ਨੇਪਾਲ ਦੇ ਗੋਰਖੇ ਬਾਹਰ ਕੱਢਤੇ। ਅੱਛਾ, ਕਿ ਵੀ ਉਹਨਾਂ ਦੀ ਉਹਨਾਂ ਨੇ ਕਿਹਾ ਜੀ ਅਸੀਂ 4 ਸਾਲ ਲਈ, ਉਹ ਤਾਂ ਵਿਚਾਰਿਆਂ ਦੀ ਇਕਨੋਮੀ ਦਾ ਇੱਕ ਹਿੱਸਾ ਹੀ ਪੈਨਸ਼ਨਾਂ ਦੇ ਉੱਤੇ ਹੁੰਦਾ ਔਰ ਇਸ ਤਰੀਕੇ ਨਾਲ ਉਹਨਾਂ ਨੇ ਜਿਹੜਾ। ਔਰ ਦੂਸਰਾ ਸੈਨਿਕ ਸਕੂਲ, ਇਹ ਬਹੁਤ ਘੱਟ ਲੋਕਾਂ ਨੂੰ ਪਤਾ ਵੀ RSS ਨੇ ਬਹੁਤ ਸਾਰੇ ਜਿਹੜੇ ਮੰਦ ਬਜਟ ਦੇ ਵਿੱਚ ਚੱਲ ਰਹੇ ਸੀ ਉਹ ਸੈਨਿਕ ਸਕੂਲ RSS ਨੇ ਟੇਕ ਓਵਰ ਕਰ ਲਏ ਔਰ ਕਿਵੇਂ ਈਵਨ ਸਰਵਿੰਗ ਜਿਹੜਾ ਕਰਨਲ ਪ੍ਰੋਤ ਔਰ ਇਹ ਜਿਹੜਾ ਉਹਨਾਂ ਦਾ ਅਭਿਨਵ ਭਾਰਤ ਦੇ ਨਾਲ ਜੁੜਿਆ ਹੋਇਆ ਜਿਨ੍ਹਾਂ ਨੇ ਮਾਲੇਗਾਓਂ ਧਮਾਕੇ ਕੀਤੇ, ਇਹ ਸਾਰੇ ਜਿਹੜਾ ਕਨੈਕਸ਼ਨ ਹੈ ਇਹ ਦੱਸਦਾ ਵੀ RSS ਦੇ ਨਾਲ ਪਹਿਲਾਂ ਹੀ ਸਰਵਿੰਗ ਜਿਹੜੇ ਫੌਜੀ ਕਰਨਲ ਲੈਵਲ ਦੇ ਵੀ ਨੇ ਉਹ ਉਹਨਾਂ ਦੇ ਨਾਲ ਰਲ ਗੜ ਨੇ। ਔਰ ਫਿਰ ਉਹਨਾਂ ਨੇ ਸੈਨਿਕ ਸਕੂਲਸ ਦੀ ਗੱਲ ਕੀਤੀ ਕਿ ਭਾਈ ਇਹ ਫੈਡਰਲ ਇੰਸਟੀਟਿਊਸ਼ਨਸ ਜਿਹੜੀਆਂ ਨੇ ਉਹ 60% ਆਫ ਨਿਊਲੀ ਐਫੀਲੀਏਟਡ ਸੈਨਿਕ ਸਕੂਲਸ were handed over to Vidya Bharat and other Sangh-run trusts in Vrindavan. A girls' social school is managed by Sadhvi Ritambra, infamous for her role in the Babri Mosque demolition। ਇਹ ਬਿਲਕੁਲ, ਔਰ ਇਹਦਾ ਕੋਈ ਬਹੁਤੇ ਆਪਣੇ ਲੋਕਾਂ 'ਚ ਵੀ ਕਦੀ ਇਹਦੀ ਚਰਚਾ ਨਹੀਂ ਹੁੰਦੀ। ਔਰ ਉਹਨਾਂ ਨੇ ਇਹ ਕਿਹਾ ਕਿ ਵੀ ਇਹ ਜਿਹੜਾ ਆਈਡੀਓਲੋਜੀਕਲ ਕੈਪਚਰ ਹੈ ਇਹਨੇ ਰੀਜਨਲ ਕੰਸੀਕੁਐਂਸਿਸ ਬੜੇ ਫਿਕਰ ਵਾਲੇ ਪੈਦਾ ਕੀਤੇ ਨੇ। ਇੱਕ ਨਿਊਕਲੀਅਰ ਆਰਮਡ ਮਿਲਟਰੀ ਜਿਹੜੀ ਹੈ ਡਰਿਵਨ, ਜਿਸ ਦਾ ਧਾਰਮਿਕ ਅੰਨਾਪਨ, ਜਿਸ ਦੀ ਮੋਟੀਵੇਸ਼ਨਲ ਫੋਰਸ ਹੋਏ ਔਰ ਤਬਾਹਕੁਨ ਜਿਹਦੀ ਵਿਚਾਰਧਾਰਾ ਹੋਏ, ਉਹ ਕੱਲੀ ਰੀਜਨਲ ਥ੍ਰੈਟ ਨਹੀਂ ਹੈ ਪਰ ਇਹ ਗਲੋਬਲ ਥ੍ਰੈਟ ਹੈ। ਔਰ ਫਿਰ ਉਹਨਾਂ ਨੇ ਕਿਹਾ ਕਿ ਵੀ ਇਹ ਜਿਹੜੀ ਇੰਡੀਆ ਦੀ ਰੈਕਲੈਸਨੈਸ ਹੈ ਜਿਹਦੇ ਥੱਲੇ ਬਾਲਾਕੋਟ ਸਟ੍ਰਾਈਕ ਉਹਨਾਂ ਨੇ ਕੀਤੇ, ਫਿਰ ਪਾਕਿਸਤਾਨ ਤੇ ਸੋ ਕਾਲਡ ਆਪਰੇਸ਼ਨ ਸੰਦੂਰ ਦਾ ਕੀਤਾ ਔਰ ਇੰਡੀਅਨ ਆਰਮੀ ਚੀਫ ਨਿਊਕਲੀਅਰ ਥ੍ਰੈਟ ਅਰੇਜ਼ ਪਾਕਿਸਤਾਨ ਫਰੋਮ ਦਾ ਵਰਲਡ ਮੈਪ ਕਹਿ ਰਿਹਾ। ਇਸ ਦੇ ਉੱਤੇ ਦੁਨੀਆ ਨੂੰ ਜਿਹੜਾ ਉਹ ਇਹਨੂੰ ਨਜ਼ਰਅੰਦਾਜ਼ ਨਹੀਂ ਕਰਨਾ ਚਾਹੀਦਾ, ਇਸ ਦੇ ਉੱਤੇ ਫੋਕਸ ਕਰਨਾ ਚਾਹੀਦਾ। RSS dream of merging religion, politics and the gun
हैज़ फाइनली फाउंड इट्स परफेक्ट इंस्ट्रूमेंट कि ये मुकम्मल तौर पर तीनों चीज़ां रल गई ने और उन्होंने बड़े खूबसूरत अंदाज च अपना आर्टिकल एंड किया है। उन्होंने कहा भी इन्हों का ही संस्कृत का प्रोवर्ब है विनाश काले विपरीत बुद्धि कि जदों तबाही आउंदी है किसी की तो उहदी अकल पुट्ठी घुम जाती है और ये अपने आप दे विच जिहड़ा अज जिस राह दे उत्ते तुरे ने ये अपने आप ही दस रहा कि ये इसे ही जिहड़ा विनाश काले विपरीत बुद्धि श्लोक विचली हकीकत अज इन्हां दे उत्ते जिहड़ी है वो टुकदी है। जी डॉक्टर साहब, बहुत बहुत शुक्रिया। सो इत्थे लेने ब्रेक व्यूअर्स, तुसीं इसे तरह बने रहना। मिलते हैं आफ्टर दिस शॉर्ट ब्रेक। ਸਿਗਨੇਚਰ ਟਰੱਕ ਸਰਵਿਸ ਰਾਊਟ 81 ਉੱਤੇ ਐਗਜ਼ਿਟ 235 ਤੇ ਟਰੱਕਰ ਵੀਰਾਂ ਲਈ 24 ਘੰਟੇ ਰੋਡ ਸਰਵਿਸ ਦੀ ਸੁਵਿਧਾ ਮੌਜੂਦ। ਹੈਵੀ ਡਿਊਟੀ ਰਿਪੇਅਰ, ਆਇਲ ਚੇਂਜ, ਪੁਰਾਣੇ ਅਤੇ ਨਵੇਂ ਟਾਇਰ, ਕੰਪਿਊਟਰ ਡਾਇਗਨੋਸਟਿਕ, DPF ਕਲੀਨਿੰਗ, ਬ੍ਰੇਕ ਸਰਵਿਸ ਜਾਂ ਰਸਤੇ ਵਿੱਚ ਆਈ ਹਰ ਤਰ੍ਹਾਂ ਦੀ ਰਿਪੇਅਰ ਪ੍ਰੋਫੈਸ਼ਨਲ ਟੀਮ ਵੱਲੋਂ ਕੀਤੀ ਜਾਂਦੀ ਹੈ। ਬ੍ਰੇਕਫਾਸਟ, ਲੰਚ ਅਤੇ ਡਿਨਰ ਲਈ ਪੰਜਾਬੀ ਢਾਬੇ ਦਾ ਆਨੰਦ ਵੀ ਮਾਣੋ। ਡਰਾਈਵਰ ਅਤੇ ਟਰੱਕ ਆਪਰੇਟਰ ਵੀਰ ਡਿਸਪੈਚ ਦੀ ਸਰਵਿਸ ਲਈ ਸਾਡੇ ਨਾਲ ਸੰਪਰਕ ਕਰਨ। ਸਿਗਨੇਚਰ ਟਰੱਕ ਸਰਵਿਸ 58 ਟ੍ਰਾਇੰਗਲ ਡਰਾਈਵ, ਵੇਅਰਸ ਕੇਵ, ਵਰਜੀਨੀਆ 24486। ਅਮਰੀਕਾ ਵਿੱਚ ਰਹਿ ਰਹੇ ਹੋ ਅਤੇ ਡਰਾਈਵਿੰਗ ਲਾਇਸੈਂਸ ਲੈਣਾ ਚਾਹੁੰਦੇ ਹੋ ਤੇ ਲੱਭ ਰਹੇ ਹੋ ਇੱਕ ਤਜਰਬੇਕਾਰ ਡਰਾਈਵਿੰਗ ਸਕੂਲ, ਤਾਂ ਤੁਹਾਡੇ ਲਈ ਹੈ ਵੱਡੀ ਖੁਸ਼ਖਬਰੀ। ਕੈਲੀਫੋਰਨੀਆ ਦਾ ਸਟਾਕਟਨ ਟਰੱਕ ਡਰਾਈਵਿੰਗ ਸਕੂਲ ਤੁਹਾਨੂੰ ਦੇਵੇਗਾ ਡਰਾਈਵਿੰਗ ਸਿਖਲਾਈ ਅਤੇ ਡਰਾਈਵਿੰਗ ਦੌਰਾਨ ਪੇਸ਼ ਆਉਂਦੀਆਂ ਮੁਸ਼ਕਲਾਂ ਨਾਲ ਨਜਿੱਠਣ ਦੀ ਸਿਖਲਾਈ। 25 ਸਾਲ ਤੋਂ ਵੀ ਵੱਧ ਦੇ ਤਜਰਬੇ ਨਾਲ ਤੁਹਾਨੂੰ ਮਿਲੇਗੀ ਡਰਾਈਵਿੰਗ ਨਾਲ ਸੰਬੰਧਿਤ ਹਰ ਤਰ੍ਹਾਂ ਦੀ ਸਿਖਲਾਈ, ਉਹ ਵੀ ਵਾਜਿਬ ਕੀਮਤ ਵਿੱਚ। ਫਿਰ ਦੇਰ ਕਿਸ ਗੱਲ ਦੀ, ਅੱਜ ਹੀ ਸੰਪਰਕ ਕਰੋ 2097883308 ਜਾਂ ਫਿਰ 2093139919 ਨੰਬਰਾਂ ਤੇ ਅਤੇ ਪਾਓ ਆਪਣਾ ਡਰਾਈਵਿੰਗ ਲਾਇਸੈਂਸ। दर्शकों, ब्रेक ਤੋਂ ਬਾਅਦ ਤੁਹਾਡਾ ਸਭ ਦਾ ਭਰਪੂਰ ਸਵਾਗਤ ਹੈ। ਸੋ ਵੀਅਰਸ, ਗੱਲਬਾਤ ਕਰਨ ਜਾ ਰਹੇ ਹਾਂ ਇੱਕ ਲਿਖਤ ਬਾਰੇ ਹਵਾਲੇ ਨਾਲ ਕਿ ਆਸਟ੍ਰੇਲੀਆ ਦੇ ਸਿਡਨੀ ਸ਼ਹਿਰ ਤੋਂ ਸਵਾਦੇ ਸਿੱਖੀ ਸੰਸਥਾ ਦੇ ਸਰਦਾਰ ਜਤਿੰਦਰ ਸਿੰਘ ਹੋਰਾਂ ਦੀ ਗੁਰੂ ਤੇਗ ਬਹਾਦਰ ਸਾਹਿਬ ਸੰਬੰਧੀ ਲਿਖੀ ਲਿਖਤ ਜਿਹੜੀ ਉਹ ਸਾਂਝੀ ਕਰ ਰਹੇ ਹਾਂ, ਜਿਸ ਦਾ ਸੁਨੇਹਾ ਹੈ ਕਿ ਧਰਮੀ ਮਨੁੱਖ ਕਦੇ ਵੀ ਆਪਣੇ ਸਿਆਸੀ ਫਰਜ਼ਾਂ ਤੋਂ ਜ਼ੁਲਮ ਦੇ ਸਾਹਮਣੇ ਭਗੌੜਾ ਨਹੀਂ ਹੁੰਦਾ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ, ਦੇਖਣ ਸੁਣ ਲਈ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ। ਜੀ ਡਾਕਟਰ ਸਾਹਿਬ, ਕੀ ਵਿਚਾਰਾਂ ਨੇ? ਦੇਖੋ, ਸਾਨੂੰ ਇਸ ਗੱਲ ਦੀ ਖੁਸ਼ੀ ਹੈ ਕਿ ਸਾਡੇ ਇਸ ਪਲੇਟਫਾਰਮ ਤੋਂ ਅਸੀਂ ਉਹਨਾਂ ਵੀਰਾਂ ਭੈਣਾਂ ਨੂੰ ਵੀ ਰੈਕਗਨਾਈਜ਼ ਕਰਦੇ ਹਾਂ ਜਿਨ੍ਹਾਂ ਨੇ ਇੰਟੈਲੈਕਚੁਅਲ ਲੈਵਲ ਦੇ ਉੱਤੇ ਇਸ ਸਾਰੇ ਨੂੰ ਜੋ ਚੱਲ ਰਿਹਾ ਹੈ ਉਸ ਦਾ ਮੁਤਾਲਿਆ ਕਰਦੇ ਨੇ, ਉਸ ਨੂੰ ਪ੍ਰੋਪਰਲੀ ਸਿੱਖੀ ਪਰਸਪੈਕਟਿਵ ਤੋਂ ਦੇਖਦੇ ਨੇ, ਗੁਰਬਾਣੀ ਸਿੱਖ ਇਤਿਹਾਸ ਦੀ ਰੌਸ਼ਨੀ, ਔਰ ਉਸ ਦੇ ਲਈ ਫਿਰ ਉਹ ਆਪਣੇ ਵਿਚਾਰਾਂ ਦਾ ਪ੍ਰਗਟਾਵਾ ਵੀ ਕਰਦੇ ਨੇ। ਵੀਰ ਜਤਿੰਦਰ ਸਿੰਘ ਜਿਹੜੇ ਸਿਡਨੀ ਆਸਟ੍ਰੇਲੀਆ ਨਿਵਾਸੀ ਨੇ, ਸਾਡੀ ਆਸਟ੍ਰੇਲੀਆ ਟ੍ਰਿਪ ਵੇਲੇ ਜਿਹੜਾ ਮਿਲਣ ਦਾ ਇਤਫਾਕ ਵੀ ਹੋਇਆ ਔਰ ਹੁਣ ਉਹਨਾਂ ਨੇ ਸੰਵਾਦੇ ਸਿੱਖੀ ਦੇ ਉਹ ਫਾਊਂਡਿੰਗ ਡਾਇਰੈਕਟਰ ਨੇ। ਸੰਵਾਦ ਜਿਹੜਾ ਉਹ ਡਾਇਲੋਗ ਨੂੰ ਕਹਿੰਦੇ ਨੇ। ਵੈਸੇ ਮੈਂ ਹੁਣ ਕਿਉਂਕਿ ਜ਼ਿਆਦਾ ਪੋਪੂਲਰ ਲਫ਼ਜ਼ ਹੋ ਗਿਆ, ਹਿੰਦੀ ਔਰ ਸੰਸਕ੍ਰਿਤ 'ਚੋਂ ਆਇਆ, ਸਾਡਾ ਜਿਹੜਾ ਲਫ਼ਜ਼ ਇਸ ਦੇ ਲਈ ਜਿਹੜੀ ਵਿਚਾਰ ਚਰਚਾ ਸੀ ਉਹ ਗੋਸ਼ਟੀ ਸੀ। ਲੇਕਿਨ ਇਹ ਬਹੁਤ ਹੀ ਸੁਲਝੇ ਹੋਏ ਵੀਰ ਨੇ ਔਰ ਇਹਨਾਂ ਦਾ ਈਵਨ ਜਿਹੜਾ ਅਸੀਂ WhatsApp ਤੇ ਸਵਾਲਾਂ ਦਾ ਸਿਲਸਿਲਾ ਸ਼ੁਰੂ ਕਰਨਾ ਚਾਹੁੰਦੇ ਸੀ, ਜਿਸ ਬਾਰੇ ਅਜੇ ਤੱਕ ਕੋਈ ਬਹੁਤ ਜ਼ਿਆਦਾ ਜਿਹੜਾ ਹੈ ਉਹ ਐਕਸਾਈਟਮੈਂਟ ਸਾਨੂੰ ਨਜ਼ਰ ਨਹੀਂ ਆਈ, ਉਹਦੇ 'ਚ ਵੀ ਅਸੀਂ ਇਹਨਾਂ ਦਾ ਸਵਾਲ ਜਿਹੜਾ ਹੈ ਉਹ ਐਂਟਰਟੇਨ ਕੀਤਾ ਸੀ। ਉਹਨਾਂ ਦੀ ਇਹ ਲਿਖਤ ਸਾਨੂੰ ਕੁਝ ਦਿਨ ਪਹਿਲਾਂ ਦੀ ਮਿਲੀ ਹੈ। ਅੱਛਾ। ਕਿਉਂਕਿ ਇਹ 350 ਸਾਲਾ ਗੁਰੂ ਤੇਗ ਬਹਾਦਰ ਸਾਹਿਬ ਦਾ ਸ਼ਹੀਦੀ ਵਰ੍ਹਾ ਵੀ ਚੱਲ ਰਿਹਾ ਹੈ। ਬਹੁਤ ਸਾਰੇ ਸਮਾਗਮ, ਲੰਗਰ, ਹੋਰ ਵੀ ਉੱਥੇ ਸੀਸਗੰਜ ਜਾਂ ਲਾਲ ਕਿਲ੍ਹੇ 'ਚ ਵੀ ਕੀਰਤਨ ਦਰਬਾਰ ਹੋ ਜਾਏਗਾ, ਬਹੁਤ ਸਾਰੀਆਂ ਚਰਚਾਵਾਂ ਹੋਣਗੀਆਂ। ਲੇਕਿਨ ਜਿਹੜੇ ਇਸ ਕਿਸਮ ਦੇ ਨੇ ਸੈਲੀਬ੍ਰੇਸ਼ਨ ਵਾਲੇ ਵੀ, ਉਹ ਜੋ ਅੱਖਾਂ ਦੇ ਸਾਹਮਣੇ ਹੋ ਰਿਹਾ, ਜੋ ਜ਼ੁਲਮ ਹੋ ਰਿਹਾ, ਜਿਵੇਂ ਅਸੀਂ ਬੰਦੀ ਛੋੜ ਦਿਵਸ ਦੇ ਮੌਕੇ ਦੇ ਉੱਤੇ ਕਿਹਾ ਸੀ ਕਿ ਵੀ ਚਲੋ ਬਹੁਤ ਚੰਗੀ ਗੱਲ ਹੈ, ਅਸੀਂ ਖੁਸ਼ੀ ਮਨਾ ਰਹੇ ਹਾਂ ਕਿ 52 ਰਾਜੇ ਬਾਹਰ ਆ ਗਏ, ਪਰ ਤੁਹਾਨੂੰ ਆਪਣੇ ਰਾਜੇ ਨਜ਼ਰ ਨਹੀਂ ਆਉਂਦੇ ਜਿਹੜੇ ਅੰਦਰ ਨੇ 30 ਸਾਲ ਤੋਂ, ਔਰ ਉਹ ਸਾਰੇ ਦੇ ਚੱਲਦੇ। ਸੋ ਮੈਂ ਕਿਉਂਕਿ ਵਕਤ ਵੱਲ ਵੀ ਦੇਖ ਰਿਹਾ, ਉਹਨਾਂ ਦੀ ਮੈਂ ਲਿਖਤ ਤੇ ਸਿੱਧੇ ਜਾਵਾਂਗਾ। ਉਹਨਾਂ ਨੇ ਕੋਈ ਇਹ ਨਹੀਂ ਹੈ ਵੀ ਗੁਰੂ ਤੇਗ ਬਹਾਦਰ ਸਾਹਿਬ ਦੀ ਕੋਈ ਲਾਈਫ ਸਟੋਰੀ ਦਿੱਤੀ ਹੈ, ਪਰ ਜਿਹੜਾ ਮੈਸੇਜ ਹੈ ਔਰ ਅੱਜ ਅਸੀਂ ਕਿੱਥੇ ਖੜੇ ਹਾਂ ਔਰ ਜਿਹੜੇ ਲੋਕ ਆਪਣੇ ਆਪ ਨੂੰ ਧਰਮੀ ਕਹਾਣ ਵਾਲੇ ਨੇ,
ਉਹ ਕਿਵੇਂ ਭਗੌੜੇ ਨੇ ਆਪਣੇ ਫਰਜ਼ਾਂ ਤੋਂ, ਇਸ ਗੱਲ ਦੇ ਉੱਤੇ ਉਹਨਾਂ ਦਾ ਫੋਕਸ ਹੈ। ਔਰ ਪਹਿਲਾਂ ਉਹਨਾਂ ਨੇ 4-5 ਟਾਈਟਲਸ ਦੇ ਥੱਲੇ ਉਹਨਾਂ ਨੇ ਆਪਣੇ ਵਿਚਾਰਾਂ ਨੂੰ ਸੰਕੋਚਿਆ। ਪਹਿਲਾ ਸਾਇਲੈਂਸ ਐਂਡ ਕਰੇਜ, ਗੁਰੂ ਤੇਗ ਬਹਾਦਰ ਸਟੈਂਡ ਇਨ ਦਾ ਏਜ ਆਫ ਫੀਅਰ। ਉਹ ਵੀ ਇੱਕ ਡਰ ਦਾ ਜ਼ਮਾਨਾ ਸੀ, ਔਰੰਗਜ਼ੇਬ ਦਾ ਖੌਫ, ਅੱਜ ਹਿੰਦੂ ਤਵੀਆਂ ਦਾ ਖੌਫ, 4 ਚਫੇਰੇ, ਟਰਾਂਸਨੈਸ਼ਨਲ ਰਿਪਰੈਸ਼ਨ ਲੈਵਲ ਤੇ। ਉਹਨਾਂ ਨੇ ਕਿਹਾ ਕਿ ਵੀ ਲੇਟ 18th ਸੈਂਚੁਰੀ 'ਚ ਜਦੋਂ ਨਾਰਥ ਇੰਡੀਆ ਮੁਗਲ ਪੂਰਾ ਉਹਨਾਂ ਦੇ ਸਾਮਰਾਜ ਦੇ ਜਿਹੜਾ ਹੈ ਉਸ ਦੇ ਦਬਦਬੇ ਥੱਲੇ ਰਹਿ ਰਿਹਾ ਸੀ। ਔਰੰਗਜ਼ੇਬ 1658 ਦੇ ਵਿੱਚ ਗੱਦੀ ਤੇ ਬੈਠਾ, 1707 ਤੱਕ ਰਿਹਾ ਲਗਭਗ, ਜਿਹੜਾ ਹੈ ਉਸਨੇ ਬਹੁਤ ਲੰਬੀ ਉਮਰ 90 ਸਾਲ ਤੱਕ ਉਹ ਜੀਵਿਆ। ਹਾਲਾਂਕਿ ਗੱਦੀ ਤੇ ਬਹਿੰਦਿਆਂ ਵੀ ਉਹ ਅੱਧਾ ਬੁੱਢਾ ਹੋ ਗਿਆ ਸੀ, ਲੇਕਿਨ ਲੰਬੀ ਉਮਰ ਉਹਨੇ ਭੋਗੀ ਹੈ। ਔਰ ਉਸ ਦੀ ਜਿਹੜੀ ਆਈਡੀਓਲੋਜੀ ਸੀ ਔਰੰਗਜ਼ੇਬ ਦੀ, ਉਹ ਸਿਰਫ ਸਿਆਸੀ ਗਲਬਾ ਨਹੀਂ ਸੀ, ਉਹ ਮਜ਼ਹਬੀ ਤੌਰ ਦੇ ਉੱਤੇ ਵੀ ਯੂਨੀਫਾਰਮਿਟੀ ਚਾਹੁੰਦਾ ਸੀ। ਤੂੰ ਤਾਂ ਚਾਹੁੰਦਾ 2 ਤੋਂ 1 ਕਰਨੇ, ਮੈਂ ਤਾਂ 3 ਬਣਾਉਣੇ ਚਾਹੁੰਦਾ ਹਾਂ। ਇਹ ਡਾਇਲੌਗ ਗੁਰੂ ਤੇਗ ਬਹਾਦਰ ਸਾਹਿਬ ਔਰੰਗਜ਼ੇਬ ਦਾ। ਔਰ ਰੀਇੰਪੋਜੀਸ਼ਨ ਆਫ ਜਜੀਆ, ਜਿਹੜੇ ਉਹਨੇ ਫਿਰ ਫੈਸਲੇ ਲਏ, ਜਜੀਆ ਲਾਇਆ ਧਾਰਮਿਕ ਥਾਵਾਂ ਤੇ ਜਿਹੜੇ ਜਾਣਗੇ ਉਹਨਾਂ ਨੂੰ ਟੈਕਸ ਦੇਣਾ ਪਏਗਾ। ਟੈਂਪਲ ਡਿਮੋਲੀਸ਼ਨਸ, ਫੋਰਸ ਕਨਵਰਸ਼ਨਸ, ਡਾਰਕਨ ਦਾ ਲੈਂਡ, ਇਹ ਜਿਹੜਾ ਖਾਸ ਤੌਰ ਤੇ ਕਸ਼ਮੀਰ ਦੇ ਹਵਾਲੇ ਨਾਲ ਇਸ ਤੇ ਕਾਫੀ ਕੰਕਰੀਟ ਸਬੂਤ ਨੇ। ਔਰ ਉਸ ਵੇਲੇ ਕਿਉਂਕਿ ਕਸ਼ਮੀਰੀ ਪੰਡਤ ਉਸ ਦਾ ਸ਼ਿਕਾਰ ਹੋਏ ਤੇ ਉਹਨਾਂ ਦੇ ਸਾਹਮਣੇ ਸੀ ਕਿ ਜਾਂ ਉਹ ਆਪਣਾ ਮਜ਼ਹਬ ਬਦਲਣ ਤੇ ਜਾਂ ਜਿਹੜਾ ਉਹ ਪਰਸੀਕਿਊਸ਼ਨ ਫੇਸ ਕਰਨ, ਮਰਨ ਲਈ ਤਿਆਰ ਹੋਣ। ਉਸ ਵੇਲੇ ਮੁਗਲ ਗਵਰਨਰ ਜਿਹੜਾ ਕਸ਼ਮੀਰ ਦਾ ਇਫਤਖਾਰ ਖਾਨ ਸੀ। ਔਰ ਜਦੋਂ ਉਹ ਫਿਰ ਪੰਡਤ ਜਿਹੜੇ ਨੇ ਉਹਨਾਂ ਨੇ 4 ਚੁਫੇਰੇ ਨਜ਼ਰ ਮਾਰੀ, ਕੋਈ ਸੰਤ, ਕੋਈ ਰਾਜਾ, ਕੋਈ 22 ਧਾਰ ਦਾ, ਕੋਈ 24 ਧਾਰ ਦਾ ਕੋਈ ਨਜ਼ਰ ਨਹੀਂ ਆਇਆ। ਔਰ ਉਹ ਆ ਕੇ ਜਿਹੜੇ ਨੇ, ਕਿਉਂਕਿ ਜਿਹੜੇ ਉਸ ਧਰਤੀ ਦੇ ਮਜ਼ਹਬੀ ਲੋਕ ਸੀ, ਸੋ ਕਾਲਡ ਸੰਤ, ਉਹਨਾਂ ਨੇ ਚੁੱਪੀ ਧਾਰ ਲਈ ਸੀ ਤੇ ਉਹ ਗੁਰੂ ਤੇਗ ਬਹਾਦਰ ਸਾਹਿਬ ਦੇ ਦਰਬਾਰ 'ਚ ਆਏ। ਫਿਰ ਉਹਨਾਂ ਨੇ ਇੱਕ ਬੜਾ ਖੂਬਸੂਰਤ, ਜਦੋਂ ਤੁਸੀਂ ਹਿਸਟਰੀ ਦੇ ਵਿਦਿਆਰਥੀ ਦੇ ਨਾਤੇ ਦੇਖਦੇ ਹੋ ਕਿ ਕਿਵੇਂ ਉਹਨੂੰ ਉਹਨਾਂ ਨੇ ਸਮ ਅਪ ਕੀਤਾ, ਉਹਨਾਂ ਨੇ ਕਿਹਾ ਵੀ ਜਿਹੜਾ ਭਾਰਤ ਹੈ ਉਹ ਕੋਈ ਭੁੱਖਾ ਨੰਗਾ ਨਹੀਂ ਸੀ, ਰੂਹਾਨੀ ਤੌਰ ਤੇ ਸਪਿਰਿਚੁਅਲੀ ਬੜਾ ਰਿਚ ਸੀ। ਸ਼ੰਕਰਾਚਾਰੀਆ ਸਾਊਥ ਦੇ ਵਿੱਚ ਬੈਠਾ ਹੋਇਆ ਸੀ, ਰਾਮਾਨੰਦੀ ਜਿਹਦੇ ਫਾਲੋਅਰ ਕਬੀਰ ਜੀ, ਰਵਿਦਾਸ ਜੀ, ਰਾਮਾਨੰਦੀ ਤੇ ਵਰਬਾਚਾਰੀਆ ਜਿਹੜੇ ਨੇ ਨਾਰਥ ਦੇ ਵਿੱਚ ਬੈਠੇ ਹੋਏ ਸੀ, ਭਗਤੀ ਲਹਿਰ ਇਹਨਾਂ ਦੀ ਚੱਲ ਰਹੀ ਸੀ। ਸ਼ੈਵਾ ਸੈਟਿਕਸ ਐਂਡ ਭਗਤੀ ਪੋਰਟਸ ਵਾਕਡ ਦਾ ਲੈਂਡ, ਇਹ ਸਾਰੇ ਪਾਸੇ ਘੁੰਮਦੇ ਸੀ, ਪੂਰੇ ਐਨ ਮਾਨਸਰੋਵਰ ਤੋਂ ਲੈ ਕੇ ਤੇ ਕਾਬਲ ਤੱਕ ਜਾਂਦੇ ਸੀ ਵੀ ਇਹ ਸਾਰੇ ਪਾਸੇ ਸੀ। ਸਮਰੱਥ ਰਾਮਦਾਸ ਜਿਹੜਾ ਸ਼ਿਵਾਜੀ ਦਾ ਗੁਰੂ ਸੀ, ਸਵਾਮੀ, ਉਹ ਸ਼ਿਵਾਜੀ ਦਾ ਮੈਂਟਰ ਹੈ, ਉਹਨੇ ਜਿਹੜਾ ਉਹਦੀ ਟ੍ਰੇਨਿੰਗ ਕੀਤੀ, ਉਸ ਲਈ ਕੀ ਲਫ਼ਜ਼ ਹੁੰਦਾ ਹੈ, ਚਲੋ ਉਸ ਨੂੰ ਜਿਹੜਾ ਉਹ ਮੈਂਟਰਿੰਗ ਕੀਤੀ ਉਸ ਦੀ। ਲੇਕਿਨ ਔਰੰਗਜ਼ੇਬ ਨਾਲ ਸਿੱਧੇ ਤੌਰ ਤੇ ਟਕਰਾਉਣ ਤੋਂ ਉਹ ਵੀ ਬਚਦੇ ਰਹੇ। ਇਸੇ ਤਰ੍ਹਾਂ ਤੁਲਸੀਦਾਸ ਤੇ ਸ਼ੰਕਰਾਚਾਰੀਆ, ਸ੍ਰੀਗਿਰੀ ਦਾ, ਪੁਰੀ ਦਾ, ਉਹ ਸਭ ਕਰਮਕਾਂਡ ਤੇ ਮੈਡੀਟੇਸ਼ਨ 'ਚ ਹੀ ਲੱਗੇ ਹੋਏ ਸੀ। ਫਿਲਸੋਫੀਕਲ ਡਿਸਕੋਰਸ ਤਾਂ ਬੜੇ ਹੁੰਦੇ ਹੋਣਗੇ ਕਿ ਭਾਈ ਕੀ ਹੈ ਤੇ ਕੀ ਨਹੀਂ ਹੈ, ਸੱਚ ਕਿੱਥੇ ਹੈ। ਇਨਰ ਡਿਵੋਸ਼ਨ ਤੇ ਸੈਲਫ ਪਿਊਰੀਫਿਕੇਸ਼ਨ became escape routes from responsibility while the oppressed cried for justice। ਜਿਹੜੇ ਜ਼ੁਲਮ ਦਾ ਸ਼ਿਕਾਰ ਸੀ ਉਹ ਚੀਕ ਚਿਹਾੜਾ ਪਾ ਰਹੇ ਸੀ ਤੇ ਇਹ ਆਪਣੇ ਜਿਹੜੇ ਨੇ ਉਹ ਲੱਗੇ ਹੋਏ ਸੀ, ਕੁੰਭ ਨਹਾਉਣ ਲੱਗੇ ਆ, ਗੰਗਾ ਨਹਾਉਣ ਲੱਗੇ ਨੇ, ਅਗਲੇ ਸਵਰਗ ਦੀਆਂ ਟਿਕਟਾਂ ਬੁੱਕ ਕਰਾ ਰਹੇ ਨੇ। ਪੋਲੀਟੀਕਲੀ ਦਾ ਪਿਕਚਰ ਵਾਜ਼ ਨੋ ਬੈਟਰ। ਇਹ ਧਾਰਮਿਕ ਤੌਰ ਤੇ ਇਹ ਸੀ, ਸਿਆਸੀ ਤੌਰ ਤੇ ਸੀ ਵੀ ਜਿਹੜੇ ਰਾਜਪੂਤ ਕਿੰਗ ਨੇ ਜੈਪੁਰ, ਜੋਧਪੁਰ, ਉਦੈਪੁਰ, ਉਹ ਨਜ਼ਰਾਨਾ ਦੇਣ ਵਾਲੇ ਬਣੇ ਹੋਏ ਸੀ ਮੁਗਲ ਉਸ ਹਕੂਮਤ ਨੂੰ। ਕਈਆਂ ਨੇ, ਕੁਛ ਨੇ ਤਾਂ ਆਪਣੀਆਂ ਬੱਚੀਆਂ ਜਿਹੜੀਆਂ ਨੇ ਉਹ ਵਿਆਹ ਦੇ ਵਿੱਚ ਦਿੱਤੀਆਂ ਹੋਈਆਂ ਸੀ ਬਾਦਸ਼ਾਹਾਂ ਦੇ ਨਾਲ, ਤਾਂ ਕਿ ਕੋਈ ਹੋਰ ਜਿਹੜਾ ਉਹਨਾਂ ਨੂੰ ਐਡੀਸ਼ਨਲ ਸਹੂਲਤਾਂ ਮਿਲ ਜਾਣ। ਜਿਹੜੇ ਹਿਲ ਚੀਫ ਸੀ ਕਾਂਗੜਾ ਦੇ, ਮੰਡੀ ਦੇ, ਉਹ ਤਾਂ ਡਰਦੇ ਸੀ ਕਿ ਵੀ ਰੀਟੈਲੀਏਸ਼ਨ ਨਾ ਹੋਏ। ਈਵਨ ਮਾਈਟੀ ਸ਼ਿਵਾਜੀ ਪ੍ਰੀ ਆਕੂਪਾਈਡ ਵਿਦ ਕੰਸੋਲੀਡੇਟਿੰਗ ਸਵਰਾਜਿਆ ਇਨ ਦਾ ਦੱਖਣ, ਉੱਥੇ ਉਹ ਲਗਾਏ ਸੀ ਦੱਖਣ ਦੇ ਵਿੱਚ ਸ਼ਿਵਾਜੀ, ਪਰ could not intervene power without moral courage left society paralyzed। ਇਹ ਹਾਲ ਸੀ। ਔਰ ਬੜੀ ਖੂਬਸੂਰਤ ਪਿਕਚਰ ਉਹਨਾਂ ਨੇ ਡਰਾ ਕੀਤੀ। ਗੁਰੂ ਤੇਗ ਬਹਾਦਰ ਮੈਡੀਟੇਸ਼ਨ ਇਨ ਐਕਸ਼ਨ। ਹੁਣ ਇੱਕ ਪਾਸੇ ਅਸੀਂ ਗੁਰੂ ਤੇਗ ਬਹਾਦਰ ਸਾਹਿਬ ਦਾ ਜੀਵਨ ਬਿਆਨ ਕਰਦੇ ਹਾਂ, 23 ਸਾਲ 27 ਸਾਲ ਭੋਰੇ 'ਚ ਬੈਠੇ ਤਪੱਸਿਆ ਕੀਤੀ, ਉਹ ਇੱਕ ਡਿਫਰੈਂਟ ਅਕਾਊਂਟ। ਪਰ ਮੈਂ ਸਮਝਦਾ ਕਿ ਵੀ ਇਹ ਜਿਹੜਾ ਉਹਨਾਂ ਨੇ ਵੀਰ ਜਤਿੰਦਰ ਸਿੰਘ ਹੋਰਾਂ ਨੇ ਇਸ ਨੂੰ ਸਿਰਜਿਆ ਕਿ ਵੀ ਉਹ ਜਿਹੜੀ ਮੋਰਲ ਲੀਡਰਸ਼ਿਪ ਦਾ ਇੱਕ ਖਲਾਸ ਸੀ। ਗੁਰੂ ਤੇਗ ਬਹਾਦਰ ਸਾਹਿਬ ਜਿਹੜੇ ਡੀਪ
ਮੈਡੀਟੇਸ਼ਨ ਅੰਦਰੂਨੀ ਤੌਰ ਤੇ ਤੁਸੀਂ ਗੁਰੂ ਤੇਗ ਬਹਾਦਰ ਸਾਹਿਬ ਦੇ ਸ਼ਲੋਕ ਪੜ੍ਹਦੇ ਹੋ, ਅੰਦਾਜ਼ਾ ਹੁੰਦਾ ਹੈ ਕਿ ਵਿਰਾਗ ਦਾ ਪੱਧਰ ਕੀ ਹੈ। ਪਰ ਫੀਅਰਲੈਸ ਐਕਸ਼ਨ ਵੀ ਹੈ। ਨਾਮ ਵੀ ਤੇਗ ਬਹਾਦਰ ਹੈ, ਹਾਲਾਂ ਉਹੀ 13-14 ਸਾਲ ਦੀ ਉਮਰ 'ਚ ਉਹਨਾਂ ਨੇ ਚੌਥੀ ਜੰਗ ਜਿਹੜੇ ਉਹਨਾਂ ਦੇ ਪਿਤਾ ਗੁਰੂ ਹਰਗੋਬਿੰਦ ਸਾਹਿਬ ਨੇ ਕਰਤਾਰਪੁਰ ਦੇ ਮੁਕਾਮ ਤੇ ਲੜੀ, ਜਿਹੜਾ ਜਲੰਧਰ ਦੇ ਨੇੜੇ ਹੈ। ਇਹਨਾਂ ਦਾ ਨਾਂ ਤਾਂ ਤਿਆਗਮਲ ਸੀ, ਔਰ ਗੁਰੂ ਹਰਗੋਬਿੰਦ ਸਾਹਿਬ ਨੇ ਕਿਹਾ ਵੀ ਨਹੀਂ, ਇਹ ਤਾਂ ਤੇਗ ਇਵੇਂ ਵਾਹੀ ਹੈ, ਇਹ ਤਿਆਗਮਲ ਨਹੀਂ, ਇਹ ਤੇਗ ਬਹਾਦਰ। ਹੁਣ ਤੇਗ ਕੱਲੀ ਜੰਗ ਦੇ ਮੈਦਾਨ 'ਚ ਪਾਉਣ ਦੀ ਗੱਲ ਨਹੀਂ, ਜਿਹੜਾ ਮੋਰਲ ਕਰੇਜ ਹੈ, ਤੁਸੀਂ ਜਦੋਂ ਖਲੋਂਦੇ ਹੋ ਔਰ ਉਸ ਦੇ ਲਈ ਜਿਹੜਾ ਹੈ ਉਹ ਕੋਈ ਤੁਹਾਡੇ ਇਰਾਦੇ ਨੂੰ ਬਦਲ ਨਹੀਂ ਸਕਦੇ, ਇਹ ਵੀ ਤੇਗ ਦੇ ਧਾਰ ਦੇ ਉੱਤੇ ਤੁਰਨਾ। ਜਦੋਂ ਅਸੀਂ ਕਹਿੰਦੇ ਹਾਂ ਕਿ ਸਿੱਖੀ ਖਾਨਿਓ ਤਿੱਖੀ ਵਾੜੋ ਨਿੱਕੀ, ਇਹ ਤਾਂ ਮਾਰਗ, ਉੱਥੇ ਵੀ ਤੇਗ ਦੀ ਗੱਲ ਹੈ। ਖੰਡਾ ਡਬਲ ਐਜਡ ਸੌਰਡ ਹੈ। ਔਰ ਇਹ ਉਹਨਾਂ ਨੇ ਕਿਹਾ ਕਿ ਭਾਈ ਇਹ ਜਿਹੜੀ ਗੁਰੂ ਤੇਗ ਬਹਾਦਰ ਸਾਹਿਬ ਦੀ ਟ੍ਰੇਨਿੰਗ ਸੀ, ਉਹ ਸਿੱਖ ਡਾਕਟਰੀਨ ਮੀਰੀ ਪੀਰੀ ਜਿਹੜੀ ਕਿ ਉਹਨਾਂ ਦੇ ਪਿਤਾ ਗੁਰੂ ਹਰਗੋਬਿੰਦ ਸਾਹਿਬ ਨੇ ਸਿਖਾਈ ਹੋਈ ਸੀ, ਦਿੱਤੀ ਸੀ, ਸਪਿਰਿਚੁਅਲਿਟੀ ਐਂਡ ਜਸਟਿਸ ਵਾਕ ਟੂਗੈਦਰ, ਕਿ ਰੂਹਾਨੀਅਤ ਔਰ ਮੀਰੀ ਤਾਂ ਜਸਟਿਸ ਨਾਲ ਜੁੜੀ ਹੋਈ ਹੈ, ਇਕੱਠੇ ਜਾਂਦੇ ਨੇ। ਫਿਰ ਜਦੋਂ ਪੰਡਤ ਕਿਰਪਾ ਰਾਮ ਦੱਤ ਕਸ਼ਮੀਰ ਤੋਂ ਆਪਣੇ ਸਾਥੀਆਂ ਦੇ ਨਾਲ ਅਨੰਦਪੁਰ ਸਾਹਿਬ ਆਇਆ, ਗੁਰੂ ਸਾਹਿਬ ਨੇ ਗੰਭੀਰਤਾ ਦੇ ਨਾਲ ਉਹਨਾਂ ਦੇ ਦੁਖੜੇ ਨੂੰ ਸੁਣਿਆ, ਫਿਰ ਡਿਕਲੇਅਰ ਕੀਤਾ ਕਿ ਇਹ ਜਿਹੜਾ ਜ਼ੁਲਮ ਹੈ ਇਸ ਨੂੰ ਟੱਕਰ ਦੇਣ ਦੀ ਲੋੜ ਹੈ। ਟਿਰਨੀ ਮਸਟ ਬੀ ਕਨਫਰੰਟਡ। ਔਰ ਗੁਰੂ ਗੋਬਿੰਦ ਰਾਏ ਜੀ ਜਿਹੜੇ ਛੋਟੇ ਸਨ, ਆਲਮੋਸਟ 9 ਸਾਲ ਦੇ, ਉਹਨਾਂ ਨੇ ਇਹ ਪੁੱਛਿਆ ਕਿ ਵੀ ਇਹ ਕਿਵੇਂ ਇਹਨਾਂ ਦੇ ਫੇਥ ਨੂੰ ਬਚਾਇਆ ਜਾ ਸਕਦਾ ਹੈ। ਗੁਰੂ ਸਾਹਿਬ ਦਾ ਜਵਾਬ ਸੀ, ਓਨਲੀ ਦਾ ਗ੍ਰੇਟੈਸਟ ਅਮੰਗ ਮੈਨ ਕੈਨ ਮੇਕ ਦੈਟ ਸੈਕਰੀਫਾਈਸ, ਕਿ ਇਹ ਜਿਹੜਾ ਇਸ ਰਸਤੇ ਤੇ ਉਹੀ ਹੈ ਜਿਹੜਾ ਕੁਰਬਾਨੀ ਕਰਕੇ ਮੁਰਦਿਆਂ ਨੂੰ ਜਗਾਏ। ਗੱਲ ਤਾਂ ਜ਼ਾਲਮ ਤਾਂ ਆਪਣੇ ਜ਼ੁਲਮ ਦੇ ਉੱਤੇ ਹੁੰਦਾ ਹੀ ਹੈ, ਲੇਕਿਨ ਜਿਹੜੇ ਜ਼ੁਲਮ ਸਹਿ ਰਹੇ ਹੁੰਦੇ ਨੇ ਉਹਨਾਂ ਨੂੰ ਜਗਾਉਣ ਦੇ ਲਈ ਵੀ ਜਿਹੜਾ ਉਹ ਇਸ ਕੁਰਬਾਨੀ ਦੀ ਲੋੜ ਹੈ। ਔਰ ਫਿਰ ਉਹਨਾਂ ਨੇ ਦਿੱਲੀ ਜਦੋਂ ਔਰੰਗਜ਼ੇਬ ਦੇ ਨਾਲ ਜਿਹੜਾ ਵਾਸਤਾ ਹੁੰਦਾ ਹੈ, ਉਹਨਾਂ ਨੇ ਜਿਹੜਾ ਚਾਂਦਨੀ ਚੌਂਕ 1675 ਦੇ ਵਿੱਚ ਸ਼ਹੀਦੀ ਜਾਮ ਪੀਤਾ, ਜਿਸ ਬਾਰੇ ਅਸੀਂ ਕੱਲ੍ਹ ਵੀ ਜ਼ਿਕਰ ਕੀਤਾ ਸੀ ਕਿ 10ਵੇਂ ਪਾਤਸ਼ਾਹ ਨੇ ਫਰਮਾਇਆ ਕਿ ਤਿਲਕ ਜੰਜੂ ਰਾਖਾ ਪ੍ਰਭ ਤਾਕਾ, ਕੀਨੋ ਬੜੋ ਕਲੂ ਮੈਂ ਸਾਕਾ, ਸਾਧਨ ਹੇਤ ਇਤੀ ਜਿਨ ਕਰੀ, ਸੀਸ ਦਿਆ ਪਰ ਸੀ ਨਾ ਉਚਰੀ। ਔਰ ਉਹਨਾਂ ਦੀ ਜਿਹੜੀ ਬੰਦਗੀ ਵੀ ਸੀ, ਜਿਹਨੂੰ ਭੌਰੇ 'ਚ ਤਪੱਸਿਆ ਕਹਿੰਦੇ ਨੇ, ਉਹ ਕੋਈ ਭਗੌੜਾ ਭਾ ਰਿਟਰੀਟ ਨਹੀਂ ਸੀ। ਉਹਨਾਂ ਦਾ ਚੁੱਪ ਰਹਿਣਾ ਉਸ ਪੀਰੀਅਡ 'ਚ ਇੰਨੇ ਵਰੇ 20-23 ਸਾਲ, ਇਹ ਕੋਈ ਡਰ ਦੀ ਵਜ੍ਹਾ ਕਰਕੇ ਨਹੀਂ ਸੀ, ਪਰ ਇਹ ਪ੍ਰੈਪਰੇਸ਼ਨ ਸੀ ਉਸ ਕੁਰਬਾਨੀ ਲਈ, ਉਸ ਹੌਸਲੇ ਲਈ, ਉਸ ਵੱਡੇ ਰੋਲ ਲਈ ਜਿਹਦੇ 'ਚੋਂ। ਔਰ ਉਹਨਾਂ ਨੇ ਕਿਹਾ ਕਿ ਬਈ ਜਿਹੜੇ ਬਾਕੀ ਨੇ ਉਹ ਤਾਂ ਰੱਬ ਨੂੰ ਕੁੰਦਰਾਂ 'ਚ ਲੱਭਦੇ ਸੀ, ਗੁਰੂ ਸਾਹਿਬਾਨ ਨੇ ਇਸ ਨੂੰ ਲੱਭਿਆ ਕਿ ਜਿਹੜਾ ਕਮਜ਼ੋਰ ਹੈ ਉਸ ਦੀ ਰੱਖਿਆ ਕਰਨਾ। ਔਰ ਉਹਨਾਂ ਨੇ ਦੱਸਿਆ ਕਿ ਫੇਥ ਵਿਦਾਊਟ ਫੀਅਰ ਇਜ਼ ਹੌਲੋ ਐਂਡ ਡਿਵੋਸ਼ਨ ਵਿਦਾਊਟ ਜਸਟਿਸ ਇਜ਼ ਬਿਟਰੇਅਰ। ਪੈ ਕਾਹੂ ਕੋ ਦੇਤ ਨੈ ਪੈ ਮਾਨਤ ਆਨ, ਕਹੋ ਨਾਨਕ ਇਹ ਜਗਤ ਮੈਂ ਗਿਆਨੀ ਤਾਹੇ ਬਖਾਨ। ਕਿ ਸਪਿਰਿਚੁਅਲ ਕਹਾਣ ਦਾ ਹੱਕਦਾਰ ਹੀ ਉਹ ਹੈ ਜਿਹੜਾ ਨਾ ਡਰ ਦਿੰਦਾ ਨਾ ਕਿਸੇ ਦਾ ਡਰ ਮੰਨਦਾ। ਉਹਨਾਂ ਨੇ ਫਿਰ ਅਜੋਕੇ ਕੌਂਟੈਕਸਟ ਦੇ ਵਿੱਚ ਟਾਈਟਲ ਦਿੱਤਾ ਦਾ ਮਿਰਰ ਆਫ ਟੂਡੇ। ਅੱਜ 3 ਸਦੀਆਂ ਬਾਅਦ ਸਾਡੇ ਸਾਹਮਣੇ ਜਿਹੜਾ ਸਬਕ ਹੈ ਉਹ ਬੜਾ ਜ਼ਰੂਰੀ ਹੈ। ਜਦੋਂ ਅੱਜ ਸਾਡੇ ਗੁਰਦੁਆਰੇ ਉਹ ਗਿਆਨ ਗੋਦੜੀ ਸਾਹਿਬ ਹਰਿਦੁਆਰ ਹੋਏ, ਮੰਗੂ ਮੱਠ ਹੋਏ, ਉਹਨਾਂ ਨੂੰ ਡਿਮੋਲਿਸ਼ ਕੀਤਾ ਗਿਆ, ਪੰਜਾਬੀ ਜ਼ਬਾਨ ਨੂੰ ਸਪਰੈਸ ਕੀਤਾ ਹੈ, ਸਿੱਖਾਂ ਨੂੰ ਈਵਨ ਕਿਰਪਾਨ ਪਹਿਨ ਕੇ ਮੈਟਰੋ ਤੇ ਜਾਣ ਦਾ ਹੱਕ ਵੀ ਨਹੀਂ ਹੈ, ਕਰਤਾਰਪੁਰ ਸਾਹਿਬ ਜਾਣ ਤੇ ਪਾਬੰਦੀਆਂ ਨੇ ਸਿਕਿਉਰਿਟੀ ਦੇ ਨਾਂ ਥੱਲੇ। ਪਰ ਦੂਜੇ ਪਾਸੇ ਟ੍ਰੇਡ ਔਰ ਕ੍ਰਿਕਟ ਇਹ ਲਗਾਤਾਰਤਾ ਨਾਲ ਜਾਰੀ ਹੈ। ਔਰ ਇਸ ਪੀਰੀਅਡ ਦੇ ਵਿੱਚ ਜਿਹੜੀ ਸਿੱਖ ਇੰਸਟੀਟਿਊਸ਼ਨਸ ਦੀ ਜਿਹੜੀ ਹੈ ਉਹ ਸਾਇਲੈਂਸ ਹੈ, ਉਹ ਉਸ ਮੁਗਲ ਏਰਾ ਸੇਂਟਸ ਔਰ ਕਿੰਗਸ ਦੀ ਯਾਦ ਦਹਾਨੀ ਕਰਵਾਉਂਦੀ ਹੈ, ਜਿਹੜੇ ਮੁਗਲੀਆ ਜ਼ੁਲਮ ਦੇ ਸਾਹਮਣੇ ਜਿਨ੍ਹਾਂ ਨੇ ਚੁੱਪ ਵੱਟੀ ਹੋਈ ਸੀ। ਔਰ ਫਿਰ ਉਹਨਾਂ ਨੇ ਇਹ ਕਿਹਾ ਕਿ ਮੈਡੀਟੇਸ਼ਨ ਐਲੋਨ ਕੈਨ ਨਾਟ ਡਿਫੈਂਡ ਫੇਥ। ਤੁਸੀਂ ਕਹੋ ਜੀ ਅਸੀਂ ਮਾਲਾ ਬੜੀ ਫੇਰੀ ਹੈ, ਇੰਨੇ ਲੱਖ ਅਸੀਂ ਮੂਲ ਮੰਤਰ ਦਾ ਜਾਪ ਕੀਤਾ ਹੈ, ਇੰਨੇ ਹਜ਼ਾਰ ਅਸੀਂ ਜਿਹੜੇ ਆ ਉਹ ਜਪਜੀ ਸਾਹਿਬ ਦੇ ਕਰਨੇ ਨੇ ਜਾਂ ਕੀਤੇ ਨੇ, ਇਹ ਤੁਹਾਡੀ ਜਿਹੜੀ ਹੈ ਉਹ ਫੇਥ ਨੂੰ ਡਿਫੈਂਡ ਨਹੀਂ ਕਰ ਸਕਦਾ। ਕੰਫਰਟ ਕੈਨ ਨਾਟ ਸਬਸਟੀਚਿਊਟ ਫॉर ਕਰੇਜ। ਤੁਸੀਂ ਕੰਫਰਟ ਜ਼ੋਨ ਦੇ ਵਿੱਚ ਬੈਠ ਕੇ ਕਿ ਜੇ ਰੂਹਾਨੀਅਤ 'ਚ ਰੱਬ ਹੀ ਬਦਲ ਦੇਗਾ। ਗੁਰੂ ਸਾਹਿਬਾਨ ਨੇ ਤਾਂ ਆਪ ਕੁਰਬਾਨੀਆਂ ਕੀਤੀਆਂ ਨੇ ਕਿ ਭਾਈ ਇਨ ਐਕਸ਼ਨ ਲੋੜ ਹੈ। ਉਹਨਾਂ ਲੀਡਰਸ ਹੂ ਬੋ ਬਿਫੋਰ ਪਾਵਰ ਵਾਈਲ ਪ੍ਰੀਚਿੰਗ ਇਨਰ ਪਿਓਰਿਟੀ ਰਿਪੀਟ ਦਾ ਮਿਸਟੇਕਸ ਆਫ ਦਾ ਪਾਸਟ। ਤੁਸੀਂ ਹਾਕਮਾਂ ਅੱਗੇ ਝੁਕ ਰਹੇ ਹੋ,
ਤੇ ਨਾਲ ਦੀ ਨਾਲ ਕਹਿ ਰਹੇ ਜੀ ਪਹਿਲਾਂ ਖਾਲਸੇ ਬਣ ਜਾਈਏ ਫਿਰ ਖਾਲਿਸਤਾਨ ਆਪੇ ਹੀ ਬਣ ਜਾਏਗਾ। ਪਰ ਜਾ ਕੇ ਤੁਸੀਂ ਹਨੇਰੇ ਸਵੇਰੇ ਕੌਂਸਲੇਟਾਂ ਦੇ, ਹਾਈ ਕਮਿਸ਼ਨਾਂ ਦੇ, ਐਮਬੈਸੀਆਂ ਦੇ ਹਾਜ਼ਰੀਆਂ ਲਵਾਉਂਦੇ ਹੋ। ਉਹਨਾਂ ਨੇ ਇਹ ਕਿਹਾ ਜਤਿੰਦਰ ਸਿੰਘ ਨੇ, ਗੁਰੂਜ਼ ਮੈਸੇਜ ਇਜ਼ ਕਲੀਅਰ, ਫੀਅਰਲੈਸ ਐਕਸ਼ਨ ਇਜ਼ ਇਨਸੈਪਰੇਬਲ ਫਰੋਮ ਟਰੂ ਡਿਵੋਸ਼ਨ। ਇਹ ਹੈ ਮੈਸੇਜ। ਔਰ ਅਖੀਰ 'ਚ ਉਹਨਾਂ ਨੇ ਕਿਹਾ ਵੀ ਲਿਵਿੰਗ ਮੈਸੇਜ ਇਹ ਹੈ ਕਿ ਵੀ ਗੁਰੂ ਤੇਗ ਬਹਾਦਰ ਸਾਹਿਬ ਦੀ ਸ਼ਹਾਦਤ ਇੱਕ ਆਸ ਦੀ ਕਿਰਨ ਸੀ, ਆਸ ਦਾ ਮੁਜੱਸਮਾ ਸੀ, ਰੌਸ਼ਨੀ ਸੀ, ਜਿਹੜੀ ਜ਼ੁਲਮ ਦੇ ਖਿਲਾਫ ਇਹ ਦੱਸਣ ਦੇ ਲਈ ਕਿ ਵਨ ਮੈਨਸ ਕਰੇਜ ਕੈਨ ਅਵੇਕਨ ਏ ਸੋਸਾਇਟੀ, ਕਿ ਇੱਕ ਜਦੋਂ ਖਲੋ ਜਾਂਦਾ ਹੈ ਜਿਹੜਾ ਉਹ ਸਾਰੀ ਸੁਸਾਇਟੀ ਨੂੰ ਬਦਲ ਕੇ ਰੱਖ ਸਕਦਾ ਹੈ। ਉਹਨਾਂ ਦਾ ਜਿਹੜਾ ਰਸਤਾ ਹੈ ਉਹ ਵਾਰਨਿੰਗ ਵੀ ਹੈ ਤੇ ਰਾਹ ਦਸੇਰਾ ਵੀ ਹੈ ਕਿ ਡੂ ਨਾਟ ਵਾਕ ਦਾ ਐਸਕੇਪ ਰਾਊਟ ਆਫ ਕੰਫਰਟ ਐਂਡ ਇਨਐਕਸ਼ਨ, ਕਿ ਵੀ ਭਗੌੜਾਪਨ ਮਤ ਦਿਖਾਓ, ਜੰਗ ਦੇ ਮੈਦਾਨ 'ਚ ਸੱਚ ਹੱਕ ਇਨਸਾਫ ਦੇ ਲਈ ਖਲੋ। ਇਫ ਸਿੱਖ ਇੰਸਟੀਟਿਊਸ਼ਨਸ ਟੂਡੇ ਚੂਜ਼ ਦਾ ਕੰਫਰਟ ਆਫ ਨਿਊਟਰੈਲਿਟੀ ਓਵਰ ਦਾ ਪੇਨ ਆਫ ਟਰੂਥ, ਸੱਚ ਦੀ ਪੀੜ ਹੈ ਉਹਦੇ ਉੱਤੋਂ ਤੁਸੀਂ ਕਹੋ ਜੀ ਅਸੀਂ ਤਾਂ ਨਿਊਟਰਲ ਹੈ, ਦੇ ਰਿਪੀਟ ਦਾ ਸਿਨਸ ਆਫ ਦਾ ਸੇਂਟਸ ਐਂਡ ਕਿੰਗਸ ਆਫ ਔਰੰਗਜ਼ੇਬਸ ਟਾਈਮ। ਉਸ ਪੀਰੀਅਡ 'ਚ ਵੀ ਜਿਹੜਾ ਜਦੋਂ ਉਹ ਸ਼ਾਇਦ ਸੋਹਣ ਸਿੰਘ ਸੀਤਲ ਦਾ ਹੈ ਜਾਂ ਦੂਸਰਿਆਂ ਦਾ ਹੈ ਕਿ ਵੀ ਜਦੋਂ ਪੰਡਤ ਆ ਕੇ ਕਹਿੰਦੇ ਨੇ ਕਿ ਜੀ ਅਸੀਂ ਕਿਰਪਾ ਕਰੋ ਨਾਥ, ਸ਼ਰਨ ਅਨਾਥ ਬਿਪ, औरंगजेब जालम दंत के सताए हैं, पूजा पाठ बंद कीनो, मंदिर टवाए दीनो, लाखों राजपूत गोदी मौत की सलाए हैं, मंदिरों को आग लाख बंद कर यज्ञ दीने, ये ही बिरथा सुनावने को आए हैं। कि भी आ साडा हाल है, वो सारे उसी सारे पासे जाके आए हैं, किसी ने साडी बांह नहीं फड़ी है। लेकिन इधर शहादत दे नाल गुरु तेग बहादुर साहब ये जिस नूं ਜਦੋਂ ਗੁਰੂ ਗੋਬਿੰਦ ਸਿੰਘ ਸਾਹਿਬ ਨੇ ਫਰਮਾਇਆ ਕਿ ਤੇਗ ਬਹਾਦਰ ਕੇ ਚਲਤ ਭਇਓ ਜਗਤ ਕੋ ਸੋਖ, ਹੈ ਸਭ ਜਗ ਭਇਓ, ਜੈ 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 ਸੁਰ ਲੋਕ। ਇਹ ਸੀ ਕਿ ਜਿਹਦੇ 'ਚ ਜੀਵਨ, ਔਰ ਉਹਨਾਂ ਨੇ ਕਿਹਾ ਵੀ ਅੱਜ ਇਹ ਭਗੌੜਾਪਨ ਖਤਮ ਹੋਣਾ ਚਾਹੀਦਾ। ਲੀਡਰਸ਼ਿਪ ਵਿਦਾਊਟ ਟਰੂਥ ਇਜ਼ ਬਿਟਰੇਅਲ। ਦਾ ਗੁਰੂ ਡਿਡ ਨਾਟ ਡਾਈ ਫॉर ਸਾਇਲੈਂਸ, ਹੀ ਡਾਈਡ ਸੋ ਦੈਟ ਅਦਰਸ ਕੁਡ ਲਿਵ ਵਿਦ ਕਰੇਜ, ਕਿ ਬਾਕੀ ਹੌਸਲੇ ਨਾਲ ਜੀ ਸਕਣ। ਹਿਜ਼ ਮੈਸੇਜ ਰਿਮੇਨ ਐਟਰਨਲ, ਸਟੈਂਡ ਫੀਅਰਲੈਸ ਇਨ ਟਰੂਥ, ਫॉर that is the path of the Guru. Between tyranny and courage, history asks each generation to choose. हर जनरेशन ਦੇ ਸਾਹਮਣੇ ਇੱਕ ਚੈਲੰਜ ਆਉਂਦਾ ਹੈ, ਇੱਕ ਪਾਸੇ ਜ਼ੁਲਮ ਹੈ, ਇੱਕ ਪਾਸੇ ਹੌਸਲੇ ਦਾ ਰਾਹ ਹੈ, ਔਰ ਸਿੱਖ ਨੂੰ ਤਾਂ ਗੁਰੂ ਸਾਹਿਬ ਨੇ ਹੌਸਲੇ ਦੇ ਰਾਹ ਤੇ ਤੋਰਿਆ ਹੋਇਆ ਹੈ। ਜੀ ਰਾਜ ਸਾਹਿਬ ਬਿਲਕੁਲ। ਸੋ ਇੱਥੇ ਲੈਣੇ ਬ੍ਰੇਕ। ਵਿਊਅਰਸ ਤੁਸੀਂ ਕਿਤੇ ਨਹੀਂ ਜਾਣਾ, ਮਿਲਦੇ ਹਾਂ ਆਫਟਰ ਦਿਸ ਸ਼ਾਰਟ ਬ੍ਰੇਕ। FBI ਤੋਂ ਮੈਂ ਹਾਂ ਸੁਖਵੀਰ ਕੌਰ ਤੇ ਹੁਣ ਸੁਣੋ FBI ਵੱਲੋਂ ਜ਼ਰੂਰੀ ਜਾਣਕਾਰੀ। ਸਾਡੇ ਦੇਸ਼ ਅਮਰੀਕਾ ਵਿੱਚ ਬਾਹਰਲੇ ਦੇਸ਼ਾਂ ਦੀਆਂ ਸਰਕਾਰਾਂ ਵੱਲੋਂ ਅੰਤਰਰਾਸ਼ਟਰੀ ਦਬਾਅ ਪਾਇਆ ਜਾ ਰਿਹਾ ਹੈ। ਇਸ ਨੂੰ ਰੋਕਣ ਲਈ FBI ਨੂੰ ਤੁਹਾਡੇ ਸਹਿਯੋਗ ਦੀ ਲੋੜ ਹੈ। ਵਿਦੇਸ਼ੀ ਸਰਕਾਰਾਂ ਜਾਂ ਉਹਨਾਂ ਦੇ ਮੁਲਾਜ਼ਮਾਂ ਜਾਂ ਮੁਖਬਰਾਂ ਵੱਲੋਂ ਅਮਰੀਕਾ ਵਿੱਚ ਵਸਦੇ ਕਿਸੇ ਵੀ ਇਨਸਾਨ ਨਾਲ ਕੀਤੇ ਜਾ ਰਹੇ ਅੰਤਰਰਾਸ਼ਟਰੀ ਦਬਾਅ ਦੀਆਂ ਕੁਝ ਕਿਸਮਾਂ ਇਹ ਨੇ: ਨਿਗਰਾਨੀ ਰੱਖਣੀ, ਪਿੱਛਾ ਕਰਨਾ, ਤੰਗ ਪਰੇਸ਼ਾਨ ਕਰਨਾ, ਅਗਵਾ ਕਰਨ ਦੀ ਕੋਸ਼ਿਸ਼ ਜਾਂ ਉਸ ਤੇ ਸਰੀਰਕ ਹਮਲਾ ਕਰਨਾ, ਅਤੇ ਧਮਕੀਆਂ ਤੇ ਡਰਾਵੇ ਰਾਹੀਂ ਜ਼ਬਰਦਸਤੀ ਕਿਸੇ ਭਾਈਚਾਰੇ ਜਾਂ ਵਿਅਕਤੀਆਂ ਬਾਰੇ ਜਾਣਕਾਰੀ ਇਕੱਠੀ ਕਰਨ ਦੀ ਕੋਸ਼ਿਸ਼ ਕਰਨੀ, ਕਿਸੇ ਨੂੰ ਉਸ ਦੇ ਮੂਲ ਦੇਸ਼ ਨੂੰ ਮੁੜਨ ਲਈ ਮਜਬੂਰ ਕਰਨਾ ਜਾਂ ਮੂਲ ਦੇਸ਼ ਵਿੱਚ ਵਸਦੇ ਉਸ ਦੇ ਰਿਸ਼ਤੇਦਾਰਾਂ ਨੂੰ ਡਰਾਉਣਾ ਜਾਂ ਹਿਰਾਸਤ ਵਿੱਚ ਲੈਣਾ, ਕਿਸੇ ਦੇ ਕੰਪਿਊਟਰ ਜਾਂ ਫੋਨ ਨੂੰ ਹੈਕ ਕਰਕੇ ਉਸ ਦੀ ਨਿੱਜਤਾ ਤੇ ਹਮਲਾ ਕਰਨਾ ਜਾਂ ਉਸ ਬਾਰੇ ਇੰਟਰਨੈਟ ਤੇ ਕੂੜ ਪ੍ਰਚਾਰ ਕਰਨਾ, ਕਿਸੇ ਦੀਆਂ ਵਿੱਤੀ ਜਾਇਦਾਦਾਂ ਨੂੰ ਜ਼ਬਤ ਕਰਨਾ। ਜੇ ਤੁਹਾਨੂੰ ਲੱਗਦਾ ਹੈ ਕਿ ਤੁਸੀਂ ਅੰਤਰਰਾਸ਼ਟਰੀ ਦਬਾਅ ਦੇ ਸ਼ਿਕਾਰ ਹੋ ਤਾਂ FBI ਨੂੰ ਹੁਣੇ ਕਾਲ ਕਰੋ 1-800-CALL-FBI ਜਾਂ 1-800-225-5324 ਤੇ ਸੰਪਰਕ ਕਰੋ। ਤੇ ਜੇ ਤੁਹਾਡੇ ਲਈ ਅੰਗਰੇਜ਼ੀ ਵਿੱਚ ਗੱਲ ਕਰਨਾ ਮੁਸ਼ਕਲ ਹੈ ਤਾਂ ਤੁਸੀਂ ਪੰਜਾਬੀ ਵਿੱਚ ਗੱਲ ਕਰਨ ਲਈ ਕਹਿ ਸਕਦੇ ਹੋ, ਜਾਂ FBI ਦੀ ਵੈਬਸਾਈਟ tips.fbi.gov ਤੇ ਆਪਣੀ ਸ਼ਿਕਾਇਤ ਦਰਜ ਕਰਾਓ। ਹੋਰ ਜਾਣਕਾਰੀ ਲਈ ਦੇਖੋ fbi.gov/TNR। ਜੇਕਰ ਤੁਸੀਂ ਤੁਰੰਤ ਸਰੀਰਕ ਖਤਰੇ ਵਿੱਚ ਹੋ ਤਾਂ 911 ਤੇ ਕਾਲ ਕਰੋ। FBI ਵੱਲੋਂ ਤੁਹਾਡੀ ਰਿਪੋਰਟ ਕਦੇ ਵੀ ਕਿਸੇ ਵਿਦੇਸ਼ੀ ਸਰਕਾਰ ਨਾਲ ਸਾਂਝੀ ਨਹੀਂ ਕੀਤੀ ਜਾਵੇਗੀ। FBI ਦਾ ਮਨੋਰਥ ਅਮਰੀਕਾ ਵਿੱਚ ਵਸਦੇ ਲੋਕਾਂ ਦੀ ਰੱਖਿਆ ਕਰਨਾ ਅਤੇ ਯੂਨਾਈਟਿਡ ਸਟੇਟਸ ਦੇ ਸੰਵਿਧਾਨ ਨੂੰ ਕਾਇਮ ਰੱਖਣਾ ਹੈ।
व्यूअर्स वेलकम बैक ऑन प्रोग्राम। सो व्यूअर्स यूं जापता है कि अमेरिका की ट्रकिंग इंडस्ट्री ते एक तो बाद एक मुसीबत आ रही है जिस दा शिकार सिख नौजवान हो रहे ने और गलतियां भी हैं गुनाह भी हैं, पर इस वेले इमीग्रेंट्स प्रति चल रही नफरत की आंधी को लोड़ों वध जिहड़ी है इल्जामबाजी भी हो रही है और हिंदू तमीयां जिहड़ी ताकतां भी बलदी विच तेल पाउण की कोशिश कर रही हैं। सो इस बारे आपां गलबात करन जा रहे हैं और नाल ही जिहड़े तुहाडे लाइव मैसेज ने भी आपां शेयर करांगे। सो असीं चाहांगे कि तुसीं इस तरह बने रहना, देखण सुन लिया लिखण लई तुहाडा सब दा बहुत बहुत धन्नवाद जी। डॉक्टर साहब की विचारां ने? देखो दुखदाई खबर ਜਿਹੜੀ ਅੱਜ ਸਾਰੇ ਪੰਥਕ ਮੀਡੀਆ ਤੋਂ ਇਲਾਵਾ ਹਿੰਦੂ ਤੋਂ ਵੀ ਮੀਡੀਆ 'ਚ ਵੀ ਇੱਕ ਡਿਫਰੈਂਟ ਐਂਗਲ ਤੋਂ ਡਿਸਕਸ ਹੋ ਰਹੀ ਹੈ। ਜਿਵੇਂ ਫਲੋਰੀਡਾ ਦੇ ਵਿੱਚ ਹੋਇਆ ਐਕਸੀਡੈਂਟ ਹਰਜਿੰਦਰ ਸਿੰਘ ਹੋਰਾਂ ਵੱਲੋਂ ਉਸ ਨੂੰ ਆਧਾਰ ਬਣਾ ਕੇ ਕਿਵੇਂ ਫੈਡਰਲ ਲੈਵਲ ਦੇ ਉੱਤੇ ਜੇ ਇਸ ਕਿਸਮ ਦੇ ਆਰਡਰ ਆਏ, ਸਟੇਟਾਂ 'ਚ ਸ਼ਿਕੰਜਾ ਕੱਸਿਆ ਗਿਆ, ਲੈਂਗੁਏਜ ਪ੍ਰੋਫੀਸ਼ੈਂਸੀ ਦੀ ਗੱਲ ਆਈ, ਕੱਚਿਆਂ ਨੂੰ ਜਾਂ ਗ੍ਰੀਨ ਕਾਰਡ ਤੋਂ ਬਿਨਾਂ ਕੁਛ ਥਾਵਾਂ 'ਤੇ ਪਾਬੰਦੀ ਲੱਗ ਗਈ ਕਿ ਵੀ ਉਹ ਟਰੱਕ ਚਲਾ ਨਹੀਂ ਸਕਦੇ। ਔਰ ਸਾਡਾ ਇੱਕ ਵੱਡਾ ਤਬਕਾ ਜਿਹੜਾ ਹੈ ਉਹ ਟਰੱਕਿੰਗ ਇੰਡਸਟਰੀ ਦੇ ਵਿੱਚ ਔਰ ਟੈਕਸੀ ਔਰ ਦੂਸਰੇ ਦੇ ਵਿੱਚ ਹੈ। ਸੋ ਇੱਕ ਪਾਸੇ PR ਨਾਲ ਰਿਲੇਟਡ ਇਸ਼ੂਜ਼, ਦੂਸਰੇ ਬਹੁਤ ਸਾਰੇ ਜਿਹੜੇ 60 ਲੱਖ 70 ਲੱਖ ਲਾ ਕੇ ਉੱਥੋਂ ਇਹਨਾਂ ਮੁਲਕਾਂ 'ਚ ਆਏ ਨੇ, ਕਿਉਂਕਿ ਟਰੱਕਿੰਗ ਇੱਕ ਐਸੀ ਲਾਈਨ ਹੈ ਜਿਹਦੇ ਥੱਲੇ ਮਿਹਨਤ ਕਰਕੇ ਤੁਸੀਂ ਦਿਨ ਰਾਤ ਇੱਕ ਕਰਕੇ ਆਪਣਾ ਪਿਛਲਾ ਕਰਜ਼ਾ ਵੀ ਲਾ ਲੈਂਦੇ ਸੀ ਔਰ ਜਿਹੜਾ ਆਰਥਿਕ ਤੌਰ 'ਤੇ ਵੀ ਖੁਸ਼ਹਾਲੀ। ਸੋ ਉਸ ਨੂੰ ਬਹੁਤ ਵੱਡਾ ਝਟਕਾ ਲੱਗਾ ਔਰ ਇਹਦੇ 'ਚ ਵੀ ਕੋਈ ਸ਼ੱਕ ਨਹੀਂ ਹੈ ਕਿ ਦੋ ਲਫ਼ਜ਼ ਅੰਗਰੇਜ਼ੀ ਦੇ ਮੈਂ ਅਕਸਰ ਯੂਜ਼ ਕਰਦਾ, ਇੱਕ ਸੈਲਫ ਐਨਾਲਿਸਿਸ ਹੁੰਦਾ, ਇੱਕ ਸੈਲਫ ਕੰਡੈਮਨੇਸ਼ਨ ਹੁੰਦਾ ਕਿ ਆਪਾ ਪੜਚੋਲ ਆਪਾ ਨਖੇਦੀ। ਇੱਕ ਤਬਕਾ ਉਹ ਹੈ ਜਿਹੜਾ ਇੱਕਦਮ ਡੰਡਾ ਲੈ ਕੇ ਜਿਹੜਾ ਉਹ ਦੁਆਲੇ ਹੋ ਜਾਂਦਾ ਹੈ ਕਿ ਭਾਈ ਦੇਖ ਲਓ ਜੀ ਇਵੇਂ ਹੈ, ਇਹ ਗੈਰ ਕਾਨੂੰਨੀ ਕੰਮ, ਇਹ ਵੀ ਸਾਨੂੰ ਦੇਖਣਾ ਹੋਏਗਾ ਵੀ ਅਮਰੀਕਾ 'ਚ ਜਾਂ ਜਿੱਥੇ ਅਸੀਂ ਆਏ ਹਾਂ ਕਿ ਜਿੱਥੇ ਲਾਅ ਆਫ ਦਾ ਲੈਂਡ ਹੈ ਉਹਨੂੰ ਅਸੀਂ ਵਾਇਲੇਟ ਤਾਂ ਨਹੀਂ ਕਰ ਰਹੇ। ਜੇ ਕਰ ਰਹੇ ਹਾਂ ਤਾਂ ਕਿਹੜੇ ਲੋਕ ਉਹਦੇ 'ਚੋਂ ਝੂਠੇ ਡਰਾਈਵਿੰਗ ਸਕੂਲ ਖੋਲ੍ਹ ਕੇ ਔਰ ਜਿਹੜੇ ਨੇ ਕਿਸ ਕਿਸਮ ਦੇ ਜਿਹੜੇ ਉਹ ਫਰਾਡ ਕਰਦੇ ਨੇ ਜਿਹਦਾ ਸ਼ਿਕਾਰ, ਕਿਉਂਕਿ ਇਕੱਲਾ ਇੱਕ ਵਾਕਿਆ ਨਹੀਂ ਹੈ ਇਹ ਵਾਕਿਆ ਜਿਹੜਾ ਅੱਜ ਦਾ ਦੁਖਦਾਈ ਐਕਸੀਡੈਂਟ ਨਾਲ ਸੰਬੰਧਿਤ ਹੈ। ਪਰ ਇੱਕ ਹੋਰ ਵਾਕਿਆ ਜਿਹਦੀ ਇੰਡਾਇਕਟਮੈਂਟ ਹੋਈ ਹੈ, 12 ਜਿਹੜੇ ਸਿੱਖ ਨਾਵਾਂ ਵਾਲੇ ਸਿੰਘ ਨਾਂ ਵਾਲੇ ਨੇ ਜਿਨ੍ਹਾਂ ਦੇ ਉੱਤੇ ਜਿਹੜੀ ਇਨਕੁਆਇਰੀ ਜਿਹਦੇ 'ਚ ਸਟੇਟ ਕੈਲੀਫੋਰਨੀਆ ਜਿਹੜੀ ਹੈ ਫੈਡਰਲ ਏਜੰਸੀਆਂ ਹਾਈਵੇ ਇਨਵੋਲਵ ਸੀ ਕਿ 3-4 ਸਾਲ ਇਨਵੈਸਟੀਗੇਸ਼ਨ ਚੱਲੀ ਕਿ ਕਿਵੇਂ ਟਰੱਕ ਚੋਰੀ ਕਰਦੇ ਸੀ, ਕਿਵੇਂ ਫੇਕ ਕੰਪਨੀਆਂ ਬਣਾਈਆਂ, ਕਿਵੇਂ ਜਿਹੜਾ ਉਹਨਾਂ ਨੂੰ ਜਿਹੜਾ ਉਹ ਬਲੈਕ ਮਾਰਕੀਟ 'ਚ ਵੇਚਦੇ ਸੀ। ਸੋ 12 ਬੰਦੇ ਜਿਹੜੇ ਫੜੇ ਨੇ, 13 ਚੋਂ 12 ਸਿੰਘ ਨੇ ਔਰ ਉਹਨਾਂ ਨੇ ਟਰਮ ਹੀ ਸਿੰਘ ਗੈਂਗ ਦਾ ਦਿੱਤਾ। ਸੋ ਅਸੀਂ ਔਰ ਉਹਨਾਂ 'ਚੋਂ ਸਿੱਖੀ ਸਰੂਪ ਵਾਲੇ ਜਿਹੜਾ ਉਹਨਾਂ ਦਾ ਕੋਈ ਹੈੱਡ ਹੈ ਉਹਦੇ ਨਾਂ ਨਾਲ ਖਾਲਸਾ ਵੀ ਲੱਗਾ ਹੋਇਆ, ਬਿਕਰਮ ਸਿੰਘ ਖਾਲਸਾ ਕੀ ਹੈ। ਸੋ ਮਤਲਬ ਇੱਕ ਪਾਸੇ ਚੱਲ ਹੀ ਰਿਹਾ ਸੀ ਔਰ ਇਹਦੀ ਅਸੀਂ ਡਿਸਕਸ ਹੀ ਕਰ ਰਹੇ ਸੀ। ਫਿਰ ਇਹ ਜਿਹੜੀ ਉਹਨਾਂ ਦੇ ਸੈਕਟਰੀ ਸੀਨ ਡਫੀ ਦੀ ਉਹਨਾਂ ਦਾ ਟਵੀਟ ਹੈ, ਉਹਦੀ ਉਹਨੇ ਕਿਹਾ ਕਿ ਦਿਸ ਇਜ਼ ਆਊਟਰੇਜੀਅਸ। ਇਹ ਹੋਇਆ ਕਿ ਆਈ ਸੋਰਸਿਸ ਨੇ ਕੀਤਾ, ਜਸ਼ਨਪ੍ਰੀਤ ਸਿੰਘ ਨਾਂ ਦਾ ਇੱਕ 28 ਸਾਲ ਦਾ ਨੌਜਵਾਨ ਜਿਹੜਾ ਸੈਮਾਈ ਟਰੱਕ ਡਰਾਈਵਰ ਹੈ, ਉਹਨੇ DUI ਦੇ ਉੱਤੇ 10 ਫਰੀਵੇ ਓਨਟਾਰੀਓ ਕੈਲੀਫੋਰਨੀਆ 'ਚ ਕਰੈਸ਼ ਕੀਤਾ ਜਿਹਦੇ 'ਚ 3 ਬੰਦੇ ਮਾਰੇ ਗਏ ਨੇ ਔਰ ਉਹ ਇਲੀਗਲ ਏਲੀਅਨ ਹੈ ਜਿਹੜਾ ਜਿਹਨੂੰ ਫੜਿਆ ਸੀ 2022 'ਚੋਂ ਆਇਆ ਕੈਨੇਡਾ ਰਾਹੀਂ, ਫਿਰ ਉਹਨੂੰ ਛੱਡ ਦਿੱਤਾ ਸੀ ਔਰ ਸਿੱਖੀ ਸਰੂਪ 'ਚ ਉਹ ਹੈਗਾ ਔਰ ਇਸ ਨੂੰ ਲੈ ਕੇ ਫਿਰ ਚਾਰੇ ਪਾਸੇ ਜਿਹੜਾ ਹੈ ਤੁਸੀਂ ਇੰਡੀਅਨ ਈਵਨ PTI ਇੰਡੀਆ ਦੀ ਮੇਨ ਨਿਊਜ਼ ਏਜੰਸੀ ਉਹਦੀ ਖਬਰ ਹੈ, intoxicated Indian origin truck driver allegedly causes crash in US, 3 killed. Jashanpreet Singh, an illegal immigrant, crossed the southern borders of US in 2022, was released pending an immigration hearing. कि भी ਉਹਨੂੰ ਰਿਲੀਜ਼ ਕੀਤਾ ਗਿਆ ਸੀ ਇਮੀਗ੍ਰੇਸ਼ਨ ਹੀਅਰਿੰਗ, ਉਹ ਫਿਰ ਟਰੱਕ ਚਲਾਇਆ ਉਹਨੇ ਤਾਂ 3 ਜਿਹੜੇ ਨੇ ਉਹਨੇ ਮਾਰ ਦਿੱਤੇ। ਹੁਣ ਈਵਨ ਹਰਮੀਤ ਢਿੱਲੋਂ ਜਿਹੜੀ ਸਿੱਖ ਬੀਬੀ ਹੈ ਔਰ ਜ਼ਾਹਰ ਹੈ ਲਾ ਐਨਫੋਰਸਮੈਂਟ 'ਚ, ਉਹਨੇ ਵੀ ਟਵੀਟ ਕੀਤਾ ਕੈਲੀਫੋਰਨੀਆ ਹੈਜ਼ ਏ ਲੌਂਗ ਹਿਸਟਰੀ ਆਫ ਸਬਵਰਟਿੰਗ ਦਾ ਰਾਈਟਸ ਆਫ ਲਾ ਅਬਾਈਡਿੰਗ ਸਿਟੀਜ਼ਨਸ ਟੂ ਦਾ ਇਲੀਗਲ ਏਲੀਅਨ। ਕਿ ਇੱਥੇ ਹੁਣ ਇਸ਼ੂ ਬਣ ਗਿਆ ਵੀ ਇੱਕ ਪਾਸੇ ਲਾ ਅਬਾਈਡਿੰਗ ਸਿਟੀਜ਼ਨ ਨੇ ਜਿਹੜੇ ਕੁਚਲੇ ਜਾ ਰਹੇ ਨੇ, ਇਲੀਗਲ ਲੋਕ ਜਿਹੜੇ ਨੇ ਆ ਕੇ ਉਹਨਾਂ ਨੂੰ ਜਿਹੜਾ ਉਹ ਟਰੱਕਾਂ ਉਹ ਚਲਾਉਣ ਲੱਗ ਜਾਂਦੇ ਨੇ। ਦੋਜ਼ ਹੂ ਕਮਿਟ ਕ੍ਰਾਈਮ ਸਚ ਐਜ਼ ਦਾ ਮੋਸਟ ਰੀਸੈਂਟ ਵਹੀਕੂਲਰ ਵਨ ਇਨ ਕੈਲੀਫੋਰਨੀਆ ਸ਼ੁੱਡ ਬੀ ਔਨ ਨੋਟਿਸ that this administration will not tolerate the lawlessness in our country। ਕਿ ਇਹ ਕਿਉਂਕਿ ਕੈਲੀਫੋਰਨੀਆ ਦੇ ਲਾਅ ਥੋੜ੍ਹੇ ਜਿਹੇ
ਅਕਮੋਡੇਟਿਵ ਨੇ, ਮਲਟੀਕਲਚਰਲ ਜਾਂ ਦੂਜੇ ਵੀ, ਚਲੋ ਹੁਣ ਉਹਨਾਂ ਦਾ ਸ਼ਿਕੰਜਾ ਜਿਹੜਾ ਨੇ ਉਹ ਪੂਰੀ ਤਰ੍ਹਾਂ ਕੱਸ ਰਹੇ ਨੇ। ਹਾਲਾਂ ਇਸ ਦੇ ਉੱਤੇ ਕਿ ਭਾਈ ਦੇ ਮੇਸ਼ਰਸ ਕੀ ਹੋਣੇ ਚਾਹੀਦੇ ਨੇ, ਸਾਡੇ ਮਿੱਤਰ ਡਾਕਟਰ ਜਸਵੀਰ ਸਿੰਘ ਕੰਗ ਯੂਨੀਵਰਸਿਟੀ ਕੈਲੀਫੋਰਨੀਆ 'ਚ ਬੇਸਡ ਨੇ, ਉਹਨਾਂ ਨੇ ਇੱਕ ਭੇਜਿਆ ਕਿ ਵੀ ਗੱਲ ਇਸ ਵੇਲੇ, ਕਿਉਂਕਿ ਇੱਕ ਤੋਂ ਬਾਅਦ ਇੱਕ ਘਟਨਾ ਹੋ ਰਹੀ ਹੈ, ਫੋਕਸ ਹੈ, ਇਹ ਨਹੀਂ ਹੈ ਵੀ ਟਰੱਕਾਂ ਦੇ ਐਕਸੀਡੈਂਟ ਨਹੀਂ ਹੁੰਦੇ ਜਾਂ ਸਿਰਫ ਉਹ ਪੱਗਾਂ ਵਾਲੇ ਜਾਂ ਸਿੱਖ ਨਾਵਾਂ ਵਾਲੇ ਹੀ ਕਰਦੇ ਨੇ। ਉਹਨਾਂ ਨੇ ਜਿਹੜੀ ਰਿਪੋਰਟ ਭੇਜੀ ਹੈ ਔਰ ਇਹ ਉਹਨਾਂ ਨੇ ਨੈਸ਼ਨਲ ਹਾਈਵੇ ਟ੍ਰੈਫਿਕ ਸੇਫਟੀ ਐਡਮਿਨਿਸਟ੍ਰੇਸ਼ਨ ਦੇ ਵੈਬ ਪੇਜ ਤੋਂ ਲਈ ਹੈ ਕਿ ਯੂਨਾਈਟਿਡ ਸਟੇਟਸ ਦੇ ਵਿੱਚ ਐਨ ਐਸਟੀਮੇਟਡ 150,000 to 165,000 truck accidents occur every year। 1,50,000 ਤੋਂ 1,65,000 ਐਕਸੀਡੈਂਟ ਟਰੱਕਾਂ ਦੇ ਹੁੰਦੇ ਨੇ। ਇਹ ਉਹਨਾਂ ਦੇ ਨੈਸ਼ਨਲ ਹਾਈਵੇ ਟ੍ਰੈਫਿਕ ਸੇਫਟੀ ਐਡਮਿਨਿਸਟ੍ਰੇਸ਼ਨ ਦਾ ਵੈਬਸਾਈਟ ਹੈ। ਔਰ ਇਹਨਾਂ 'ਚ ਈਵਨ 2025 ਦੇ ਵਿੱਚ 94,000 ਟਰੱਕ ਕ੍ਰੈਸ਼ਿਸ ਹੋ ਚੁੱਕੇ ਨੇ ਜਿਹੜੇ ਹੈਡ ਆਲਰੇਡੀ ਬੀਨ ਰਿਪੋਰਟਡ। ਔਰ ਇਹ ਫੋਰਕਾਸਟ ਇਹ ਹੈ ਕਿ 2025 ਦੇ ਐਂਡ ਤੱਕ ਪਹੁੰਚਦੇ ਆ 1.5 ਲੱਖ ਤੋਂ 1,55,000 ਤੱਕ ਇਹ ਹੋਣਗੇ। ਔਰ ਡੈਥਸ ਦੇਖ ਲਓ, ਫੈਟਲਟੀਜ਼ ਕਿੰਨੀਆਂ ਨੇ। 2024 ਦੇ ਵਿੱਚ ਜਿਹੜੇ ਇਹ ਐਕਸੀਡੈਂਟ ਹੋਏ ਉਹਨਾਂ 'ਚ 4,570 ਮੌਤਾਂ ਹੋਈਆਂ ਟਰੱਕ ਰਿਲੇਟਡ ਕ੍ਰੈਸ਼ਿਸ ਦੇ ਵਿੱਚ। 2025 ਦੇ ਵਿੱਚ ਸਪਟੈਂਬਰ ਤੱਕ ਪਹੁੰਚਦੇ ਆ 2,510 ਫੇਟਲ ਟਰੱਕ ਕ੍ਰੈਸ਼ਿਸ ਹੋਏ ਜਿਹੜੇ ਨੇ। ਹਿਸਟੋਰੀਕਲੀ 5,000 ਤੋਂ 6,000 ਮੌਤਾਂ ਹਰ ਸਾਲ ਜਿਹੜੀਆਂ ਨੇ ਉਹ ਟਰੱਕ ਕ੍ਰੈਸ਼ਿਸ ਦੇ ਨਾਲ ਹੁੰਦੀਆਂ ਨੇ। ਔਰ ਇਹਦੇ ਜਿਹੜੇ ਮਰਨ ਵਾਲੇ ਨੇ ਉਹ ਜ਼ਾਹਰ ਹੈ ਕਿਉਂਕਿ ਟਰੱਕ ਮਜ਼ਬੂਤ ਹੈ, ਉਹਦੇ 'ਚ ਡੈਥ ਘੱਟ ਹੁੰਦੀ ਹੈ। ਆਕੂਪੈਂਟਸ ਆਫ ਅਦਰ ਵਹੀਕਲਸ ਰਾਦਰ ਦੈਨ ਟਰੱਕ ਡਰਾਈਵਰ। ਹੁਣ ਜੇ 1.5 ਲੱਖ ਹੁੰਦਾ ਉਹਦੇ 'ਚ ਜੇ 5, 7, 10 ਜੇ ਹੁਣ ਸਾਡੇ ਗਿਣਤੀ ਵੀ ਵੱਧ ਰਹੀ ਹੈ ਡਰਾਈਵਰਾਂ ਦੀ, ਜ਼ਾਹਰ ਹੈ ਵਿਜ਼ਿਬਿਲਿਟੀ ਵੀ ਉਹਨਾਂ ਦੀ ਜ਼ਿਆਦਾ ਹੋਏਗੀ। ਔਰ ਫਿਰ ਉਹਨਾਂ ਨੇ ਇੰਜਰੀ ਸਟੈਟਿਸਟਿਕਸ ਦਿੱਤੀਆਂ ਨੇ ਕਿ 1,20,000 ਤੋਂ 1,30,000 ਲੋਕ ਜਿਹੜੇ ਨੇ ਉਹ ਇੰਜਰ ਹੁੰਦੇ ਨੇ ਐਨੂਅਲੀ ਇਨ ਕ੍ਰੈਸ਼ਿਸ ਇਨਵੋਲਵਿੰਗ ਲਾਰਜ ਕਮਰਸ਼ੀਅਲ ਟਰੱਕਸ। ਇਹ ਇੰਜਰੀਜ਼ ਦਾ ਡੇਟਾ ਹੈ। ਔਰ ਇਹ ਉਹਨਾਂ ਨੇ ਕਿਹਾ ਕਿ ਵੀ ਇਹ ਜਿਹੜੀਆਂ ਟਰੱਕ ਐਕਸੀਡੈਂਟਸ ਨੇ ਇਹ ਪਰਸਿਸਟੈਂਟ ਨੇ। ਔਰ ਇਹ ਜਿਹੜਾ ਆਲ ਫੇਟਲ ਕ੍ਰੈਸ਼ਿਸ ਜਿਹਨੇ US 'ਚ ਹੁੰਦੇ ਨੇ ਉਹਦਾ 6% ਨੇ। ਸੋ ਇਹ ਇੱਕ ਜਿਹੜੀ ਹੈ ਉਹਦਾ ਡਾਟਾ ਇਹ ਗੱਲ ਦੱਸਦਾ। ਔਰ ਹਾਲਾਂ ਅਮਰੀਕਾ ਦੇ ਵਿੱਚ ਇੱਕ ਗਰੁੱਪ ਹੈ ਜਿਹੜਾ ਲੰਬੇ ਵਕਤ ਤੋਂ ਇਹ ਲੌਬੀ ਵੀ ਕਰਦਾ ਰਿਹਾ ਵੀ ਕਿ ਵੀ ਜਿਨ੍ਹਾਂ ਹਾਈਵੇਜ਼ ਦੇ ਉੱਤੇ ਜਾਂ ਦੂਜੇ ਆਮ ਵਹੀਕਲ ਔਰ ਟਰੱਕ ਵੀ ਉਹਦੇ 'ਤੇ ਹੁੰਦੇ ਨੇ ਵੀ ਟਰੱਕਾਂ ਦੇ ਡਿਫਰੈਂਟ ਹਾਈਵੇ ਬਣਾਓ, ਕਿਉਂਕਿ ਉਹਦੇ ਡਿਫਰੈਂਟ ਰੀਜ਼ਨ ਨੇ। ਜੇ 1,65,000 ਜਿਹੜਾ ਟਰੱਕਿੰਗ ਦੇ ਐਕਸੀਡੈਂਟ ਨੇ, ਜ਼ਾਹਰ ਹੈ ਕਈ ਥਾਂ ਦੇ ਉੱਤੇ ਜਿਹੜਾ ਉਹ ਕਿਤੇ ਵੈਦਰ ਫੈਕਟਰ ਹੋਏਗਾ, ਕਿਤੇ ਉਹਨਾਂ ਦੀ ਸਲੀਪਲੈਸਨੈਸ ਹੋਏਗੀ ਕਿਉਂਕਿ ਟਰੱਕ ਡਰਾਈਵਿੰਗ ਸੌਖੀ ਨਹੀਂ ਹੈ। ਵੱਡੇ ਪੂਰੇ ਜਹਾਜ਼ਾਂ ਵਰਗੇ ਟਰੱਕ ਨੇ। ਔਰ ਇਸ ਸਾਰੇ ਦੇ ਚੱਲਦੇ ਅਨਫੋਰਚੂਨੇਟਲੀ ਹੁਣ ਉੱਪਰੋਂ ਥੱਲੀ ਘਟਨਾਵਾਂ 2-3 ਜਿਹੜੀਆਂ ਨੇ ਉਹ ਸਾਡੇ ਨਾਲ ਹੀ ਇਨਵੋਲਵ ਹੋਈਆਂ। ਲੇਕਿਨ ਇਸ ਮਾਮਲੇ 'ਚ ਜਿਹੜਾ ਇੱਕ ਹੋਰ ਫਿਕਰ ਵਾਲਾ ਪਾਰਟ ਹੈ ਜਿਹੜਾ ਪੁਲਿਸ ਨੇ ਇਨੀਸ਼ੀਅਲ ਰਿਪੋਰਟਿੰਗ 'ਚ ਕਿਹਾ ਕਿ ਵੀ ਇਹ ਜਸ਼ਨਦੀਪ ਸਿੰਘ ਜਿਹੜਾ ਹੈ ਇਹ ਇੰਟੌਕਸੀਕੇਟਡ ਸੀ। ਇਹ ਸ਼ਰਾਬ ਜਾਂ ਪਹਿਲਾਂ ਇੰਟੌਕਸੀਕੇਟਡ ਆਇਆ ਵੀ ਅਲਕੋਹਲਿਕ ਸੀ ਵੀ, ਫਿਰ ਕਿਤੇ ਆਇਆ ਕਿ ਕੋਈ ਸਟਿਮੂਲੈਂਟ ਲੈ, ਕਿਉਂਕਿ ਇਹ ਵੀ ਸਾਡੇ ਨੋਟਿਸ 'ਚ ਆਇਆ। ਔਰ ਮੈਂ ਜਦੋਂ ਵਿਜ਼ਿਟ ਕਰਦਾ ਕਿ ਇੱਕ ਵੱਡਾ ਤਬਕਾ ਸਾਡਾ ਜਿਹੜਾ ਟਰੱਕ ਡਰਾਈਵਰਾਂ ਦਾ ਹੈ ਉਹ ਫੀਮ 'ਤੇ ਵੀ ਲੱਗਾ ਹੋਇਆ। ਉਹਨਾਂ ਨੂੰ ਕਿਉਂਕਿ ਸ਼ਰਾਬ ਤਾਂ ਵਿਜ਼ੀਬਲੀ ਆ ਜਾਂਦੀ ਹੈ ਨਜ਼ਰ ਜਾਂ ਕਿਤੇ ਰੋਕ ਲਈ ਸਕੇਲ 'ਤੇ ਜਾਂ ਦੂਜੀ, ਔਰ ਉਹਨਾਂ ਨੂੰ ਇਹ ਲੱਗਦਾ ਵੀ ਉਹਦੇ ਨਾਲ ਥਕਾਵਟ ਨਹੀਂ ਹੁੰਦੀ। ਉਹ ਆਪਣੇ ਆਪ ਨੂੰ ਵੀ ਬਿਮਾਰੀ 'ਚ ਸੁੱਟ ਰਹੇ ਨੇ, ਲੌਂਗ ਟਰਮ ਮੈਮਰੀ ਲਾਸ ਵੀ ਹੈ। ਔਰ ਇਹ ਜਿਹੜੀ ਹੈ ਇਸ ਨੂੰ ਜਿਹੜਾ ਇੱਕ ਨੇ ਇਹਦੇ 'ਤੇ ਕਮੈਂਟ ਵੀ ਕੀਤਾ ਕਿ ਵੀ ਇਹ ਜਿਹੜਾ ਐਕਸੀਡੈਂਟ ਹੈ ਇਹ ਭੁੱਕੀ ਰਿਲੇਟਡ ਲੱਗਦਾ ਹੈ ਵੀ ਉਹ ਹਾਈ ਤੇ ਹੋਏਗਾ, ਕਿਉਂਕਿ ਉਹਨਾਂ ਨੇ ਕਿਹਾ ਇੰਟੌਕਸੀਕੇਟਡ ਸੀ ਪੁਲਿਸ ਵਾਲਿਆਂ ਨੇ। ਔਰ ਉਹਨਾਂ 'ਚ ਜਿਹੜਾ ਹੁਣ ਇਸ ਨੂੰ ਹੈਂਡਲ ਕਿਵੇਂ ਕਰਨਾ, ਕਿਉਂਕਿ ਆਲਰੇਡੀ ਸੋਸ਼ਲ ਮੀਡੀਆ 'ਤੇ ਜਿਹੜੇ ਪਹਿਲਾਂ ਹੀ ਲੱਗੇ ਹੋਏ ਨੇ ਵੀ ਬਾਹਰ ਕੱਢੋ, ਗੋਰੇ ਵੀ ਜਿਹੜੇ ਆਲਰੇਡੀ ਮੇਕ ਅਮਰੀਕਾ ਗ੍ਰੇਟ ਅਗੇਨ ਦੂਜੇ ਉਹਨਾਂ ਦਾ ਆਪਣਾ। ਸੋ ਇਹ ਇੱਕ ਨੌਜਵਾਨ ਨੇ ਸਾਨੂੰ 4 ਪੁਆਇੰਟ ਭੇਜੇ ਨੇ ਕਿ ਭਾਈ ਕੀ ਮੈਸੇਜ ਇਹ ਹੈ ਕਿ ਸਾਨੂੰ ਸਭ ਤੋਂ ਪਹਿਲਾਂ ਵਿਕਟਮਸ ਦੀਆਂ ਫੈਮਲੀਜ਼ ਦੇ ਨਾਲ ਹਮਦਰਦੀ ਦਾ ਔਰ ਹੈਲਪ ਦਾ ਇਜ਼ਹਾਰ ਕਰਨਾ ਚਾਹੀਦਾ। ਜਿਵੇਂ 6 ਫॉर ਜਸਟਿਸ ਨੇ ਫਲੋਰੀਡਾ ਵਾਲੇ ਕੇਸ 'ਚ $1 ਲੱਖ ਵੀ ਦਿੱਤਾ, ਜਾ ਕੇ ਮਿਲੇ, ਉਹਨਾਂ ਦੇ ਲਾਸਟ ਰਿਚੁਅਲ ਚਰਚ ਦੇ ਵਿੱਚ ਜਾਂ ਦੂਸਰੇ ਜਾ ਕੇ ਵੀ ਪਾਰਟਿਸਿਪੇਸ਼ਨ ਕੀਤਾ। ਵੀ ਜਿਹੜੀ ਹੈ ਫੈਲੋ ਅਮਰੀਕਨਸ ਦੇ ਨਾਲ ਕੰਪੈਸ਼ਨ ਹੋਣਾ ਚਾਹੀਦਾ, ਨਾ ਕਿ ਅਸੀਂ ਆਪਣੇ ਜਿਹੜੇ ਆ ਉਹ ਉਸ ਕਿਸਮ ਦਾ ਪ੍ਰਚਾਰ ਦੇ ਵਿੱਚ ਹੋਈਏ।
ਫਿਰ ਉਹਨਾਂ ਨੇ ਕਿਹਾ ਸੇਫਟੀ ਐਂਡ ਪਰਸਨਲ ਅਕਾਊਂਟੇਬਿਲਟੀ। ਸਿੱਖ ਔਰ ਐਜ਼ ਅਮਰੀਕਨ ਇਸ ਦੇ ਲਈ ਕੋਈ ਸ਼ਾਰਟਕਟ ਨਹੀਂ ਹੋਣਾ ਚਾਹੀਦਾ। ਕਰਪਟ ਔਰ ਇਲੀਗਲ ਜਿਹੜੇ ਟਰੱਕਿੰਗ ਸਕੂਲ ਨੇ, ਜਿਹੜੇ ਬਿਲਕੁਲ ਐਵੇਂ ਕਰਕੇ ਕਹਿੰਦੇ ਨੇ ਕੋਈ ਨਹੀਂ ਤੂੰ ਪੈਸੇ ਜਮ੍ਹਾਂ ਕਰਾ ਦੇ, 2 ਗੇੜੇ ਲਾ ਲੈ, ਚੱਲ ਚੜ੍ਹ ਜਾ ਟਰੱਕ ਦੇ ਉੱਤੇ। ਔਰ ਨੈਗਲੀਜੈਂਟ ਕੰਪਨੀਜ਼ ਜਿਹੜੀਆਂ ਨੇ ਉਹ ਇਸ ਕਿਸਮ ਦੇ ਰੈਕਲੈਸ ਡਰਾਈਵਰਸ ਨੂੰ ਰੱਖਦੀਆਂ ਨੇ, ਉਹਨਾਂ ਦੀ ਕੋਈ ਥਾਂ ਨਹੀਂ ਹੋਣੀ ਚਾਹੀਦੀ ਕਮਿਊਨਿਟੀ ਦੇ ਸ਼ੁੱਡ। ਔਰ ਇਹ ਟੂ ਮੱਚ ਹੋ ਰਿਹਾ ਔਰ ਇਹਦੇ 'ਚ ਜ਼ਰੂਰ ਇਹ ਸੁਧਾਰ ਹੋਣ ਵਾਲਾ ਹੈ। ਵੀ ਮਸਟ ਹੋਲਡ ਆਵਰਸੈਲਵਸ ਟੂ ਹਾਇਰ ਸਟੈਂਡਰਡ, ਜ਼ੀਰੋ ਟੋਲਰੈਂਸ ਫॉर एनीवन caught with driving ਅੰਡਰ ਇਨਫਲੂਐਂਸ। ਸ਼ਰਾਬ ਭੁੱਕੀ ਇਹ ਕਿਹੜੀ ਸਿੱਖੀ ਅਸੀਂ ਪ੍ਰੀਚ ਕਰ ਰਹੇ ਹਾਂ, ਔਰ ਕਿਹੜਾ ਇਹ। ਫਿਰ ਜਸਟਿਸ ਥਰੂ ਡਿਊ ਪ੍ਰੋਸੈਸ, ਵਿਕਟਮਸ ਦੇ ਲਈ ਜਸਟਿਸ ਹੋਣਾ ਚਾਹੀਦਾ ਔਰ ਅਕਾਊਂਟੇਬਿਲਿਟੀ ਹੋਣੀ ਚਾਹੀਦੀ ਹੈ ਟਰੱਕਿੰਗ ਸਕੂਲਸ ਦੀ, ਕੰਪਨੀਜ਼ ਦੀ, ਡਰਾਈਵਰਸ ਦੀ, ਤਾਂ ਕਿ ਰੂਲ ਆਫ ਦਾ ਲਾਅ ਜਿਹੜਾ ਹੈ ਉਹ ਓਬੇ ਹੋਏ। ਔਰ ਮੈਸੇਜ ਵੀ ਮੇਨ ਕਮਿਊਨਿਟੀ ਨੂੰ ਇਹ ਹੋਣਾ ਚਾਹੀਦਾ ਵੀ ਅਸੀਂ ਲਾ ਅਬਾਈਡਿੰਗ ਆ, ਰੂਲ ਆਫ ਦਾ ਲਾਅ 'ਚ ਯਕੀਨ ਰੱਖਦੇ ਹਾਂ। ਔਰ ਇਹ ਇੰਸੀਡੈਂਟਸ ਜਿਹੜੀਆਂ ਨੇ ਇਹ ਕੋਈ ਸਾਡੀ ਇਹ ਨਹੀਂ ਹੈ ਵੀ ਇਨਐਫੀਸ਼ੀਐਂਟ ਨੇ। ਬਹੁਤ ਸਾਰੇ ਡਰਾਈਵਿੰਗ ਤਾਂ ਬੈਸਟ ਸਾਡੇ ਆਪਣੇ ਜਿਹੜੇ ਨੇ ਉਹ ਈਵਨ ਅੰਗਰੇਜ਼ਾਂ ਦੇ ਜ਼ਮਾਨੇ 'ਚ ਮੈਨੂੰ ਇੱਕ ਆਰਮੀ ਆਫਿਸਰ ਦੱਸਦੇ ਸੀ ਵੀ ਜਿਹੜੇ ਅੰਗਰੇਜ਼ ਬੈਸਟ ਪ੍ਰੈਫਰ ਕਰਦੇ ਸੀ ਸਿੱਖ ਨੂੰ ਜਾਂ ਪਠਾਨ ਨੂੰ, ਕਿ ਦੇ ਵਰ ਦਾ ਬੈਸਟ ਡਰਾਈਵਰਸ। ਔਰ ਖਤਰਿਆਂ ਦੇ ਉੱਤੇ ਔਰ ਇਹ ਸੌਖਾ ਨਹੀਂ ਹੈ ਕੰਮ, ਲੇਕਿਨ ਇਹ ਕੁਇਕ ਮਨੀ ਬਣਾਉਣ ਦੀ ਲਾਈਨ, ਜਿਵੇਂ ਮੈਂ ਉਹ ਚੋਰੀ ਦੀ ਗੱਲ ਕੀਤੀ, ਬੇਈਮਾਨੀ ਔਰ ਇਹ ਨਸ਼ਾ ਔਰ ਇਹ ਟਰੱਕਿੰਗ ਸਕੂਲਾਂ ਦਾ ਇਹ ਸਾਰਾ ਜਿਹੜਾ ਹੈ ਇਹ ਇਨਫ ਇਜ਼ ਇਨਫ। ਇਹਦੇ 'ਚੋਂ ਹੁਣ ਬਦਨਾਮੀ ਨਿਕਲ ਰਹੀ ਹੈ ਔਰ ਸਾਨੂੰ ਇਸ ਦੇ ਉੱਤੇ ਜਿਹੜਾ ਹੈ ਉਹ ਫਰਮ ਸਟੈਂਡ ਲੈਣ ਦੀ ਲੋੜ ਹੈ। ਬਿਲਕੁਲ ਡਾਕਟਰ ਸਾਹਿਬ, ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਸੋ ਹੁਣ ਆਪਾਂ ਆਪਣੇ ਜਿਹੜੇ ਵਿਊਅਰਸ ਮੈਸੇਜ ਨੇ ਉਹ ਲੈਣ ਜਾ ਰਹੇ ਹਾਂ। ਧਰਮ ਸਿੰਘ ਜੀ ਸਾਡੇ ਪਹਿਲੇ ਵਿਊਅਰ ਨੇ, ਸਾਨੂੰ ਫਤਿਹ ਬੁਲਾਉਂਦੇ ਨੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਨਾਮ ਸਿੰਘ ਜੀ, ਸਰਪੰਚ ਜਸ ਗਿੱਲ ਜੀ, ਔਰ ਇਸੇ ਤਰ੍ਹਾਂ ਫਿਰ ਹੈਗੇ ਨੇ ਖਾਲਸਾ ਦੇਸ਼ ਪੰਜਾਬ ਦੇ ਜੀ, और फिर इसी तरह सोनमाल जी भी, सतनाम सिंह अगैन, और बलजीत ब्रैच और जादीवाल, और इसी तरह फिर सरपंच सिंह गिल और खालसा देश पंजाब अगैन एंड सुख जीवन बच्चू जी भी, और गुरमीत सिंह सैनी जी भी, और फिर इसी तरह इंद्रजीत सिंह जी, और फिर इसी तरह हाँ जी हरमन पन्नू जी भी, और गुरप्रकाश सिंह जी भी, और फिर इसी तरह बलहाल अहमद जी भी ਜਿਹੜੇ ਹੈਗੇ ਨੇ, ਕਹਿੰਦੇ ਸ਼ਾਈਨਿੰਗ ਮਾਰਨਿੰਗ ਹੈ, ਜੁਮਾ ਹੈਗਾ ਅੱਜ ਫਰਾਈਡੇ, ਜੁਮਾ ਮੁਬਾਰਕ ਜੀ, ਤੁਹਾਨੂੰ ਬਹੁਤ ਬਹੁਤ ਹਲੋ ਕਹਿੰਦੇ ਨੇ ਸਾਨੂੰ। ਔਰ ਫਿਰ ਇਸੇ ਤਰ੍ਹਾਂ ਗੁਰਵਿੰਦਰ ਮਾਨ ਜੀ ਵੀ, ਔਰ ਜਸਵੀਰ ਬਰਾੜ ਜੀ ਵੀ, ਔਰ ਫਿਰ ਇਸੇ ਤਰ੍ਹਾਂ ਸਿੰਘ ਗਰਚਾ ਜੀ ਵੀ, ਔਰ फिर इसी तरह हाँ जी बिलाल जी कहते हैं कि डॉक्टर साहब जो भी हो रहा है इस वक्त ये फील हो रहा है कि रशिया यूक्रेन से जंग जड़ा जीत चुका है, और यूक्रेन को रशिया की जड़ी है शर्तें मान लेनी चाहिए, नहीं तो पूरा यूक्रेन सरेंडर करना पड़ेगा। Let we see which way the wind blows। बिल्कुल। और मोहम्मद याकूब जी भी आए ने, शुक्रिया अदा करते हैं मालूमात के लिए। और फिर इसी तरह राजनप्रीत सिंह जी भी, और फिर इसी तरह गुरमीत सिंह बाजवा जी, और जसकीरत सिंह जी भी, और जतिंदर सिंह जी भी, मोहम्मद याकूब जी भी, और फिर इसी तरह हाँ जी कहते ने मोहम्मद याकूब जी कहते डॉक्टर साहब नील भैन जी अस्सलाम वालेकुम, और जॉनस जड़े ने हाँ जी ना के याकूब जी, मोहम्मद जॉनस जी, और हाँ जी फिर इसी तरह याकूब जी कहते हैं कि डॉक्टर साहब हम सबके सामने गज़ा खंडर बन चुका है और दुनिया तमाशा देख रही है। ਇਹਦੇ ਬਾਰੇ ਵੀ ਆਪਾਂ ਪੜੇ ਤੁਹਾਨੂੰ ਦੱਸਿਆ ਪਹਿਲੇ ਸੈਗਮੈਂਟ ਦੇ ਵਿੱਚ, ਸਾਡਾ ਲੀਡ ਸੈਗਮੈਂਟ ਹੀ ਇਸ ਦੇ ਉੱਤੇ ਸੀ। ਹਾਂਜੀ ਫਿਰ ਇਸੇ ਤਰ੍ਹਾਂ ਨਾਸਰ ਚੌਧਰੀ ਜੀ ਵੀ ਕਹਿੰਦੇ ਤੁਸੀਂ ਇਸ ਸੰਘਰਸ਼ ਵਿੱਚ ਇਕੱਲੇ ਨਹੀਂ ਹੋ, ਪੱਛਮੀ ਪੰਜਾਬ ਦੇ ਕਰੋੜਾਂ ਭੈਣਾਂ ਭਰਾ ਤੁਹਾਡੇ ਨਾਲ ਨੇ। ਬਹੁਤ ਸ਼ੁਕਰੀਆ ਇਸ ਹੌਸਲੇ ਲਈ। ਹਾਂਜੀ ਕਵਲਜੀਤ ਸਿੰਘ ਜੀ ਵੀ, ਔਰ ਯੂਜ਼ਰ ਜਿਹੜੇ ਹੈਗੇ ਨੇ ਉਹ ਵੀ ਨੇ ਵੀ ਫਤਿਹ ਬੁਲਾਉਂਦੇ ਨੇ ਸਾਨੂੰ। ਔਰ ਫਿਰ ਇਸ ਤਰ੍ਹਾਂ ਮੋਹਨ ਸਲਮਾਨ ਜੀ ਵੀ गुड न्यूज़ कहते हैं जी। और फिर इसी तरह हाँ जी राजविंदर सिंह जी भी, और राजविंदर कौर जी भी, और मिश्रा सिंह जी भी, और परमजीत सिंह समरा जी भी, सुरिंदर सिंह जी भी, फिर इसी तरह हाँ जी नाम अच्छा मोहम्मद जड़े मनजीत सिंह मठारू जी भी, और मोहम्मद याकूब जी भी, और एक कहते हैं कि
ਜਿਹੜੇ ਤੁਹਾਡੇ ਜਿਹੜਾ ਗੁਰੂ ਗ੍ਰੰਥ ਸਾਹਿਬ ਜੀ ਹੈ, ਮਤਲਬ ਜਿਹੜੇ ਤੁਹਾਡੇ ਗੁਰੂ ਨੇ, ਉਹ ਕਹਿੰਦੇ ਕਿੰਨੇ ਆ ਸਾਡੇ, ਤੇ ਉਹਨਾਂ ਨੇ 10 ਗੁਰੂ ਸਾਹਿਬਾਨ ਸਰੀਰਕ ਜਾਮਿਆ 'ਚ ਸੀ। ਹਾਂਜੀ। ਹੁਣ ਗੁਰੂ ਗ੍ਰੰਥ ਸਾਹਿਬ ਸਾਡੇ ਇਟਰਨਲ ਗੁਰੂ ਨੇ, ਫੋਰਐਵਰ। जी बिल्कुल। और फिर इसी तरह कहते हैं कि क्या आप जानते हैं कि अखंड भारत में ये सब मुल्क शामिल हैं, यानी कि पाकिस्तान, अफगानिस्तान, हाँ जी, बांग्लादेश, सारा नेपाल। साउथ एशिया, सारा साउथ एशिया। हाँ जी। सुखविंदर सिंह जी भी, और इस तरह गुरप्रकाश सिंह जी भी, और परमजीत कौर जी भी, और फिर इसी तरह साडे कोल ने बलवीर सिंह जी भी, और मोहम्मद जकूब जी अगेन, और ਰਾਜਵਿੰਦਰ ਕੌਰ ਜੀ ਵੀ। ਸਭ ਦਾ ਬਹੁਤ ਬਹੁਤ ਸ਼ੁਕਰੀਆ। ਸੋ ਇਸ ਤਰ੍ਹਾਂ ਆਪਣੇ ਵਿਊਅਰਸ ਕੋਲ ਨੇ ਇਜਾਜ਼ਤ। ਵਿਊਅਰਸ, ਸਾਡੇ ਪ੍ਰੋਗਰਾਮ ਦਾ ਸਮਾਂ ਇੱਥੇ ਮੁੱਕਦਾ। ਤੁਸੀਂ ਆਪਣੀ ਰਾਏ ਤੇ ਸੁਝਾਅ ਸਾਨੂੰ ਭੇਜਣਾ ਭੁੱਲਣਾ। ਸਾਡੇ ਇਸ ਪਤੇ ਤੇ SOS@tvrefor.tv ਤੇ ਅਸੀਂ ਆਪਣਾ ਪ੍ਰੋਗਰਾਮ ਲੈ ਕੇ ਫਿਰ ਦੁਬਾਰਾ ਤੁਹਾਡੇ ਸਾਹਮਣੇ ਹੋਵਾਂਗੇ। ਤਦ ਤੱਕ ਲਈ ਮੈਨੂੰ ਤੇ ਆਪਣਾ ਸੁਣਾ ਗਿਆ ਦੋ। ਦੇਖਦੇ ਰਹੋ TV ਰਿਫੋ। ਬੁਲਾ ਦਿਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਰੱਬ ਰਾਖਾ।